ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਤੇ ਪੂਰੇ ਉਤਰੇ ਕੀ ਪੰਜਾਬ ਦੇ ਲੋਕਾਂ ਨੂੰ ਜੋ ਉਹਨਾਂ ਨੇ ਕਿਹਾ ਸੀ ਉਹਦੇ ਤੇ ਉਤਰੇ ਔਰ ਕੀ ਉਹਨਾਂ ਦੇ ਵਿਧਾਇਕ ਉਹਨਾਂ ਦੁਆਰਾ ਕਹੀ ਹੋਈ ਗੱਲ ਕਿ ਮੈਂ 95% ਕੰਮ ਜਿਹੜੇ ਉਹ ਕਰ ਦਿੱਤੇ ਨੇ ਉਹਦੇ ਤੇ ਖਰੇ ਉਤਰੇ। ਇਹ ਗੱਲ ਹੁਣ ਜਿਹੜੇ ਹੈਗੇ ਆਮ ਵਿਧਾਇਕਾਂ ਤੋਂ ਆਮ ਲੋਕਾਂ ਦੇ ਤੁਹਾਡੀ ਨਜ਼ਰ ਦੇ ਵਿੱਚ ਔਰ ਨਾਲ ਦੇ ਨਾਲ ਜਿਹੜਾ ਸਵਾਲ ਅੱਜ ਇੱਕ ਹੋਰ ਮੇਰੇ ਮਨ ਦੇ ਵਿੱਚ ਜਿਹੜਾ ਜੀ ਉਹ ਉੱਠਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਹਿ ਰਹੇ ਨੇ ਕਿ ਕੈਪਟਨ ਮਤਲਬ ਅਸੀਂ ਘਰ ਘਰ ਨੌਕਰੀ ਸਭ ਨੂੰ ਵੰਡ ਦਿੱਤੀ ਹੈ ਔਰ ਕੈਪਟਨ ਸਾਹਿਬ ਕਹਿੰਦੇ ਵੀ ਘਰ ਘਰ ਨੌਕਰੀ ਦੇਣ ਤੋਂ ਬਾਅਦ ਹੁਣ ਕਰੋਨਾ ਮਹਾਮਾਰੀ ਦੇ ਵਿੱਚ ਜਿਹੜੇ 5 ਲੱਖ ਲੋਕ ਜਿਹੜੇ ਆ ਜੀ ਬੇਘਰ ਹੋਏ ਨੇ ਨੌਕਰੀ ਤੋਂ ਗਏ ਨੇ ਸਰ ਬੇਘਰ ਨਹੀਂ ਹੈ ਜਿਨ੍ਹਾਂ ਦੀ ਨੌਕਰੀ ਗਈ ਹੈ ਉਹਨਾਂ ਦੀਆਂ ਮੈਂ 4 ਟੀਮਾਂ ਬਣਾ ਦਿੱਤੀਆਂ ਨੇ ਤੇ ਹਰ ਜ਼ਿਲ੍ਹੇ ਦੇ ਵਿੱਚ 6-6 ਹਜ਼ਾਰ ਬੰਦੇ ਨੂੰ ਹਰ ਰੋਜ਼ ਜਿਹੜਾ ਜੀ ਜੌਬ ਹੈ ਜਿਹੜੀ ਜੀ ਉਹ ਦਿੱਤੀ ਜਾਊਗੀ ਰੋਟੀ ਖਾਣ ਦੇ ਲਈ ਰੁਜ਼ਗਾਰ ਦੇ ਲਈ। ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਤੇ ਸਰ ਆਪਾਂ ਅੱਜ ਗੱਲਬਾਤ ਜਿਹੜੀ ਕਰਾਂਗੇ ਪਰ ਇਸ ਗੱਲ ਜੀ ਰਮਾਣਾ ਸਾਹਿਬ ਦਾ ਨਾਂ ਇਹ ਰੱਖ ਲੈਣਾ ਸੀ ਇਹਦੇ ਵਿੱਚ ਲੋਕਾਂ ਦੇ ਹਿਸਾਬ ਨਾਲ ਪਹਿਲੇ ਵਾਅਦੇ ਵਫਾ ਨਾ ਹੋਏ लोगों को मिला नहीं किनारा गिला गैरों से क्या करें हमको अपनों ने मारा। बिल्कुल बिल्कुल सर ਇਹਦੇ ਵਿੱਚ ਇਹ ਜਿਹੜਾ ਸ਼ੇਰ ਹੈ ਤੁਹਾਡਾ ਮੈਨੂੰ ਲੱਗਦਾ ਕਿ ਇਹ ਮੈਂ ਤੁਹਾਡੇ ਇਸ ਸ਼ੇਰ ਦੇ ਨਾਲ ਮੈਨੂੰ ਲੱਗਦਾ ਆਮ ਪੰਜਾਬੀ ਇਸ ਸ਼ੇਰ ਨੂੰ ਸੁਣ ਕੇ ਉਹ ਕਹੂਗਾ ਕਿ ਕਿਤੇ ਨਾ ਕਿਤੇ ਇਸ ਸ਼ੇਰ ਦੇ ਵਿੱਚ ਸਚਾਈ ਅੱਜ ਦੀ ਮੌਜੂਦਾ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਔਰ ਜੋ ਕੰਮ ਕੀਤੇ ਨੇ ਇਹ ਸ਼ੇਰ ਉਹਦੇ ਉੱਤੇ ਪੂਰਾ ਟੁਕਦਾ ਸਰ ਮਤਲਬ ਕਰਕੇ। ਸੋ ਕਮਰਿਆਂ ਦਾ ਨਾਮ ਸੁਣਾਣਾ ਹੀ ਤਾਂ ਦਿਮਾਗ ਚਾਹੀਦਾ ਕਹਿ ਦਿੱਤੀ ਹੋਰ ਸਰੋਤੇ ਜਾਣ ਨਹੀਂ ਸਰੋਤੇ ਗੱਲ ਤਾਂ ਸੱਚੀ ਹੈ ਜੀ ਗੱਲ ਤਾਂ ਇਹ ਹੈ ਕਿ ਇੱਕ ਚੀਜ਼ ਹੋਰ ਵੀ ਹੈ ਨਾ ਸਰ ਆਪਾਂ ਦੇਸੀ ਬੰਦੇ ਆ ਜੀ ਆਪਾਂ ਦੇਸੀ ਜੇ ਗੱਲ ਸਿੱਧੀ ਕਰ ਦਿੰਦੇ ਹੈਗੇ ਸਰ ਸਰੋਤਿਆਂ ਨੂੰ ਵੀ ਪਤਾ ਵੀ ਇਹ ਜਿੰਨੇ ਪੜ੍ਹੇ ਲਿਖੇ ਨੇ ਉਹੋ ਜੀ ਗੱਲ ਕਰ ਸਕਦੇ ਨੇ। ਹੁਣ ਅਨਪੜ੍ਹ ਜਿਹਾ ਬੰਦਾ ਅਨਪੜ੍ਹਾਂ ਵਾਲੀ ਗੱਲ ਹੀ ਕਰੂਗਾ ਹੁਣ ਉਹਦੇ ਤੋਂ ਤੁਸੀਂ ਕੀ ਅੰਗਰੇਜ਼ੀ ਭੰਲੋਗੇ ਸਰ। ਹਾਂਜੀ ਬਿਲਕੁਲ ਸਹੀ ਹੈ ਠੀਕ ਹੈ। ਸੋ ਭੁੱਲਰ ਸਾਹਿਬ ਜਿੰਨੀ ਹੁਣ ਆਪਣੀ ਪੜ੍ਹਾਈ ਆਪਾਂ ਆਪਣੀ ਪੜ੍ਹਾਈ ਮੁਤਾਬਕ ਹੀ ਆਪਦੀ ਅਕਲ ਦਾ ਇਸਤੇਮਾਲ ਕਰ ਸਕਦੇ ਹਾਂ ਨਾ ਸਰ ਮਤਲਬ ਗੱਲ ਤਾਂ ਪੰਜਾਬੀ ਦੀ ਕਹਾਵਤ ਜਿੰਨਾ ਕੋਈ ਗੁੜ ਪਾਓਗੇ ਮਿੱਠਾ ਉਹਨਾਂ ਹੋਣਾ ਸਾਡੇ ਕੋਲ ਜਿਹੜੀ ਪੜ੍ਹਾਈ ਉਹਦੀ ਕਿ ਸਾਰਾ ਗਿਆ 8ਵੀਂ 9ਵੀਂ ਦਾ ਅਸੀਂ ਕਣਕ ਤੇ 10ਵੀਂ ਜਿਹੜੀ ਕਣਕ ਦੀ ਪੂਰੀ ਦੇ ਕੇ ਪਾਸ ਹੋਏ ਹੈਗੇ ਹੁਣ ਮਤਲਬ ਨੈਚੁਰਲੀ ਫਰਕ ਤਾਂ ਹੋਊਗਾ ਸਰ ਮਤਲਬ ਕਰਕੇ। ਲਓ ਜੀ ਫਿਰ ਮੈਂ ਲੈ ਕੇ ਆਉਣਾ ਸੰਧੂ ਸਾਹਿਬ ਨੂੰ ਤੇ ਫਿਰ ਮੈਂ ਕਰਦਾ ਓਕੇ ਦੋਸਤੋ ਇਹ ਸੀ ਅੱਜ ਦਾ ਵਿਸ਼ਾ ਜਿਹਦੇ ਉੱਤੇ ਆਪਾਂ ਜਿਹੜੀ ਹੈ ਜੀ ਆਉਣ ਵਾਲੇ 1 ਘੰਟਾ ਲਗਭਗ 50 ਮਿੰਟ ਜਿਹੜੇ ਹੈ ਜੀ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਔਰ ਉਮੀਦ ਕਰਦੇ ਹਾਂ ਕਿ ਸੰਧੂ ਸਾਹਿਬ ਆਪਣੇ ਨਾਲ ਜਿੰਨਾ ਵੱਧ ਤੋਂ ਵੱਧ ਸਮਾਂ ਲਾ ਸਕਦੇ ਹੋਏ ਲਾਉਣਗੇ ਕਿਉਂਕਿ ਉਹਨਾਂ ਨੇ ਸਮਾਜ ਸੇਵਾ ਵੀ ਕਰਨੀ ਹੈ ਔਰ ਖੇਤੀਬਾੜੀ ਵੀ ਉਹ ਖੁਦ ਕਰਦੇ ਜ਼ਿੰਮੇਵਾਰੀਆਂ ਵੀ ਉਹ ਆਪਦੀਆਂ ਖੁਦ ਚੱਕਦੇ ਨੇ। ਸੋ ਆਪ ਦਾ ਜਿਹੜਾ ਬੰਦਾ ਐਡਾ ਸੋਸ਼ਲ ਹੈ ਔਰ ਖੁਦ ਜ਼ਿੰਮੇਵਾਰੀਆਂ ਵੀ ਚੱਕਦਾ ਹੈਗਾ ਸਲੂਟ ਹੈ ਉਸ ਬੰਦੇ ਨੂੰ ਕਿ ਉਹ ਰੇਡੀਓ ਪਰਿਵਾਰ ਦੇ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਜੁੜਿਆ ਹੋਇਆ ਹੈਗਾ ਜੀ। ਉਹਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਫੋਨ ਨੰਬਰ ਉਹਨਾਂ ਦਾ ਡਾਇਲ ਕਰਕੇ ਉਹ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈਗਾ ਤੇ ਜਿਵੇਂ ਹੀ ਉਹਨਾਂ ਦਾ ਫੋਨ ਚੱਕਦੇ ਨੇ ਉਹ ਤੇ ਨਾਲ ਦੀ ਨਾਲ ਆਪਾਂ ਜਿਹੜਾ ਜੀ ਆ ਗਏ ਨੇ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਰੇਡੀਓ ਪ੍ਰਵਾਨ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਅਮਰਜੀਤ ਸਿੰਘ ਸੰਧੂ ਵੱਲੋਂ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਆਸ ਕਰਦਾ ਕਿ ਸਾਰੇ ਸਰੋਤੇ ਰਮਾਣਾ ਸਾਹਿਬ ਭੁੱਲਰ ਸਾਹਿਬ ਤੰਦਰੁਸਤ ਤੇ ਆਪਣੇ ਪਰਿਵਾਰਾਂ 'ਚ ਖੁਸ਼ ਹੋਣਗੇ ਜੀ ਇਹੀ ਕਾਮਨਾ ਕਰਦਾ ਹਾਂ ਜੀ ਜੀ ਬਿਲਕੁਲ। ਮੈਂ ਭੁੱਲਰ ਸਾਹਿਬ ਨੂੰ ਲੈ ਲਾਂ ਜੀ ਨਾਲ ਹੀ ਫਿਰ ਉਹਨਾਂ ਨੂੰ ਵੀ ਜੋੜ ਲਈਏ ਜੀ ਉਸ ਤੋਂ ਬਾਅਦ ਹੀ ਆਪਾਂ ਫਿਰ ਅੱਗੇ ਨੂੰ ਵੱਧਦੇ ਹਾਂ ਜੀ। ਤੇ ਅੱਜ ਮੈਨੂੰ ਪਤਾ ਸਮਾਂ ਤੁਹਾਡੇ ਕੋਲ ਵੀ ਥੋੜੀ ਜਿਹੀ ਪ੍ਰੋਬਲਮ ਚ Thank you for calling Avtar. Please hold the line. Avtar को कॉल करने के लिए धन्यवाद। कृपया लाइन पे बने रहें। So ਭੁੱਲਰ ਸਾਹਿਬ ਸੰਧੂ ਸਾਹਿਬ ਵੀ ਆ ਚੁੱਕੇ ਨੇ ਤੇ ਸੰਧੂ ਸਾਹਿਬ ਭੁੱਲਰ ਸਾਹਿਬ ਵੀ ਆ ਚੁੱਕੇ ਨੇ ਪ੍ਰਵਾਸ ਦੇ ਵਿਹੜੇ ਦੇ ਵਿੱਚ ਕਰੰਟ ਅਫੇਅਰ ਦੇ ਲਈ ਜੀ। ਰਮਾਣਾ ਸਾਹਿਬ ਔਰ ਸਰਕਾਰ ਸੋਚਣ ਨੂੰ ਨਾਲ ਸੰਧੂ ਸਾਹਿਬ ਨੂੰ ਪਿਆਰ ਸਰਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਿਲਕੁਲ ਬਿਲਕੁਲ ਜੀ। ਸੋ ਦੋਸਤੋ ਇਹ ਜਿਹੜੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਉਹ ਸਰਦਾਰ ਬਲਜੀਤ ਸਿੰਘ ਸੰਧਰ ਯੂਵਾ ਸਿਟੀ USA ਦੇ ਵਿੱਚੋਂ ਨੇ ਜੀ। ਉਹ ਵੀ ਆਪਣੇ ਨਾਲ ਜੁੜੇ ਨੇ। ਰੋਬਨ ਸਿੰਘ ਸੰਧੂ ਸਾਹਿਬ ਟੋਰਾਂਟੋ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਦਲਵੀਰ ਕੁਵੈਤ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਜਸਵਿੰਦਰ ਮਨਹਾਸ ਜੀ ਜਿਹੜੇ ਜੀ ਵੈਨਕੂਵਰ ਤੋਂ। ਜਸਵਲ ਸਿੰਘ ਜੀ ਵੀ ਜਿਹੜੇ ਅਰਬ ਕੰਟਰੀ ਦੇ ਵਿੱਚ ਨੇ ਉੱਥੋਂ ਸਤਿ ਸ੍ਰੀ ਅਕਾਲ। ਦੁਬਈ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਰਜਿੰਦਰ ਸਿਆਨ ਸਾਹਿਬ USA ਦੇ ਵਿੱਚੋਂ ਨੇ ਜੀ।
ਤੇ ਨਾਲ ਹੀ ਹਰਵਿੰਦਰ ਢਿੱਲੋਂ ਸਾਹਿਬ ਦੀ ਸਤਿ ਸ਼੍ਰੀ ਅਕਾਲ। ਸਿੱਧੂ ਸਿੰਘ ਨਿਊ ਕੈਸਲ ਯੂਨਾਈਟਿਡ ਕਿੰਗਡਮ ਦੇ ਵਿੱਚੋਂ ਜਿਹੜਾ ਜੀ ਉਹ ਭੇਜ ਰਹੇ ਨੇ। ਤਾਰੀ ਪੀਨੀਆ ਸਾਹਿਬ ਜਿਹੜੇ ਜੀ ਅਮਰੀਕਾ ਦੇ ਵਿੱਚੋਂ ਕਰ ਰਹੇ ਨੇ ਜੀ। ਨਾਲ ਹੀ ਡਾਕਟਰ ਨਿਤਨੇਮ ਸਿੰਘ ਸਾਹਿਬ ਉਹਨਾਂ ਦੀ ਵੀ ਸਤਿ ਸ਼੍ਰੀ ਅਕਾਲ ਜਿਹੜੀ ਉਹ ਆਈ ਹੋਈ ਹੈ ਜੀ। ਬਲਜੀਤ ਸੰਦਰ ਸਾਹਿਬ ਸਾਡਾ ਸਪਾਂਸਰ। ਜਗਜੀਤ ਸਿੰਘ ਸਿੱਧੂ ਸਾਹਿਬ ਉਹ ਵੀ ਜੁੜੇ ਨੇ ਜੀ। ਨਾਲ ਹੀ ਸ਼ਿਵ ਕੁਮਾਰ ਠਾਕੁਰ ਨਿਊ ਦਿੱਲੀ ਤੋਂ ਜੁੜੇ ਨੇ। ਗੁਰਲਾਲ ਸਿੰਘ ਜੀ ਇਸ ਸਮੇਂ ਤੇ ਆਪਣੇ ਨਾਲ ਜੁੜੇ ਆ ਜੀ, ਜੁੜੇ ਹੋਏ ਨੇ। ਮੈਡਮ ਰਣਜੀਤ ਆਪਣੇ ਨਾਲ ਜੁੜੀ ਹੋਈ ਹੈ ਜੀ। ਬਾਬੂ ਸਿੰਘ ਮਾਨ ਪਿੰਡ ਅੱਕਾ ਵਾਲੀ ਮਾਨਸਾ ਉਹ ਜੁੜੇ ਨੇ। ਜਸਵੀਰ ਸਿੰਘ ਉਹ ਵੀ ਇਸ ਸਮੇਂ ਤੇ ਆਪਣੇ ਨਾਲ ਜਿਹੜੇ ਜੀ ਜੁੜੇ ਹੋਏ ਨੇ ਜੀ। ਜਿਨ੍ਹਾਂ ਬੰਦਿਆਂ ਦੇ ਸਾਡੇ ਮੈਸੇਜ ਆਏ ਸੀ ਜੀ ਮੈਂ ਸਭ ਨੂੰ ਜ਼ਰੂਰ ਮੈਂ ਮਾੜਾ ਜਿਹਾ ਦੱਸ ਦੇਵਾਂ ਕਿ ਵੀ ਭਾਈ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ ਲੱਗ ਜਾਵੇ। ਤੇ ਨਾਲ ਦੀ ਨਾਲ ਵੀਰ ਜੀ ਸੰਧੂ ਸਾਹਿਬ ਤੁਸੀਂ ਥੋੜਾ ਜਿਹਾ ਲੇਟ ਜੁਆਇਨ ਕੀਤਾ ਹੈ। ਆਪਾਂ ਅੱਜ ਦਾ ਜਿਹੜਾ ਡਿਸਕਸ਼ਨ ਹੈ ਸਰ ਮੈਂ ਇਸ ਗੱਲ ਦੇ ਉੱਤੇ ਸ਼ੁਰੂ ਕੀਤੀ। ਅੱਜ ਮੈਨੂੰ ਥੋੜੀ ਜਿਹੀ ਮੇਰੇ ਘਰ ਦੇ ਵਿੱਚ ਬਿਜਲੀ ਦੇ ਮੀਟਰ ਦੀ ਪ੍ਰੋਬਲਮ ਹੋ ਗਈ ਸੰਧੂ ਸਾਹਿਬ, ਔਰ ਉਸ ਮੀਟਰ ਨੂੰ ਜਦੋਂ ਮੈਂ ਬਿਜਲੀ ਵਾਲੇ ਨੂੰ ਸੱਦ ਕੇ ਬੁਲਾਇਆ ਤਾਂ ਉਸ ਬਿਜਲੀ ਵਾਲੇ ਮੀਟਰ ਵਾਲੇ ਨੇ ਮੇਰੇ ਨਾਲ ਮਤਲਬ ਇੱਕ ਬਹੁਤ ਹੀ ਸੀਰੀਅਸ ਜਿਹਾ ਮਜ਼ਾਕ ਕਰਤਾ ਸੰਧੂ ਸਾਹਿਬ। ਇੱਕ ਤਾਂ ਬੰਦੇ ਦੀ ਗਰਮੀ ਹੋਵੇ ਤੇ ਬਿਜਲੀ ਗਈ ਹੋਵੇ, ਔਰ ਮੀਟਰ ਵਾਲਾ ਜਦੋਂ ਮੀਟਰ ਨੂੰ ਦੇਖਣ ਆਇਆ ਤਾਂ ਮੀਟਰ ਵਾਲਾ ਉਹਨੂੰ ਟੀਚਰ ਕਰੇ ਤਾਂ ਕਿੰਨੀ ਭੈੜੀ ਲੱਗਦੀ ਹੋਊਗੀ। ਭੁੱਲਰ ਸਾਹਿਬ ਸੰਧੂ ਸਾਹਿਬ ਮੇਰੇ ਨਾਲ ਦੋਨੋਂ ਉਹਨਾਂ ਨੇ ਇਹੋ ਜਿਹੀ ਕੀਤੀ। ਉਹ ਕਹਿੰਦੇ ਵੀਰ ਜੀ ਗੱਲ ਇਹ ਹੈ ਤੁਸੀਂ ਬੀਜੇਪੀ ਤੇ RSS ਵਾਲਿਆਂ ਨੂੰ ਬੁਲਾਓ, ਸੋਡਾ ਮੀਟਰ ਚਾਈਨੀਜ਼ ਹੈ, ਚਾਈਨੀਜ਼ ਚੀਜ਼ਾਂ ਦਾ ਆਪਾਂ ਬਾਈਕਾਟ ਕੀਤਾ ਵਾ, ਇਹਨੂੰ ਲਵਾਓ ਤੇ ਤਾਰਾਂ ਸਿੱਧੀਆਂ ਲਾਓ। ਰਮਣਾ ਸਾਹਿਬ ਜੀ ਇਹ ਤਾਂ ਉਹ ਹੋਈ ਕਿ ਕਿੱਲਾ ਖਾਨ ਨੂੰ ਬਾਂਦਰੀ ਤੇ ਟੰਬੇ ਖਾਨ ਨੂੰ ਰਿਚ। ਹਾਲਾਤ ਇਹ ਹੈ ਕਿ ਮੁਸੀਬਤ ਚੱਲਣੀ ਹੋਵੇ ਤੇ ਆਮ ਲੋਕ ਚੱਲਣ ਜੀ। ਤੇ ਜਿਨ੍ਹਾਂ ਨੇ ਬਾਈਕਾਟ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਪਾਬੰਦੀ ਦਾ ਐਲਾਨ ਕੀਤਾ, ਉਹ ਆਪਣੇ ਜਿਹੜੇ ਵੱਡੇ ਵਪਾਰਕ ਸੰਬੰਧ ਆ ਜਿਹੜੇ ਜਿਨ੍ਹਾਂ ਸਾਥੀਆਂ ਦੇ ਨਾਲ ਜੀ ਜੀ ਉਹਨਾਂ ਨੂੰ ਬੜੀਆਂ ਬੜੀਆਂ ਡੀਲਾਂ ਕਰਵਾਉਣ ਉਹਨਾਂ ਦੇ ਨਾਲ ਜੀ। ਇਹ ਸਾਰਾ ਸ਼ਗੂਫਾ ਜਿਹੜਾ ਰਮਾਣਾ ਸਾਹਿਬ ਜੀ। ਹੁਣ ਇੱਕ ਗੱਲ ਦੱਸੋ ਜੀ ਇਹ ਜਿਹੜੇ ਮੀਟਰ ਆ ਘਰਾਂ ਦੇ ਵਿੱਚ ਲੱਗੇ ਹੋਏ ਇਹ ਵੀ ਘਰਾਂ ਦੇ ਵਿੱਚ ਬਰਤਨ ਅਸੀਂ ਵਰਤਦੇ ਆ ਰਮਾਣਾ ਸਾਹਿਬ, ਕਦੀ ਖਿਆਲ ਨਾਲ ਦੇਖਿਓ ਜੀ ਉਹਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਚਾਈਨੀਜ਼ ਜਿਹੜਾ ਸਮਾਨ ਆ ਅਸੀਂ ਵਰਤਦੇ ਆ। ਬਿਲਕੁਲ ਜੀ। ਈਵਨ ਕਿ ਖਾਣ ਵਾਲੀਆਂ ਵਸਤੂਆਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਚਾਈਨੀਜ਼ ਜਿਹੜੇ ਹੈਗੇ ਆ। ਫਾਸਟ ਫੂਡ ਸਾਰਾ ਹੀ ਚਾਈਨਾ ਦਾ ਜੀ, ਫਾਸਟ ਫੂਡ ਟੋਟਲੀ ਚਾਈਨਾ ਦਾ ਜੀ। ਚਾਈਨਾ ਦਾ ਕੱਪੜੇ ਰਮਾਣਾ ਸਾਹਿਬ, ਫੋਨ, ਸਾਡੇ ਜਿੰਨਾ ਇਲੈਕਟ੍ਰੋਨਿਕ ਸਮਾਨ ਹੈਗਾ ਮਟੀਰੀਅਲ ਚਾਈਨਾ। ਦੀਵਾਲੀ ਵਾਲੇ ਦਿਨ ਜਿੰਨੀਆਂ ਲਾਈਟਾਂ ਲਾਉਣੇ ਸਾਰੀਆਂ ਚਾਈਨਾ ਦੀਆਂ। ਜਿਹੜੇ ਤੁਹਾਨੂੰ ਇਸ ਵੇਲੇ ਜੀਓ ਜਾਂ ਹੋਰ ਸਿਮ ਮਿਲ ਰਹੇ ਰਮਾਣਾ ਸਾਹਿਬ ਉਹ ਚਾਈਨਾ ਦੇ ਜੀ। ਤੇ ਤੁਹਾਡਾ ਮੀਟਰ ਜਿਹੜਾ ਆ ਉਹ ਹੁਣ ਇਹ ਗੱਲ ਤਾਂ ਇਹ ਆ ਕਿ ਤੁਸੀਂ ਤਾਂ ਜਾ ਕੇ ਕਹਿ ਦਿਓ ਵੀ ਹਾਂਜੀ ਬਿਲਕੁਲ ਉਹ ਡਿਊਟੀ ਉਹਨਾਂ ਨੇ ਟੀਚਰ ਜਿਹੜੀ ਆ ਉਹ ਬਿਲਕੁਲ ਇਸੇ ਤਰ੍ਹਾਂ ਦੀ ਹੀ ਚਾਹੀਦੀ ਸੀ। ਪਰ ਚਾਹੀਦੀ ਕਿਤੇ ਹੋ ਸਕਦਾ ਕਿ ਨਰਿੰਦਰ ਮੋਦੀ ਸਾਹਿਬ ਜਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਬੀਜੇਪੀ ਖਾਸ ਕਰਕੇ ਜਾਂ ਉਹਨਾਂ ਦੇ ਸੰਘ ਪਰਿਵਾਰ ਜਿੰਨਾ ਉਹਨਾਂ ਦੇ ਘਰਾਂ 'ਚ ਜਿੰਨਾ ਚਾਈਨੀਜ਼ ਸਮਾਨ ਆ ਉਹ ਉਹਨਾਂ ਨੇ ਜੇ ਕਿਤੇ ਸਿੱਖਿਆ ਹੋਵੇ, ਜੇ ਉਹਨਾਂ ਦਾ ਸਾਹਮਣੇ ਕੋਈ ਗੱਲ ਆਈ ਹੋਵੇ, ਸਿਰਫ ਤੁਹਾਨੂੰ ਹੀ ਇਹ ਸਾਰੀਆਂ ਸਲਾਹਾਂ ਦਿੱਤੀਆਂ ਜਾਣੀਆਂ। ਬਾਕੀ ਜਿਹੜੀ 56 ਇੰਚ ਵਾਲੀ ਛਾਤੀ ਆ ਉਹ ਸਿਰਫ ਤੇ ਸਿਰਫ ਤੁਹਾਡੀ ਚੈੱਕ ਕੀਤੀ ਜਾਣੀ ਆ। ਆਪ ਦੀ ਤਾਂ ਉਹਨਾਂ ਦੀ ਸਾਂਝ ਜਿਹੜੀ ਉਹ ਬਰਕਰਾਰ ਰਹਿਣੀ ਰਮਾਣਾ ਸਾਹਿਬ। ਬਾਕੀ ਜਿਹੜੇ 2 ਘੰਟਿਆਂ 'ਚ ਜਿਹੜਾ ਪਾਕਿਸਤਾਨ ਨੂੰ ਫੂਕਣ ਵਾਲੇ, ਪਾਕਿਸਤਾਨ ਨੂੰ ਤਬਾਹ ਕਰਨ ਵਾਲੇ ਅੱਜ ਆਰਮੀ ਦੇ ਵਿੱਚ ਮਾਵਾਂ ਦੇ ਪੁੱਤ ਮਰਵਾਈ ਜਾਂਦੇ ਆ, ਉਹ ਜਿਹੜੇ ਆ ਉਹਨਾਂ ਦੀ ਇਸ ਵੇਲੇ ਪਰਖ ਦੀ ਘੜੀ ਆ। ਉਹਨਾਂ ਨੂੰ ਭੇਜਣਾ ਚਾਹੀਦਾ। ਨਾਲੇ ਚਾਈਨਾ ਵਾਲੇ ਵੀ ਡਾਂਗਾ ਲੈ ਕੇ ਅੱਗੇ ਬੈਠੇ ਆ। ਇਹ ਵੀ ਡਾਂਗਾ ਦੀ ਬੜੀ ਟ੍ਰੇਨਿੰਗ ਫੇਸਬੁੱਕ ਤੇ ਪਾਈ ਹੁੰਦੀ ਹੈ ਜੀ। ਮਤਲਬ ਲੱਖਬਾਜ਼ ਜਿਹੜੇ ਉਹਨਾਂ ਦੇ ਉਹ ਭੇਜਣੇ ਚਾਹੀਦੇ ਆ। ਹਾਂ, ਜਿਨ੍ਹਾਂ ਦੀ ਫੇਸਬੁੱਕ ਤੇ ਰੋਜ਼ ਪਾਈ ਹੁੰਦੀ ਹੈ ਜੀ ਟ੍ਰੇਨਿੰਗ ਦੀ। ਬਿਲਕੁਲ ਜੀ, ਬੜੇ ਵੱਡੇ ਪੱਧਰ ਤੇ ਤਿਆਰੀ ਚੱਲਦੀ ਦਿਖਾਈ ਜਾਂਦੀ ਆ। ਡਰੋਨ ਜਿਹੜਾ ਕੈਮਰਾ ਆ ਉਹਦੇ ਨਾਲ ਬੜਾ ਵੱਡਾ ਕੈਂਪ ਦਿਖਾਇਆ ਜਾਂਦਾ, ਲੱਖਾਂ ਦੇ ਨਾਲ ਭਰਤੀ ਦਿਖਾਈ ਜਾਂਦੀ ਆ। ਤੇ ਯੋਧਿਆਂ ਨੂੰ ਕਦੋਂ ਪਰਖਣਾ ਤੇ ਜਾਂ ਦੇਸ਼ 'ਚ ਅੱਗ ਲਗਾਉਣ ਨੂੰ ਇਹ ਸਾਰੇ ਰੱਖੇ ਹੋਏ ਆ। ਲੋੜ ਹੈ ਉਹ ਜਿਹੜੇ ਸੂਰਮੇ ਆ ਉਹਨਾਂ ਨੂੰ ਬਾਰਡਰ ਤੇ ਭੇਜਿਆ ਜਾਵੇ ਜਾਂ ਫਿਰ ਉਹਨਾਂ ਦੇ ਘਰਾਂ 'ਚੋਂ ਸਮਾਨ ਚੱਕ ਕੇ ਜਿਹੜਾ ਆ ਉਹ ਸਰਕਾਰ ਜ਼ਬਤ ਕਰੇ ਕਿ ਚਾਈਨੀਜ਼ ਸਮਾਨ ਜਿਹੜਾ ਇਹਨਾਂ ਦੇ ਘਰ ਬਿਲਕੁਲ ਨਹੀਂ ਰਹੂਗਾ। ਨੇੜੇ ਸਮੁੰਦਰ ਵੀ ਹੈ ਜੀ, ਨੇੜੇ ਸਮੁੰਦਰ ਵੀ ਹੈ ਜੀ। ਤੇ ਬਾਕੀ ਤੁਹਾਡਾ ਜਿਹੜਾ ਮੀਟਰ ਆ ਉਹ ਵੀ
ਜਦੋਂ ਉਹਨਾਂ ਨੇ ਲਾਤਾ ਫਿਰ ਅਸੀਂ ਵੀ ਕਹਾਂਗੇ ਰਮਾਣਾ ਸਾਹਿਬ ਇਹ ਮੀਟਰ ਜਿਹੜਾ ਬਦਲ ਦਿਓ ਉਹ। ਹਾਂ ਮੈਂ ਹੁਣ ਭੁੱਲਰ ਸਾਹਿਬ ਗੱਲੇ ਨੂੰ ਚੱਲ ਵੜਦਾ ਜੀ। ਮੈਂ ਭੁੱਲਰ ਸਾਹਿਬ, ਮੈਂ ਨਾ ਤੁਹਾਨੂੰ ਇਹ ਜਿਹੜਾ ਸਵਾਲ ਪੁੱਛਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਰਾਜ ਦੇ ਵਿੱਚ ਘਰ ਘਰ ਨੌਕਰੀ ਦਾ ਵਾਅਦਾ ਸੀ ਜੀ, ਅੱਧੇ ਰੇਟ ਬਿਜਲੀ ਦੇ ਕਰਨ ਦਾ ਦਾਅਵਾ ਸੀਗਾ ਸਰ, ਸਭ ਨੂੰ ਸਮਾਰਟਫੋਨ ਦਾ ਦਾਅਵਾ ਸੀਗਾ। ਅੱਜ ਮੈਂ ਤੁਰਿਆ ਫਿਰਦਾ, ਜਦੋਂ ਸ਼ਾਮ ਨੂੰ ਤੁਰਿਆ ਮੈਂ ਤੇ ਮੇਰੇ ਫੋਨ ਦੀ ਬੈਟਰੀ ਡਾਊਨ ਹੋ ਗਈ ਸਰ। ਮੇਰਾ ਜਵਾਨ ਮੁੰਡਾ ਮੂਹਰੇ ਖੜਾ ਸੀਗਾ, ਕਹਿੰਦਾ ਰਮਾਣਾ ਸਾਹਿਬ ਹੁਣ ਤਾਂ ਤੁਸੀਂ ਪਾਵਰ ਬੈਂਕ ਲੈ ਲਓ। ਮੈਂ ਕਿਹਾ ਕਿਉਂ ਵੀ ਪਾਵਰ ਬੈਂਕ ਦੀ ਕੀ ਜ਼ਰੂਰਤ ਹੈਗੀ? ਕਹਿੰਦਾ ਨਹੀਂ ਲੈ ਲਓ, ਤੁਹਾਡੇ ਫੋਨ ਜ਼ਿਆਦਾ ਚੱਲਦਾ, ਕਹਿੰਦੇ ਇਹਦੀ ਬੈਟਰੀ ਡਾਊਨ ਹੋ ਗਈ। ਕਹਿੰਦਾ ਮੈਂ ਕਿਹਾ ਕਿਉਂ? ਮੈਂ ਨਹੀਂ ਯਾਰ, ਕਹਿੰਦਾ ਮੈਂ ਕਿਹਾ ਉਹ ਤਾਂ ਸਮਾਰਟਫੋਨ ਤਾਂ ਕੈਪਟਨ ਸਾਹਿਬ ਨੇ ਵੀ ਦੇਣਾ ਇੱਕ, ਮੈਂ ਕਿਹਾ ਉਹ ਆ ਜਾਊਗਾ, ਉਹਦੇ ਨਾਲ 2 ਹੋ ਜਾਣਗੇ, ਵਧੀਆ ਚੱਲ ਜੂਗਾ। ਕਹਿੰਦਾ ਹੁਣ ਵੀਰ ਜੀ ਭੁੱਲ ਜਾਓ। ਕਹਿੰਦਾ ਕਿਉਂ? ਕਹਿੰਦਾ ਚਾਈਨਾ ਤੋਂ ਸਮਾਨ ਲਿਆਉਣਾ ਨਹੀਂ, ਆਰਡਰ ਚਾਈਨਾ ਦਾ ਹੈਗਾ, ਸਮਾਰਟਫੋਨ ਵਾਲਾ ਕੰਮ ਤਾਂ ਹੋ ਗਿਆ ਤੁਹਾਡਾ ਖਤਮ। ਸੁਣ ਭੁੱਲਰ ਸਾਹਿਬ, ਮੇਰੇ ਨਾਲ ਧੱਕਾ ਹੋਇਆ ਕਿ ਨਹੀਂ? ਮੈਂ ਵੋਟ ਵੀ ਪਾਈ, ਮੈਨੂੰ ਸਮਾਰਟਫੋਨ ਦਾ ਵਾਅਦਾ ਵੀ ਸੀ, ਸੱਚੀ ਮੁੱਚੀ ਮੇਰੇ ਨਾਲ ਭੈੜੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਟਿੱਚਰ ਨਹੀਂ ਕੀਤੀ ਜੀ? ਨਹੀਂ, ਪਹਿਲੀ ਵਾਰੀ ਹੋਈ ਨਾ ਅੱਜ ਮੈਨੂੰ ਮਹਿਸੂਸ ਹੋਈ ਨਾ ਜਦੋਂ ਮੇਰਾ ਫੋਨ ਨਹੀਂ ਸੀ ਚੱਲ ਰਿਹਾ। ਗੱਲ ਇਹ ਆ, ਜਦੋਂ ਤੁਹਾਨੂੰ ਮਹਿਸੂਸ ਅੱਜ ਹੋ ਗਈ, ਉਹ ਜਿਵੇਂ ਦੇ ਦੇਰ ਹੈ ਦਰੁਸਤ ਹੈ, ਤੁਹਾਨੂੰ ਪਤਾ ਲੱਗ ਗਿਆ। ਇਹ ਤਾਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਨਾ ਉਦੋਂ ਤੋਂ ਹੁੰਦਾ ਆ ਜੀ। ਉਹ ਘਰਾਣੇ ਹੀ ਨੇ ਜਿਹੜੇ ਉਹ ਪਰਲੇ ਪਾਸੇ ਵੀ ਰਾਜ ਕਰਦੇ ਸੀ ਤੇ ਉਰਲੇ ਪਾਸੇ ਵੀ ਰਾਜ ਕਰਦੇ। ਅੱਛਾ। ਇਹਨਾਂ ਨੇ ਉਦੋਂ ਵੀ ਲਾਰੇ ਲਾਉਂਦੇ ਸੀ, ਉਦੋਂ ਵੀ ਇਹਨਾਂ ਦੇ ਜਦੋਂ ਮੈਂ ਠਰਾਓ ਜਾਂ ਤਰਾਓ ਜਿਹੜਾ ਹੁੰਦਾ ਸੀ ਨਾ, ਉਹ ਬ੍ਰਿੰਗਮ ਪੈਲਸ ਵਿੱਚ ਹੁੰਦਾ ਸੀ। ਹਾਂਜੀ, ਤੇ ਹੁਣ ਵੀ ਹੁੰਦਾ ਹੈ ਜੀ। ਇਸ ਕਰਕੇ ਇਹਨਾਂ ਨੂੰ ਗਰੀਬ ਨਹੀਂ ਦਿਖਦੇ ਹੁੰਦੇ। ਗਰੀਬ ਦੀ ਗੱਲ ਜਿਵੇਂ ਮੈਨੇ ਕਿ ਉਹ ਉੱਥੇ ਗਿਰੇਗੀ। ਇਹ ਗੱਲ ਤਾਂ ਇਹ ਆ ਕਿ ਪਿਛਲਾ ਜਿਹੜਾ ਜਿਵੇਂ ਮੈਨੇ ਪੀਠਾ ਦਾ ਢਾਲਿਆ ਨਹੀਂ ਜਦ ਨਵਾਂ ਤੁਰ। ਬਹੁਤ ਵਧੀਆ ਗੱਲ ਹੈ ਜੀ। ਠੀਕ ਹੈ, ਬਿਲਕੁਲ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਠੀਕ ਹੈ ਸਰ ਗੱਲ, ਮਤਲਬ ਪਰ ਮੈਨੂੰ ਇਹ ਲੱਗਦਾ ਹੈਗਾ ਕਿ ਸਰ ਮੇਰੇ ਨਾਲ ਤਾਂ ਟੀਚਰ ਹੋ ਗਈ, ਮੇਰੇ ਨਾਲ ਪੰਜਾਬ ਦੇ ਮੇਰਾ ਖਿਆਲ ਵੀ 90% ਲੋਕਾਂ ਦੇ ਨਾਲ ਟੀਚਰ ਹੋ ਗਈ ਸਰ ਕੈਪਟਨ ਸਾਹਿਬ ਦੇ। ਇੱਕ ਜਾਣੇ ਤਾਂ ਨਹੀਂ ਵੀ ਇਹ ਸਾਰਾ ਚਾਈਨਾ ਦੇ ਨਾਲ ਬੰਦ ਕਰਨ ਦਾ ਇਹੀ ਸੀਗਾ ਵੀ ਹੁਣ ਸਮਾਰਟਫੋਨ ਦੇ ਨਹੀਂ ਸਕਦੇ ਕਿ ਆਪਾਂ ਚਾਈਨਾ ਨਾਲ ਇਹੋ ਜਿਹਾ ਕੁਛ ਕਰ ਦਈਏ ਕਿ ਆਪਾਂ ਚਾਈਨਾ ਦਾ ਸਮਾਨ ਹੀ ਬੰਦ ਕਰ ਦਿੰਦੇ, ਨਾਲੇ ਵਾਅਦੇ ਤੋਂ ਬਚ ਜਾਵਾਂਗੇ ਸਾਰਿਆਂ ਤੋਂ। ਭੁੱਲਰ ਸਰ ਨਹੀਂ ਜੀ, ਇਹ ਤਾਂ ਕਿਵੇਂ ਇਹਨਾਂ ਨੇ ਉਹ ਗੱਲ ਹੋਰ ਬਣ ਗਈ। ਉਹ ਕੁੱਬੇ ਦੀ ਵਰਗੀ ਸੁਗਮ ਬਣਾਉਂਦਾ ਹੈ, ਇਹਨਾਂ ਦਾ ਕੁਦਰਤੀ ਹੋ ਗਿਆ। ਇਹਨਾਂ ਨਾਲ ਜੋੜ ਮੇਲ ਕੋਈ ਨਹੀਂ ਸੀ। ਇਹ ਤਾਂ ਕਰੋਨਾ ਨਾਲ ਜੋੜੀ ਜਾਂਦੀ ਸੀ, ਤੇ ਕਰੋਨਾ ਆ ਗਿਆ ਇਹਨਾਂ ਦਾ ਜੋ ਇਹ ਨਾ ਕਰੋਗੇ ਇਹਦੇ ਕਰਕੇ ਹੋਇਆ। ਉਹ ਜਿਹੜਾ ਮਸਲਾ ਹੈ ਅਸਲ ਵਿੱਚ ਇਹ ਕਿ ਵੇਖੋ ਭਾਈ, ਥੋੜਾ ਜਿਹਾ ਨਸੂਰ ਜਾਂ ਥੋੜਾ ਜ਼ਖਮ ਹੁੰਦਾ ਨਾ ਮੇਰੇ ਸਿਰ ਇਲਾਜ ਕਰ ਲਈਏ ਨਾ ਤੇ ਸਾਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪਰ ਆਮ ਸਾਡੀ ਪੰਜਾਬੀ ਦੀ ਬੋਲੀ ਦੇ ਵਿੱਚ ਕਿਹਾ ਜਾਂਦਾ ਜੇ ਜ਼ਖਮ ਕਾਣਾ ਪੈ ਜੇ ਨਾ ਤਾਂ ਬਚਾਉਣ ਵਿੱਚ ਬਹੁਤ ਟਾਈਮ ਲੱਗਦਾ। ਹੁਣ ਇਹ ਜ਼ਖਮ ਪੈ ਗਿਆ ਕਾਣਾ, ਤੇ ਉਹਦਾ ਜਿਹੜਾ ਖਮਿਆਜਾ ਅਸੀਂ ਅੱਜ ਭੁਗਤ ਰਹੇ ਹਾਂ ਕਿ ਜਿਹੜੇ ਸਾਡੇ 20 ਯੋਧੇ ਜਿਹੜੇ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਬਾਰਡਰ ਤੇ, ਜੇ ਇਹਨੂੰ ਟਾਈਮ ਸਿਰ ਸਮੇਟਿਆ ਜਾਂਦਾ ਨਾ ਜੇ ਅਸੀਂ ਨਾ ਪੀਂਘਾਂ ਝੂਟਦੇ, ਨਾ ਇਸ ਤਰ੍ਹਾਂ ਦੇ ਇੰਨੇ ਗੂੜੇ ਵਿਸ਼ਵਾਸ ਕਰਦੇ ਤਾਂ ਇਹ ਸਾਨੂੰ ਸਥਿਤੀ ਨਹੀਂ ਵੇਖਣੀ ਪੈਣੀ ਸੀ। ਕਹਿਣ ਨੂੰ ਤਾਂ ਲੋਕ ਕਹਿੰਦੇ ਨੇ ਪੈ, ਪਰ ਮੈਂ ਜਿੰਨੇ ਕੁ ਬੁੱਧੀ ਜੀਵਨ ਨਾਲ ਮੇਰੇ ਵਿਚਾਰ ਵਟਾਂਦਰੇ ਸਾਂਝੇ ਹੁੰਦੇ ਰਹਿੰਦੇ ਨੇ, ਪਤਾ ਲੱਗਦਾ ਹੈ ਪਿਆ ਕਿ ਜਿਹੜਾ ਇਹ ਕਹਿੰਦੇ ਨੇ ਸਨ 95 ਦੇ ਵਿੱਚ ਆਹ ਸਮਝੌਤਾ ਆ, ਦੂਜਾ ਸਮਝੌਤਾ ਆ। ਸਮਝੌਤਾ ਉਦੋਂ ਹੈ ਜਦੋਂ ਅਗਲਾ ਸਾਨੂੰ ਕੁਝ ਮਾਰਦਾ ਨਹੀਂਗਾ, ਪਰ ਜੇ ਸਾਡੀ ਜਾਨ ਨੂੰ ਖਤਰਾ ਸਾਡਾ ਸਮਝੌਤਾ ਉਦੋਂ ਟੁੱਟ ਜਾਂਦਾ। ਹੁਣ ਅਸੀਂ ਕਹਿੰਦੇ ਆ ਪੈ ਕਿ ਇਹ ਸਮਝੌਤੇ ਸਾਰੇ ਜਿਹੜੇ ਪਿਛਲੇ ਅਸੀਂ ਰੱਦ ਕਰ ਦਿੱਤੇ ਨੇ ਔਰ ਫੁੱਲ ਛੁੱਟੀ ਦੇ ਦਿੱਤੀ ਜੀ। ਜਦੋਂ ਬੰਨ ਹੀ ਟੁੱਟ ਗਿਆ ਜੀ ਤਾਂ ਉਦੋਂ ਬਾਅਦ ਤੁਸੀਂ ਖੁੱਲ ਛੁੱਟੀ ਦੇ ਦੇ ਪਏ। ਜਦੋਂ ਬੰਨ ਵੱਜਾ ਸੀ ਉਹਦੇ ਉੱਤੇ ਹੋਰ ਮਿੱਟੀ ਪਾਉਣ ਦੀ ਗੱਲ ਕਰਨੀ, ਉਦੋਂ ਸਾਰਨ ਦੀ ਗੱਲ ਕਰਨੀ ਜੋ ਟੁੱਟਦਾ ਹੀ ਨਾ ਜੀ। ਗੱਲ ਤਾਂ ਰਮਾਣਾ ਸਾਹਿਬ ਇਹ ਚੀਜ਼ ਦੀ ਹੈ ਕਿ ਇਹ ਕਹਿੰਦੇ ਨੇ ਕਿ ਮਨਮੋਹਨ ਸਿੰਘ ਸਰਕਾਰ ਜਿਹੜੀ ਸੀ ਉਹਦੇ ਟਾਈਮ ਇਹ ਦਖਲਅੰਦਾਜ਼ੀਆਂ ਸੁਣਾਉਂਦੀਆਂ ਰਹੀਆਂ। ਜਦੋਂ ਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਔਰ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਕਿਸੇ ਪ੍ਰਕਾਰ ਦੀ ਇਸ ਤਰ੍ਹਾਂ ਦਖਲਅੰਦਾਜ਼ੀ ਜਾਂ ਏਰੀਆ ਅੱਗੇ ਇਹਨਾਂ ਨਹੀਂ ਮਤਲਬ ਮੱਲਿਆ। ਉੱਥੇ ਇਹ ਸੀ ਕਿ ਜਿਹੜੇ ਏਰੀਏ ਤੁਸੀਂ ਪੈਟਰੋਲਿੰਗ ਕਰਦੇ ਤੁਸੀਂ ਕੀਤੀ ਜਾਓ, ਜਿਹੜੇ ਏਰੀਏ ਅਸੀਂ ਕਰਦੇ ਅਸੀਂ ਕੀਤੀ ਜਾਏ। ਪਰ ਹੁਣ ਜਿਹੜੀ ਆ ਸਥਿਤੀ ਆਈ ਹੈ ਨਾ, ਇਹ ਰਮਾਣਾ ਸਾਹਿਬ ਜਿਵੇਂ ਕਹਿੰਦੇ ਨੇ ਮੈਂ ਹੋਰ ਪਾਸੇ ਨੂੰ ਤੁਸੀਂ ਮੈਨੂੰ ਦੇ ਤੁਰ ਪਿਆ, ਇਹ ਨਵੀਂ ਸਥਿਤੀ ਹੈ ਔਰ ਇਹਨਾਂ ਨੂੰ ਆਪ ਨਜਿੱਠਣੀ ਚਾਹੀਦੀ ਵੀ ਜਿਹਨੂੰ ਇਹ ਵਧਾਉਂਦੇ ਨੇ ਤੇ ਉਹਦਾ ਖਿਆਜਾ ਆਪ ਜਿਹੜਾ ਹੈ। ਕਾਰਨ ਇਹ ਆ ਜਦੋਂ ਪਾਰਲੀਮੈਂਟ ਦੇ ਵਿੱਚ ਬੋਲਿਆ ਗਿਆ ਸੀ ਨਾ ਕਿ ਅਸੀਂ ਜਿਹੜਾ
ਜਿਹੜਾ ਆਪਣਾ ਜੁਗਰ ਵਗੈਰਾ ਤੇ ਨਾਲ ਦਾ ਏਰੀਆ ਦੇ ਨਾਲ ਜਿਹੜਾ ਕਿਹਾ ਸੀ ਵੀ ਜਿਹੜਾ ਚੀਨ ਕਿਹੜੀ ਕਹਿੰਦੇ ਕੀ ਕਹਿੰਦੇ ਨੇ ਜਿਹੜਾ ਸਕਾਈ ਸਿੰਘ ਜਿਹਨੂੰ ਆਦੇ ਏਰੀਆ ਜਿਹੜਾ ਹੈ ਉਹ ਵੀ ਸਾਡਾ ਹੈ, ਅਸੀਂ ਉਹ ਵੀ ਲਵਾਂਗੇ। ਜੀ ਜੀ ਜੀ। ਗੱਲ ਜਦੋਂ ਤੁਸੀਂ ਲੈਣਾ ਹੈ ਉਦੋਂ ਤੁਸੀਂ ਕਹਿ ਦਿਆ ਜੇ। ਜੀ ਜੀ। ਜਦੋਂ ਲੈ ਲਓਗੇ ਉਦੋਂ ਪਹਿਲੋਂ ਕਹਿਣ ਦੀ ਕੀ ਲੋੜ ਹੈ? ਅਗਲੇ ਨੂੰ ਮਤਲਬ ਸੁਚੇਤ ਕਰਨਾ, ਮੈਂਟਲੀ ਪ੍ਰਪੇਅਰ ਕਰ ਰਹੇ ਜੀ ਉਹਨੂੰ, ਮਤਲਬ ਕਰਕੇ ਮੈਂਟਲੀ ਪ੍ਰਪੇਅਰ ਕਰਨਾ। ਇਹ ਜਿਹੜੀਆਂ ਕੂੜਨੀਤੀਆਂ ਹੁੰਦੀਆਂ ਨੇ ਆਮ ਦੇ ਵਾਪੀ ਗੱਲ ਨਹੀਂ ਹੁੰਦੀ ਰਵਾਣਾ ਸਾਹਿਬ। ਕਹਿਣ ਨੂੰ ਕਹਿ ਦੇਣਾ, ਇਹ ਮਜ਼ਾਕ ਨਹੀਂ ਹੁੰਦੇ ਕਿਸੇ ਵੀ ਦੇਸ਼ ਨੂੰ। ਜੋ ਗੱਲ ਕਰਦੇ ਜੇ ਇਹ ਫਰਜ਼ ਕੀਤਾ ਹੁਣ ਜਿਹੜੇ ਜਦੋਂ ਆਪਣੀ ਪਾਰਟੀਆਂ ਦੀ ਮੀਟਿੰਗ ਬੁਲਾਈ ਸੀ ਤਾਂ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਰੱਖੇ, ਉਹਨਾਂ ਵਿਚਾਰਾਂ ਨੂੰ ਵਿਦਨ ਫਿਊ ਸੈਕਿੰਡ ਉਹਨਾਂ ਉਹਦੇ ਚਾਈਨੀਜ਼ ਵਿੱਚ ਟ੍ਰਾਂਸਲੇਟ ਕਰਕੇ ਤੇ ਸਾਬਤ ਕਰ ਦਿੱਤਾ, ਦੁਨੀਆ ਦੇ ਸਾਹਮਣੇ ਰੱਖ ਦਿੱਤਾ ਕਿ ਅਸੀਂ ਤਾਂ ਕਿੰਨੀ ਦਖਲਅੰਦਾਜ਼ੀ ਉਹਨਾਂ ਦੀ। ਜੀ 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 ਬਿਲਕੁਲ ਬਿਲਕੁਲ। ਆ ਬੈਰ ਮੁਝੇ ਮਾਰ, ਕੋਈ ਵੀ ਗੱਲ ਕਰਨੀ ਚਾਹੀਦੀ ਪਹਿਲੋਂ ਜਿਵੇਂ ਇਹਨੇ ਸੋਚੋ ਤੇ ਫਿਰ ਬੋਲਣ ਦੀ ਗੱਲ ਕਰਨੀ, ਪਹਿਲਾਂ ਤੋਲਣਾ ਤੇ ਫਿਰ ਬੋਲਣਾ। ਪਰ ਜੇ ਅਸੀਂ ਬਿਨਾਂ ਗੱਲਬਾਤ ਤੋਂ ਬਿਨਾਂ ਉਹਦੀ ਦੂਰਦੇਸ਼ੀ ਨੂੰ ਵੇਖਦੇ ਹੋਏ ਤੇ ਇਹ ਗੱਲ ਕਰ ਦਿੰਦੇ ਹਾਂ, ਸਾਨੂੰ ਲੈਣੇ ਤੇ ਦੇਣੇ ਪੈ ਜਾਂਦੇ ਨੇ। ਸਪਸ਼ਟੀਕਰਨ ਭਾਵੇਂ ਕਿ ਨਹੀਂ ਦਿੱਤੀ ਗਈ ਹੈ, ਪਰ ਜਿਹੜੀ ਮੀਡੀਆ ਦੀ ਗੱਲ ਚਲਾਈ ਹੈ, ਮੀਡੀਆ ਦਾ ਕੀ ਕਵਾਮ ਛੁੱਟ ਗਿਆ ਨਾ, ਉਹਨੂੰ ਵਾਪਸ ਲਿਆਉਣਾ ਬਹੁਤ ਮੁਸ਼ਕਿਲ ਹੁੰਦਾ ਰਮਣਾ ਸਾਹਿਬ। ਬਿਲਕੁਲ ਬਿਲਕੁਲ ਜੀ। ਚਲੋ ਹੁਣ ਆਪਾਂ ਆਪਦੇ ਮੁੱਦੇ ਵੱਲ ਨੂੰ ਆਈਏ ਸਰ। ਸੰਧੂ ਸਾਹਿਬ ਵੀ ਆਪਣੇ ਨਾਲ ਨੇ, ਥੋੜਾ ਜਿਹਾ ਸਮਾਂ ਸੰਧੂ ਸਾਹਿਬ ਕੋਲੇ ਕਹਿੰਦੇ ਸੀ ਅੱਧਾ ਕੁ ਘੰਟਾ ਮੈਂ ਦਿਲਾ ਸਕਦਾ ਕਿ ਹੋਰ ਵੀ ਜ਼ਿੰਮੇਵਾਰੀਆਂ ਨੇ ਉਹਨਾਂ ਦੇ। ਸੰਧੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਸਾਹਿਬ ਪੰਜਾਬ ਦੇ ਵਿੱਚ ਉਥਲ ਪੁਥਲ ਹੋ ਰਹੀ ਹੈ। ਉਥਲ ਪੁਥਲ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਦੇ ਵੋਟਰ ਵੱਡੇ ਸਵਾਲ ਉਠਾ ਰਹੇ ਨੇ। ਵਾਅਦੇ ਬਹੁਤ ਵੱਡੇ ਕੀਤੇ ਗਏ ਸੀ, ਕਿਉਂਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਜੀ ਸੀ ਜੀ ਜੁਮਲਾ ਮਾਸਟਰ, ਉਹਨਾਂ ਨੇ ਪੂਰੇ ਖੂਬ ਜੁਮਲੇ ਜਿਹੜੇ ਕਾਂਗਰਸ ਨੂੰ ਦਿੱਤੇ ਜਿਹਦੇ 'ਚ ਪੰਜਾਬ ਦਾ ਵੋਟਰ ਫਸਿਆ। ਔਰ ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਅਕਸ਼ ਨੂੰ ਵੀ ਕਾਫੀ ਪੰਜਾਬ ਦੇ ਵਿੱਚ ਵੋਟਾਂ ਪਈਆਂ ਸੀ। ਇਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਗਾ ਸਰ। ਪਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਹੁਣ ਕਹਿ ਰਹੇ ਨੇ ਕਿ 92% ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਚੁੱਕੇ ਹਾਂ। ਤੁਹਾਡੇ ਸਾਹਮਣੇ ਉਹ ਕਿਉਂਕਿ ਪਾਰਟੀ ਹਾਈ ਕਮਾਂਡ ਪੰਜਾਬ ਦੇ ਵਿੱਚ ਮੰਤਰੀ ਮੰਡਲ 'ਚ ਫੇਰ ਬਦਲ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਚਿਹਰੇ ਨੂੰ ਥੋੜਾ ਜਿਹਾ ਮੇਰਾ ਖਿਆਲ ਅੱਗੇ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਮੀਰਾ ਕੁਮਾਰੀ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਨੇ ਗੱਲ ਕੀਤੀ। ਜਾਖੜ ਸਾਹਿਬ ਉਹਨਾਂ ਨਾਲ ਕੋਲੇ ਗਏ, ਉਹਨਾਂ ਨਾਲ ਗੱਲ ਕੀਤੀ ਆ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਸਾਰੇ ਵਿਧਾਇਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਹਾਈ ਕਮਾਂਡ ਨਾਲ ਗੱਲਬਾਤ ਕੀਤੀ ਗਈ ਹੈਗੀ। ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੋ ਅੱਜ ਹਾਲਾਤ ਨੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਸਾਹਮਣੇ, ਉਹ ਪੰਜਾਬ ਦੇ ਲੋਕਾਂ ਦੇ ਤੋਂ ਨਾਰਾਜ਼ਗੀ ਸਹਿ ਰਹੇ ਨੇ। ਜੋ ਉਹਨਾਂ ਨੇ 3 ਸਾਲ ਸਵਾ 3 ਸਾਲ ਦਾ ਇਹ ਜਿਹੜਾ ਪੀਰੀਅਡ ਹੈ, ਇਸ ਦੇ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸੀ। ਲੋਕ ਉਹਨਾਂ ਦੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਹਿੰਦੇ ਨੇ ਕਿ ਅਸੀਂ 92% ਪੂਰੇ ਕਰ ਦਿੱਤੇ ਨੇ, ਤੇ ਲੋਕ 2% ਨੂੰ ਵੀ ਸਵੀਕਾਰ ਕਰਨ ਨੂੰ ਤਿਆਰ ਨੇ। 92 ਨੂੰ ਤਾਂ ਛੱਡ ਦਿੱਤਾ ਜਾਵੇ। ਉਹਨਾਂ ਦੇ ਆਪ ਦੇ ਵਿਧਾਇਕ ਉਹਨਾਂ ਦੇ ਸਵਾਲ ਕਰ ਰਹੇ ਨੇ, ਉਹਨਾਂ ਦੇ ਕੈਬਨਿਟ ਮੰਤਰੀ ਉਹਨਾਂ ਦੇ ਉੱਤੇ ਸਵਾਲ ਕਰ ਰਹੇ ਨੇ, ਉਹਨਾਂ ਦੇ MP ਉਹਨਾਂ ਦੇ ਉੱਤੇ ਸਵਾਲ ਕਰ ਰਹੇ ਨੇ, ਰਾਜ ਸਭਾ ਵਾਲੇ ਬਾਜਵਾ ਸਾਹਿਬ, ਉਹਨਾਂ ਦੇ ਚੇਅਰਮੈਨ ਲਾਲ ਸਿੰਘ ਉਹ ਸਵਾਲ ਕਰ ਰਹੇ ਨੇ, ਪੰਜਾਬ ਦੇ ਲੋਕ ਸਵਾਲ ਕਰ ਰਹੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਸ ਹਾਲਤ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਸਾਹਿਬ ਹੈ, ਭਾਵੇਂ ਕਿ ਉਹਨਾਂ ਦੀ ਹਾਈ ਕਮਾਂਡ ਇਸ ਸਮੇਂ ਦੇ ਉੱਤੇ ਬਿਲਕੁਲ ਹਾਸ਼ੀ ਦੇ ਉੱਤੇ ਜੋ ਉਹਨਾਂ ਦੀ ਫੇਵਰ 'ਚ ਬਹਿੰਦੀ ਹੈ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ, ਤੁਹਾਨੂੰ ਲੱਗਦਾ ਹੈ ਕਿ ਹੁਣ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ 2022 ਦੇ ਵਿੱਚ ਆਪਦੀ ਹੋਂਦ ਬਚਾਉਣ ਦੇ ਲਈ ਕੁਝ ਤਬਦੀਲੀਆਂ ਕਰੂਗੀ, ਜਾਂ ਕੈਪਟਨ ਅਮਰਿੰਦਰ ਸਿੰਘ ਦਾ ਕਮਜ਼ੋਰ ਹਾਈ ਕਮਾਂਡ ਦੇ ਸਾਹਮਣੇ ਦਬਦਬਾ ਜਾਰੀ ਰਹੂਗਾ ਔਰ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਨਿਭਾਉਣ ਦੇ ਵਿੱਚ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਅਗਲਾ ਪੀਰੀਅਡ ਵੀ ਹੈ ਸਿਰਫ ਜੁਮਲਿਆਂ ਨਾਲ ਹੀ ਗੁਜ਼ਾਰਾ ਕਰਨਾ ਪਊਗਾ? ਕੀ ਸੋਚਦੇ ਹੋ ਤੁਸੀਂ? ਰਵਾਣਾ ਸਾਹਿਬ, ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਵੇਲੇ ਘਿਰੇ ਹੋਏ ਆ, ਹਾਲਾਤ ਬੜੇ ਮੁਸ਼ਕਲ ਲੱਗਦੇ ਆ। ਆਬਕਾਰੀ ਵਿਭਾਗ ਦਾ ਇੱਕ ਵੱਡਾ ਮੁੱਦਾ ਉਹਨਾਂ ਦੇ ਸਾਹਮਣੇ ਸ਼ਮਸ਼ੇਰ ਸਿੰਘ ਦੁੱਲੋ ਹੁਣਾਂ ਨੇ ਚੱਕਿਆ। ਸਮੇਂ ਨਵਜੋਤ ਸਿੱਧੂ ਜਿਹੜੇ ਹਾਲਾਂਕਿ ਲੰਬੇ ਸਮੇਂ ਉਹਨਾਂ ਨੇ ਚੁੱਪ ਜਿਹੜੀ ਆ ਉਹ ਧਾਰੀ ਹੋਈ ਆ, ਪਰ ਕਿਤੇ ਨਾ ਕਿਤੇ ਉਹਨਾਂ ਦੀ ਚੁੱਪ ਵੀ ਬਹੁਤ ਵੱਡੇ ਸਵਾਲ ਪੈਦਾ ਕਰਦੀ ਆ ਔਰ ਹਾਈ ਕਮਾਂਡ ਦੇ ਦਿਮਾਗ ਦੇ ਵਿੱਚ ਬਹੁਤ ਵੱਡੀ ਸਟ੍ਰਾਈਕ ਕਰ ਰਹੀ ਹੈ ਇਸ ਵੇਲੇ। ਜਿਸ ਤਰ੍ਹਾਂ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਹੈ ਜੀ, ਹੁਣ ਭਾਵੇਂ ਕੁੱਬੇ ਦੀ ਗੱਲ ਵਾਲੀ ਜਿਹੜੀ ਉਹਨਾਂ ਨੇ ਕੀਤੀ ਹੈ ਵੀ ਕੁੱਬੇ ਦੇ ਵਿੱਚ ਦੀ ਲੱਤ ਤੇ ਕੁੱਬੇ ਨੂੰ ਰਾਸ ਆ ਗਈ, ਕੁੱਬੇ ਦਾ ਕੁੱਬ ਨਿਕਲ ਗਿਆ ਜੀ ਜੀ, ਉਹ ਬਿਲਕੁਲ ਇਸ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਹੀ ਬਚਾ ਰਹੀਆਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ
ਜੀ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਕੋਈ ਏਡੇ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਮਨ ਸਾਹਿਬ ਜੀ। ਹਾਲਾਤ ਚੱਲਦੇ ਜਿਹੜੇ ਆ ਉਹ ਸਾਹਮਣੇ ਆ ਸਾਰੀ ਦੁਨੀਆ ਦੇ, ਚਾਹੇ ਪੰਜਾਬ ਵਿੱਚ ਹੜ੍ਹਾਂ ਦੀ ਗੱਲ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਦੋਸ਼ੀਆਂ ਨੂੰ ਸਜ਼ਾ ਕਰਾਉਣ ਦੀ ਹੋਵੇ, ਚਾਹੇ ਸਮਾਰਟਫੋਨ ਦੇਣ ਦੀ ਗੱਲ ਹੋਵੇ, ਚਾਹੇ ਸਿੱਖਿਆ ਦਾ ਪੱਧਰ ਜਿਹੜਾ ਡਿੱਗ ਰਿਹਾ ਉਹਨੂੰ ਜਿਹੜਾ ਆਪਣੀ ਜਗ੍ਹਾ ਤੇ ਲਿਆਉਣ ਦੀ ਗੱਲ ਹੋਵੇ, ਚਾਹੇ ਖਜ਼ਾਨੇ ਨੂੰ ਭਰਨ ਦੀ ਗੱਲ ਹੋਵੇ, ਚਾਹੇ ਆਮ ਪਰਿਵਾਰਾਂ ਨੂੰ ਮਿਲਦੇ ਰਾਸ਼ਨ ਦੀ ਗੱਲ ਹੋਵੇ, ਜਿਹੜੀ ਸਾਰੇ ਕੰਮ ਦੇ ਵਿੱਚ ਲੇਟ ਲਤੀਫੀ ਆ ਉਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਬਹੁਤ ਵੱਡੀ ਸਿਰਦਰਦੀ ਬਣਦੀ ਜਾ ਰਹੀ ਆ। ਔਰ ਉਸ ਤੋਂ ਬਾਅਦ ਜਿਹੜੀ ਮਹਿੰਗੀ ਬਿਜਲੀ ਆ ਉਹ ਬਹੁਤ ਵੱਡਾ ਗਲੇ ਦਾ ਫੰਦਾ ਬਣ ਜਾ ਰਿਹਾ। ਔਰ ਜਿਹੜੀ ਇਹਨਾਂ ਨੇ ਥਰਮਲ ਪਲਾਂਟ ਚਲਾਉਣ ਦੀ ਗੱਲ ਕੀਤੀ ਸੀ ਉਹਨਾਂ ਨੂੰ ਵੇਚਣ ਦਿਓ, ਜ਼ਮੀਨ ਵੇਚਣ ਦੀ ਜਦੋਂ ਨੌਬਤ ਆ ਗਈ ਰਮਨ ਸਾਹਿਬ, ਫਿਰ ਤਾਂ ਬੜੀ ਇਹਨਾਂ ਵਾਸਤੇ ਇਹਨਾਂ ਦਾ ਇੱਕ ਮੈਨੂੰ ਲੱਗਦਾ ਕਿ ਬਹੁਤ ਘੱਟ ਵਾਅਦੇ ਆ ਜਿਹੜੇ ਉਹ ਪੂਰੇ ਕਰਨ ਦੇ ਕਾਮਯਾਬ ਹੋਣਗੇ। ਇਹੀ ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਵੇਲੇ ਵੱਡੀ ਮੁਸੀਬਤ ਘਿਰਦੇ ਦਿਖਾਈ ਦੇ ਰਹੇ ਆ। ਔਰ ਬਾਗੀ ਸੁਰਾਂ ਜਿਹੜੀਆਂ ਉਹਨਾਂ ਦੇ ਘਰ ਚੋਂ, ਉਹਨਾਂ ਦੀ ਪਾਰਟੀ ਚੋਂ, ਉਹਨਾਂ ਦੇ ਮੰਤਰੀ ਜਿਹੜੇ ਸਾਥੀ ਆ ਉਹਨਾਂ ਦੇ ਵਿੱਚੋਂ ਉੱਠਦੀਆਂ ਨਜ਼ਰ ਆ ਰਹੀਆਂ ਔਰ ਬੜੇ ਬੜੇ ਐਲੀਗੇਸ਼ਨਾਂ ਦੇ ਘਿਰਦੇ ਨਜ਼ਰ ਆ ਰਹੇ। ਕੈਪਟਨ ਅਮਰਿੰਦਰ ਸਿੰਘ ਹੁਣੀ ਵੱਡੇ ਆਰੋਪ ਲੱਗ ਰਹੇ ਆ, ਵੱਡੇ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ 2022 ਜਿਹੜਾ ਉਹ ਕਾਂਗਰਸ ਵਾਸਤੇ ਜੇਕਰ ਉਹ ਆਪਣੀ ਸੀਨੀਅਰ ਲੀਡਰਸ਼ਿਪ ਔਰ ਪੰਜਾਬ ਦੇ ਚਿਹਰੇ ਨੂੰ ਨਹੀਂ ਬਦਲਦੇ ਤੇ ਫਿਰ ਬੜੀ ਮੁਸ਼ਕਿਲ ਦੀ ਘੜੀ ਆਉਣ ਵਾਲੀ ਹੈ। ਕੈਪਟਨ ਅਮਰਿੰਦਰ ਸਿੰਘ ਵਾਸਤੇ ਤਾਂ ਮੁਸ਼ਕਿਲ ਦੀ ਘੜੀ ਜਿਹੜੀ ਉਹ ਹੈ ਹੀ ਹੈ। ਬਿਲਕੁਲ ਬਿਲਕੁਲ, ਜੇ ਕਾਂਗਰਸ ਪਾਰਟੀ ਵਾਸਤੇ ਵੀ ਆ ਸਕਦੇ ਜੇ ਨਹੀਂ ਕੋਈ ਤਬਦੀਲੀ ਆਉਂਦੀ ਕੀ ਕਰਕੇ। ਭੁੱਲਰ ਸਾਹਿਬ ਜੇ ਦੇਖਿਆ ਜਾਵੇ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਨੂੰ ਕਹਿ ਰਹੇ ਨੇ ਕਿ 92% ਮੈਂ ਜਿਹੜੇ ਲੋਕਾਂ ਨਾਲ ਵਾਅਦੇ ਆ ਪੂਰੇ ਕਰ ਦਿੱਤੇ ਨੇ। ਹੁਣ ਤੁਸੀਂ ਵੀ ਪੰਜਾਬ ਦੇ ਵਿੱਚ ਵੱਸਦੇ ਹੋ ਔਰ ਤੁਸੀਂ ਉਸ ਜ਼ਿਲ੍ਹੇ ਦੇ ਵਿੱਚ ਵੱਸਦੇ ਹੋ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਚੋਣ ਵੀ ਲੜ ਕੇ ਗਏ ਨੇ। ਮਤਲਬ ਭਾਵੇਂ ਉਹ ਹਾਰੇ ਪਰ ਉਹ ਆਪਦੇ ਚੋਣ ਲੜਨ ਦਾ ਜਿਹੜਾ ਉਹਨਾਂ ਦਾ ਪਰਪਸ ਸੀ ਉਸ ਪਰਪਸ ਦੇ ਵਿੱਚ ਉਹਨਾਂ ਦੀ ਜਿੱਤ ਹੋ ਗਈ ਹੈਗੀ। ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਲੀਜ਼ ਆਫ ਲਾਈਫ ਦੇ ਕੇ ਚਲੇ ਗਏ ਜੀ। ਇਹਨਾਂ ਹਾਲਾਤਾਂ ਦੇ ਵਿੱਚ ਸਰ ਮਤਲਬ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਹਿ ਰਹੇ ਨੇ ਕਿ 92% ਜਿਹੜੇ ਲੋਕ ਉਹਨਾਂ ਦੇ ਉੱਤੇ ਖੂਬ ਨਾਰਾਜ਼ ਨੇ ਸਰ, ਔਰ ਈਵਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਸਾਰੇ ਕੰਮ ਪਹਿਲਾਂ ਆਬਕਾਰੀ ਦੇ ਉੱਤੇ ਸੀ, ਹੁਣ ਐਸਐਸਬੀ ਬੋਰਡ ਦੇ ਜਿਹੜੀ ਉਹਦੇ ਬਾਰੇ ਜਿਹੜੀ ਗੱਲਬਾਤ ਹੈ ਉਹਦੇ ਉੱਤੇ ਵੀ ਉਹਨਾਂ ਨੇ ਸਵਾਲ ਉਠਾਏ ਨੇ। ਔਰ ਪਹਿਲਾਂ ਪ੍ਰਧਾਨ ਵੀ ਰਹਿ ਚੁੱਕੇ ਨੇ ਕਾਂਗਰਸ ਦੇ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਇੱਕੋ ਇੱਕ ਕਾਂਗਰਸ ਦਾ ਪ੍ਰਧਾਨ ਹੈ ਜਿਨ੍ਹਾਂ ਨੂੰ ਹਟਾਇਆ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਕਰਕੇ। ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਦਾ ਹੱਲਾ ਬੋਲਿਆ, ਲਾਲ ਸਿੰਘ ਜੀ ਨੇ ਹੱਲਾ ਬੋਲਿਆ, ਉਹਨਾਂ ਜਿਵੇਂ ਹੁਣੇ ਸੰਧੂ ਸਾਹਿਬ ਦੱਸ ਕੇ ਗਏ ਨੇ। ਔਰ ਇਹ ਜਿਹੜਾ ਹੁਣ ਹਾਲਾਤ ਬਣੇ ਹੋਏ ਨੇ ਔਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਤਿਆਰ ਕਰਨ 'ਚ ਜਿਹੜੇ ਹੈਗੇ ਉਹ ਸਫਲ ਰਹੇ ਨੇ, ਜਾਂ ਤੁਹਾਨੂੰ ਲੱਗਦਾ ਹੈਗਾ ਕਿ ਖੋਰਾ ਇਸ ਹੱਦ ਤੱਕ ਲਾ ਦਿੱਤਾ ਗਿਆ ਹੈਗਾ ਉਹਨਾਂ ਨੇ ਮਤਲਬ ਜਾਂਦੇ ਜਾਂਦੇ ਪਾਰਟੀ ਨੂੰ ਤੇ ਪਾਰਟੀ ਕਾਡਰ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੀ ਸਰਵਾਈਵਲ ਪੰਜਾਬ ਦੇ ਵਿੱਚ ਵੱਡਾ ਪ੍ਰੈਸ਼ਨ ਚਿੰਨ੍ਹ ਲੈ ਕੇ ਆਊਗੀ ਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਨਿਊ ਲੀਜ਼ ਆਫ ਲਾਈਫ ਲੈ ਕੇ ਆਊਗੀ। ਕਿਉਂਕਿ ਆਮ ਆਦਮੀ ਪਾਰਟੀ ਵੀ ਅੱਜ ਦੀ ਡੇਟ ਦੇ ਵਿੱਚ ਭਾਵੇਂ ਖੱਖੜੀਆਂ ਕਰੇਲੇ ਹੈ ਪਰ ਜੇ ਉਹ ਇਕੱਠੇ ਹੋ ਕੇ ਲੜਨਗੇ ਤਾਂ ਹੋ ਸਕਦਾ ਕਿ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਜਿਹੜੇ ਵੋਟਰ ਹੈ ਉਹ ਕੁਝ ਮਤਲਬ ਜਿਹੜਾ ਜੀ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਜਿਹੜਾ ਜੀ ਕੋਈ ਡਿਸਾਈਡ ਕਰਨ ਵੱਲ ਨੂੰ ਸੋਚਣ ਵਿਚਾਰਨ ਦੇ ਲਈ ਜਿਹੜਾ ਮਜਬੂਰ ਹੋ ਜਾਣ। ਭੁੱਲਰ ਸਾਹਿਬ ਰਵਾਣਾ ਸਾਹਿਬ ਕੁੱਲ ਮਿਲਾ ਕੇ ਦੇਖਿਆ ਜਾਏ ਤੇ ਕੈਪਟਨ ਸਾਹਿਬ ਨੇ ਜਿੰਨੀ ਕਾਰਗੁਜ਼ਾਰੀ ਕੀਤੀ ਜਿਸੀ ਕਿ ਅਸੀਂ 92% ਵਾਅਦੇ ਪੂਰੇ ਕਰ ਦਿੱਤੇ ਨੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਤਕਰੀਬਨ ਸਾਰਿਆਂ ਨੂੰ ਪਤਾ ਹੈ ਕਿੰਨੇ ਕੁ ਮਤਲਬ ਇਹਨੇ ਵਾਅਦੇ ਪੂਰੇ ਕੀਤੇ ਨੇ। ਦੂਜੇ ਪਾਸੇ ਹੁੰਦਾ ਹੈ ਕਿ ਜਦੋਂ ਅਸੀਂ ਵਾਅਦੇ ਪੂਰੇ ਕਰਦੇ ਹਾਂ ਤੇ ਉਹ ਵਾਅਦੇ ਸਾਡੇ ਬੋਲਦੇ ਹੁੰਦੇ ਜਿਹੜੇ ਪੂਰੇ ਕੀਤੇ। ਜੀ 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 ਕਿਸੇ ਪਾਸੋਂ ਵੀ ਇਸ ਤਰ੍ਹਾਂ ਦੀ ਆਵਾਜ਼ ਨਹੀਂ ਆ ਰਹੀ ਕਿ ਫਲਾਣਾ ਵਾਅਦਾ ਜਿਹੜਾ ਕੈਪਟਨ ਸਾਹਿਬ ਨੇ ਪੂਰਾ ਕੀਤਾ। ਜੀ 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 ਜਿਹੜੇ ਪੰਜਾਬ ਦੀਆਂ ਕੰਧਾਂ ਤੇ ਲਪਾਏ ਸੀ ਜੀ। ਹਾਂ ਜੀ, ਜੇ ਕੋਈ ਸ਼ੁਰੂ ਕੀਤਾ ਵੀ ਹੈ ਨਾ ਤੇ ਜਿਵੇਂ ਉਹ ਕਰਜ਼ਾ ਮਾਫੀ ਦੀ ਗੱਲ ਚੱਲੀ ਜੀ ਤੇ ਉਹਦੇ ਵਿੱਚ ਵੀ ਕਿਸੇ ਪਾਸੇ ਉਹਦਾ ਸਿਰਾ ਨਹੀਂ ਲੱਗ ਸਕਿਆ। ਕੋਈ ਮੂੰਹ ਸਿਰ ਨਹੀਂ ਬਣਿਆ ਉਹਦਾ, ਕੋਈ ਮੂੰਹ ਸਿਰ ਨਹੀਂ ਬਣਿਆ। ਜਿੱਥੇ ਤਾਂ ਇਹ ਯਾਰ ਮੈਂ ਤਾਂ ਇਹ ਸਥਿਤੀ ਦੇਖੀ ਹੈ ਕਿ ਨਾ ਪੁਰਾਣੇ ਸਮੇਂ ਦੇ ਸਕੂਲ ਦੇ ਵਿੱਚ ਨਾ
शनिचरवार ਜਾਂ ਸੋਮਵਾਰ ਨੂੰ ਬੱਚਿਆਂ ਨੂੰ ਆਦੇ ਵੀ ਸਕੂਲ ਦੀ ਸਫਾਈ ਕਰਨੀ ਹੈ ਜੀ ਤੇ ਅਸੀਂ ਸਫਾਈ ਕਰਨੀ ਦੇ ਕਾਗਜ਼ ਵਿੱਚੋਂ ਇਕੱਠੇ ਕਰਦੇ ਫਿਰਨਾ ਤੇ ਉਹ ਪਿੱਛੋਂ ਸਾਰੇ ਟੀਚਰ ਨੂੰ ਦੇ ਨਾਲ ਫਿਜ਼ੀਕਲ ਐਜੂਕੇਸ਼ਨ ਦੇ ਜੀ ਜੀ ਉਦੋਂ ਫਿਰ ਸਿੱਖਿਆ ਆਉਂਦੇ ਹੁੰਦੇ ਫਿਜ਼ੀਕਲ ਐਜੂਕੇਸ਼ਨ ਨਹੀਂ ਪੰਜਾਬੀ ਪੜ੍ਹੇ ਹਨ ਉਹ ਆਖਣ ਲੱਗ ਪਏ ਜੀ ਉਹਨੇ ਕਰਨਾ ਉਹ ਤੁਹਾਡੇ ਜਿਹੜੇ ਨਾ ਅੱਗਾ ਰੋਡ ਤੇ ਪਿੱਛਾ ਚੌੜ ਕੀਤੀ ਜਾਂਦੇ ਜੀ ਗੱਲ ਇਹ ਆ ਕਿ ਜਿਹੜੀ ਸਥਿਤੀ ਅੱਗੇ ਦੀ ਗੱਲ ਕਰਦੇ ਨੇ ਕਿ ਅਸੀਂ ਦੇਵਾਂਗੇ 92% ਵਾਅਦੇ ਪੂਰੇ ਕਰਕੇ ਤੇ ਪਿਛਾ ਤਾਂ 92 ਵਾਲਾ ਦੇਦਾ ਕੋਈ ਉਹਨਾਂ ਦੇਣ ਦੀ ਜਿਹੜੀ ਗੱਲ ਕਰਦੇ ਕੁੱਲ ਮਿਲਾ ਕੇ ਦੇਖਿਆ ਜਾਏ ਰਮਾਣਾ ਸਾਹਿਬ ਤੇ ਇਸ ਟਾਈਮ ਕਾਂਗਰਸ ਦੀ ਸਥਿਤੀ ਨਾਜ਼ੁਕ ਹੈ। ਨਾਜ਼ੁਕ ਸਥਿਤੀ ਦੇ ਵਿੱਚ ਜਿਹੜੇ ਵਿਰੋਧੀਆਂ ਨੂੰ ਥਾਂ ਮਿਲ ਰਹੀ ਸਪੇਸ ਮਿਲ ਰਹੀ ਹੈ। ਵਿਰੋਧੀ ਉਹਦੇ ਵਿੱਚ ਜਿਹੜੀ ਪਾਰਟੀ ਜਿਹੜੀ ਬਿਲਕੁਲ ਹਾਜ਼ਰ ਗਈ ਸੀ ਉਹਨਾਂ ਦਾ ਹੀ ਥੋੜਾ ਜਿਹਾ ਜਿਹੜਾ ਗਰੋਥ ਹੈ ਉਹ ਉੱਪਰ ਨੂੰ ਆ ਰਹੀ ਹੈ। ਉਹਨਾਂ ਲੋਕ ਕਹਿੰਦੇ ਨੇ ਕਿ ਜਿਵੇਂ ਨੇ ਇਹਦੇ ਨਾਲ ਤਾਂ ਉਹ ਚੰਗੇ ਸੀ ਜਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਕੈਪਟਨ ਸਾਹਿਬ ਨੂੰ ਲਿਆਦਾ ਗਿਆ ਕਿ ਜੇ ਪੁਰਾਣਾ ਖੁੰਡਾ ਹੋਵੇਗਾ ਪਰ ਖੁੰਡੇ ਦੇ ਉੱਤੇ ਜਿਹੜੀਆਂ ਉਹ ਸਮਾਂ ਖੁੰਡਾ ਤਾਂ ਹੈਗਾ ਮਾਰਨ ਦੀ ਬਜਾਏ ਤੁਰਨ ਲਈ ਰੱਖ ਲਿਆ ਸਰ ਇਹ ਤੁਰਨ ਲਈ ਰੱਖ ਲਿਆ ਨਹੀਂ ਉਹ ਖੁੰਡੇ ਦੇ ਉੱਤੇ ਮੇਖਾਂ ਮੁੱਖਾਂ ਲਾਈਆਂ ਸੀ ਜਿਹੜੀਆਂ ਕੁੱਕੇ ਕੱਟ ਕੇ ਲਾਏ ਸੀ ਉਹ ਲੈ ਗਏ। ਅੱਛਾ ਅੱਛਾ ਉਹ ਰਹੇ ਨਹੀਂ ਸਾਡੇ ਪਾਸੇ ਇੱਕ ਲਾਇਆ ਹੁੰਦਾ ਸੂਆ ਲਾਇਆ ਹੁੰਦਾ ਜੋ ਤੁਰੀਏ ਵੀ ਨਾ ਤੇ ਉਹ ਦੋ ਮਲਟੀਪਲ ਵਰਕ ਹੁੰਦਾ ਹੈ ਜੋ ਲੜਮਾ ਵਿੱਚ ਸੂਆ ਮਾਰਿਆ ਵੀ ਜਾ ਸਕਦਾ ਹੈ ਤੇ ਜੇ ਤਿਲਕਦੀ ਹੋਈਏ ਨਾ ਤੇ ਸੂਆ ਖੂਬ ਦੀ ਥੱਲੇ ਤੇ ਉੱਥੇ ਰੁਕ ਜੀਦਾ ਤਿਲਕੀਦਾ ਨਹੀਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਸਰ ਗੱਲ ਇਹ ਹਾਂਜੀ ਇਹ ਦੋਵੇਂ ਚੀਜ਼ਾਂ ਖਤਮ ਹੋ ਗਈਆਂ ਨੇ ਇਸ ਕਰਕੇ ਉਹ ਜਿਹੜਾ ਨਾ ਤੁਰਨ ਦਾ ਵੀ ਕੰਮ ਦੇਣ ਵਾਲਾ ਨਹੀਂਗਾ ਮਾਨ ਸਾਹਿਬ ਬਿਲਕੁਲ ਵੇਖਿਆ ਜਾਵੇ ਤੇ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਕਿ ਆ ਪਿੱਛੇ ਜਿਹੜਾ ਯੂਪੀ ਦੇ ਵਿੱਚ ਮਸਲਾ ਚੱਲਿਆ ਉਹ ਯੂਪੀ ਦੇ ਮਸਲੇ ਦੇ ਵਿੱਚ ਜਿਹੜੀ ਬੀਬੀ ਹਰਸਿਮਰਤ ਬਾਦਲ ਹੈ ਉਹ ਕਹਿੰਦੇ ਨੇ ਕਿ ਅਸੀਂ ਕਿਹਾ ਆਪਣੇ ਜੋਗੀ ਸਾਹਿਬ ਨੂੰ ਕਿਹਾ 30,000 ਕਿਸਾਨਾਂ ਦੀ ਜ਼ਮੀਨ ਦੱਬਣ ਵਾਲਾ ਜਿਹੜਾ ਮਾਮਲਾ ਸੀਗਾ ਜੀ ਛਡਵਾਉਣ ਹਾਂ ਛਡਵਾਉਣ ਵਾਲਾ ਤੇ ਅਸੀਂ ਜੋਗੀ ਸਾਹਿਬ ਨੂੰ ਕਿਹਾ ਤੇ ਉਹ ਕਹਿੰਦੇ ਨੇ ਨਹੀਂ ਅਸੀਂ ਇਹਨਾਂ ਨੂੰ ਨਹੀਂ ਜਾਣਾਂਗੇ ਤੇ ਇਹ ਜਿਹੜੀ ਇਹ ਗੱਲਾਂ ਨੇ ਸੰਕੇਤਕ ਤੌਰ ਤੇ ਇਹਨਾਂ ਨੂੰ ਪ੍ਰਮੋਸ਼ਨ ਦੇਣ ਵਾਸਤੇ ਪੰਜਾਬ ਵਿੱਚ ਹੋ ਰਿਹਾ ਜੀ 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 ਜਿਹੜੇ ਫਿਰ ਇੱਕ ਵਾਰੀ ਸਿੱਖਾਂ ਦੇ ਮਤਲਬ ਜਿਹੜੇ ਇਹ ਮਤਲਬ ਰਹਿਬਨ ਉਹ ਰੱਖੇ ਜਾਂਦੇ ਨੇ ਰਹਿਬਨਦਾਰ ਬਣਾਏ ਜਾਂਦੇ ਨੇ ਰਹਿਬਤ ਹਾਂਜੀ ਤਾਂ ਉਹ ਕੁੱਲ ਮਿਲਾ ਕੇ ਉਹ ਜੇ ਆਪਾਂ ਕਹੀਏ ਨਾ ਕਿ ਉਸ ਪਾਰਟੀ ਨੂੰ ਉੱਪਰ ਚੁੱਕਣ ਵਾਸਤੇ ਸੈਂਟਰ ਸਟੇਟ ਉਸ ਪਲੋਸ ਵਾਲੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕੋਸ਼ਿਸ਼ ਕਰ ਰਹੇ ਨੇ। ਇਧਰਲੇ ਪਾਸੇ ਜਿਹੜੇ ਜਦੋਂ ਆਪਦੇ ਘਰ ਦੇ ਲੋਕ ਜਿਵੇਂ ਢਿੱਲੋਂ ਸਾਹਿਬ ਦੀ ਗੱਲ ਕਰਦੇ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਗੱਲ ਕਰਦੇ ਨੇ ਜਿਹੜੇ ਪੁਰਾਣੇ ਪ੍ਰਧਾਨ ਵੀ ਰਹੇ ਨੇ ਤਾਂ ਉਹ ਜਿਸ ਤਰ੍ਹਾਂ ਉਹ ਖਿਲਾਫਤ ਕਰ ਰਹੇ ਨੇ ਕੈਪਟਨ ਸਾਹਿਬ ਦੀ ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹਨਾਂ ਨੇ ਜਿਹੜੀ ਨੀਤੀਆਂ ਜਿਹੜੇ ਵਾਅਦਿਆਂ ਦੇ ਨਾਲ ਜਿਹੜੀਆਂ ਨੀਤੀਆਂ ਬਣਾਉਣੀਆਂ ਸੀ ਜਿਨ੍ਹਾਂ ਦੇ ਚੋਰ ਮੋਰੀਆਂ ਦੀ ਗੱਲ ਕਿ ਅਕਾਲੀ ਸਰਕਾਰ ਦੇ ਟਾਈਮ ਦੇ ਉੱਤੇ ਗੱਲਾਂ ਕਰਦੇ ਕਿ ਆਹ ਚੋਰ ਮੋਰੀਆਂ ਨੇ ਇਥੋਂ ਜਿਹੜਾ ਜਿਵੇਂ ਮਾਇਆ ਫਿਰ ਰਹੀ ਹੈ ਪਾਸੇ ਜਾ ਰਹੀ ਹੈ ਅਸੀਂ ਰੋਕਾਂਗੇ ਉਹ ਰੋਕਣ ਦੀ ਬਜਾਏ ਖੁਦ ਉਹਨੂੰ ਉਸੋਂ ਖੁੱਲ੍ਹਾ ਕਰ ਦਿੱਤਾ। ਜੀ 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 ਜਿਹੜੇ ਇਹਨਾਂ ਦੇ ਇਲਜ਼ਾਮ ਨੇ ਉਹ ਪ੍ਰੂਵ ਕਰਦੇ ਨੇ ਕਿ ਕੈਪਟਨ ਸਾਹਿਬ ਦੀ ਰਹਿਨਮਾਈ ਹੇਠ ਉਹ ਜਿਹੜੀਆਂ ਚੀਜ਼ਾਂ ਸੀ ਰੋਕਣ ਦੀ ਬਜਾਏ ਅੱਗੇ ਨੂੰ ਵੱਧ ਗਈਆਂ ਜੀ ਜਿਸ ਤਰ੍ਹਾਂ ਡਰੱਗ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਜਿਹੜਾ ਆਬਕਾਰੀ ਦਾ ਮਹਿਕਮਾ ਜਿਹਦੇ ਵਿੱਚ ਸ਼ਰਾਬ ਵਗੈਰਾ ਦੀ ਗੱਲ ਕਰਦੇ ਆਪਾਂ ਮਾਨ ਸਾਹਿਬ ਤੇ ਇਹ ਜਿਹੜੀਆਂ ਚੀਜ਼ਾਂ ਸੀ ਸਾਡੇ ਮਤਲਬ ਜਿਹੜੇ ਪੰਜਾਬ ਦੇ ਇਨਕਮ ਦੇ ਸੋਰਸ ਸੀ ਉਹਨਾਂ ਨੂੰ ਇਹ ਪੂਰੀ ਤਰ੍ਹਾਂ ਮਤਲਬ ਸਿਕਿਉਰ ਨਹੀਂ ਕਰ ਸਕੇ ਸਗੋਂ ਉਹਨਾਂ ਦੇ ਵਿੱਚੋਂ ਲੀਕੇਜ ਜ਼ਿਆਦਾ ਹੋ ਗਈ ਹੈ। ਬਿਲਕੁਲ ਜ਼ਿਆਦਾ ਹੋਣ ਦੇ ਨਾਲ ਤੇ ਆਪਦੇ ਸਵਾਲ ਚੁੱਕਣ ਲੱਗ ਪਏ ਨੇ। ਇਹ ਰਿਪੋਰਟਾਂ ਜਿਹੜੀਆਂ ਨੇ ਹਾਈ ਕਮਾਂਡ ਦੇ ਕੋਲ ਵੀ ਪਹੁੰਚ ਚੁੱਕੀਆਂ ਨੇ ਰਮਣਾ ਸਾਹਿਬ। ਬਿਲਕੁਲ ਬਿਲਕੁਲ ਜੇ ਹਾਈ ਕਮਾਂਡ ਇਹਦੇ ਉੱਤੇ ਕਿਸੇ ਪ੍ਰਕਾਰ ਦਾ ਐਕਸ਼ਨ ਨਹੀਂ ਲੈਂਦੀ ਤੇ ਨਹੀਂ ਤੇ ਫਿਰ ਤੁਸੀਂ ਆਖੋ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਵਾਈਵ ਕਰ ਜਾਏਗੀ ਤੇ ਨਹੀਂ ਕਰ ਸਕਦੀ ਕਿਉਂਕਿ ਕੈਪਟਨ ਦੀ ਰਹਿਨਮਾਈ ਜਿਹੜੀ ਹੈ ਨਾ ਕਿਤੇ ਨਾ ਕਿਤੇ ਕੈਪਟਨ ਨੂੰ ਸਮਝਾ ਬੁਝਾਵੇ ਜਿਹੜੀ ਆਪਾਂ ਅੱਗੇ ਗੱਲਾਂ ਕਰਦੇ ਹੁੰਦੇ ਹਾਂ ਉਸੇ ਟਾਇਰ ਦੇ ਨਾਲ ਇਹ ਜਿਹੜੇ ਸਿੱਧੂ ਸਾਹਿਬ ਨੇ ਨਵਜੋਤ ਜੀ ਉਹਨਾਂ ਨੂੰ ਨਾਲ ਤੁਰਨ ਦੀ ਗੱਲ ਹੋ ਰਹੀ ਹੈ ਔਰ ਉਹਨਾਂ ਦੀ ਗੱਲ ਨੂੰ ਇਹ ਕੈਪਟਨ ਸਾਹਿਬ ਵੀ ਮੰਨਣਗੇ ਐਕਸੈਪਟ ਕਰਨਗੇ ਨਾਲ ਲੈ ਕੇ ਤੁਰਨਗੇ। ਇਹ ਉਹਨਾਂ ਵਾਸਤੇ ਮਜਬੂਰੀ ਬਣ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੀ ਇਲੈਕਸ਼ਨ ਲੜ ਸਕਦੇ। ਬਿਲਕੁਲ ਬਿਲਕੁਲ ਇਹ ਅਸੀਂ ਇਹ ਕੰਮ ਕਰਾਂਗੇ ਜੀ। ਬਿਲਕੁਲ ਬਿਲਕੁਲ ਜੀ ਕੁਝ ਸਰੋਤਿਆਂ ਦੇ ਬਾਰੇ ਮੈਂ ਫਿਰ ਉਹਨਾਂ ਕੋਲੇ ਵੀ ਜਾਣਾ ਵੀਰ ਜੀ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਜੀ ਗੱਲ ਹਰਮੇਲ ਢਾਲੀਵਾਲ ਜੀ ਨੇ ਲਿਖ ਕੇ ਭੇਜਿਆ ਕੈਨੇਡਾ ਦੇ ਵਿੱਚੋਂ ਬਾਈ ਜੀ 92% ਕੰਮ ਨਹੀਂ ਕੀਤੇ ਗਏ ਜੀ ਥੋੜਾ ਜਿਹਾ ਗਲਤ ਕਹਿ ਹੋ ਗਿਆ। ਉਹਨਾਂ ਦਾ ਕਹਿਣਾ ਸੀ 92% ਕੰਮ ਨਹੀਂ ਕੀਤੇ ਗਏ ਪਰ ਨਹੀਂ ਸ਼ਬਦ ਨੂੰ ਹਟਾਇਆ ਗਿਆ ਤਕਨੀਕੀ ਗਲਤੀ ਹੋਣ ਕਰਕੇ ਜੀ। ਨਾਲ ਹੀ ਤਰਲੋਚਨ ਸਿੰਘ ਜੀ ਬੋਲਦੇ ਨੇ ਸਰ ਸਾਡੇ ਵੱਲੋਂ ਇੱਕ ਜੁਮਲਾ ਹੈ ਸ਼ੇਖ ਚਿਲੀਆਂ ਦੇ ਉੱਤੇ ਚੁੱਪੋ ਗੰਨੇ ਵਾਲਾ ਬਿਲਕੁਲ ਢੁਕਦਾ ਹੈ। ਸ਼ੇਖ ਚਿਲੀਆਂ ਤੇ ਚੁੱਪੋ ਗੰਨੇ ਵਾਲਾ ਜਿਹੜਾ ਚੁਟਕਲਾ ਉਹ ਬਿਲਕੁਲ ਢੁਕਦਾ ਹੈਗਾ ਜੀ ਉਹ ਲਿਖ ਕੇ ਭੇਜਿਆ ਸੀ। ਤੇ ਨਾਲ ਹੀ ਜਿਹੜੇ ਆ ਜੀ ਗੁਰਦੀਪ
गिल दीपा माणू के मोगा तो लिख के भेजना, मीरा कुमारी नहीं भाई जी, आशा कुमारी है। बिल्कुल बिल्कुल ठीक है, बिल्कुल करैक्शन बिल्कुल तुहाडी सही है दीपा गिल साहब, बिल्कुल ये कोई दोरा नहीं। सो उन्होंने कहा जी मीरा कुमारी जी पंजाब की इंचार्ज जी है जी, वो आशा कुमारी जी ने हिमाचल प्रदेश वाले, बिल्कुल तुहाडा सही है जी। सैम सिंह साहब की भी सत श्री अकाल आई हुई है जी, ते नाल दी नाल जिहड़े जी और बाकी सारे स्रोतां दे मैं पहले नाम जिहड़े लै चुकिया गा। पर नाल दी नाल भी जी एक गल हुण संधू साहब जे तुहाडे नाल गल कीती जावे इसे सब्जैक्ट नूं अगे वधा देवे, कैप्टन साहब ने आपदे मैनीफेस्टो दे विच कहा सी घर घर नौकरी, जे सचमुच घर घर नौकरी दे दित्ती गई वो वादा आपदा इन्होंने 92% दे विच पूरा कर दिता है। तो जिहड़ी कोरोना महामारी के दौरान 6 लाख कहते जी लोग जिहड़े जी बेकार मतलब रोजगार तो गए ने, उन्होंने हर हफ्ते या हर दिन टीमां बना दित्तियां ने, 4-6 हज़ार बंदे नूं रोजगार दिता जाएगा, सर नौकरी दी जाएगी रोजगार के रूप दे विच। सोनू लगदा है कि कैप्टन साहब या तो 92% जो घर घर नौकरी वाले झूठ बोल रहे हैं, ठीक नहीं असैसमेंट कर रहे, जहाँ जिन्हें 6 लाख नूं कढ़िया गया कोरोना महामारी के दौरान महंगाई के करके जिहड़े जी असर हैगा उहदे करके मतलब उत्थे किते ना किते गड़बड़ जिहड़ी कैप्टन साहब तो हो गई है। की कहोगे सारी घटना गर्म दे विच कित्थे कैप्टन साहब जिहड़े जी वो धोखा खा गए? रमना साहब कैप्टन साहब पहली तो गल आप दी नीतियां तो धोखा खा गए जी, जेड़ी कि उन्होंने मैनीफेस्टो दे विच बड़े वादे कीते सी, बड़े दावे कीते सी, बड़ियां सौहां खाधियां सी, वो अपनी नीयत ते नीति नूं समझ नहीं सके, जां उन्होंने पहला ही ये नीयत ते नीति उन्हां दी ये सी कि किसी न किसी तरह कुर्सी नूं हथियाया जावे जी, तां बाद विच जो अपने निजी स्वार्थां जिहड़े हल कीते जाणगे, बाकी कुछ नहीं इस तरह दा लोकां वास्ते ते धोखा ही साबित होया अज तक। ये गल ज्यादा लगदी है। दूसरी गल इस वेले कोरोना महामारी ने जिन्ने वड्डे पद्धर ते लोकां नूं बेरोजगार कीता, लोकां वास्ते बड़ी मुश्किल दी घड़ी लैके आंदी, बड़ियां कंपनियां बंद होण तो बाद, फैक्टरियां बंद होण तो बाद बड़ियां नौकरियां ਵੱਡੇ ਪੱਧਰ ਤੇ ਲੋਕਾਂ ਦੇ ਕੋਲੋਂ EMPLOYEES ਦੇ ਕੋਲੋਂ ਪੁੱਛੀਆਂ, ਉਹਨਾਂ ਦੇ ਕੋਲੋਂ ਜਾਂਦੀਆਂ ਰਹੀਆਂ। ਕੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਇਸ ਤਰ੍ਹਾਂ ਦੀ ਨੀਤੀ ਘੜੀ, ਇਸ ਤਰ੍ਹਾਂ ਦੀ ਕੋਈ ਪਲੈਨਿੰਗ ਉਹਨਾਂ ਕੋਲ ਹੈ? ਤਾਂ ਜੇਕਰ ਹੈ ਨੌਕਰੀ ਦੇਣੀ, ਘਰ ਘਰ ਨੌਕਰੀ ਵਾਲੀ ਗੱਲ ਜਿਹੜੀ ਹੈ ਉਹ ਕਿਸੇ ਨਾ ਕਿਸੇ ਹਿੱਸੇ ਤੋਂ ਸ਼ੁਰੂ ਕਰਨ ਦੀ ਜੇ ਕੋਈ ਗੱਲ ਹੋਵੇ ਤਾਂ ਉਹ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ। ਸਮਾਂ ਬੜਾ ਥੋੜਾ ਰਹਿ ਗਿਆ ਰਮਾਣਾ ਸਾਹਿਬ, ਸਮਾਂ ਲਗਭਗ ਜੇ ਆਪਾਂ ਸਹੀ ਮੰਨੀਏ ਤਾਂ 1.5 ਸਾਲ ਦਾ ਸਮਾਂ ਰਮਾਣਾ ਸਾਹਿਬ। ਵੱਡਾ ਸਮਾਂ ਜਿਹੜਾ ਜਾਂਦਾ ਰਿਹਾ ਉਹ ਖਜ਼ਾਨਾ ਖਾਲੀ ਦਾ ਨਾਂ ਤੇ ਲਾ ਲਓ, ਫਿਰ ਉਸ ਤੋਂ ਬਾਅਦ ਵੱਡੀਆਂ ਜਿਹੜੀਆਂ ਦਾਅਵੇ ਸੀ, ਜਿਹੜੇ ਵਾਅਦੇ ਸੀ, ਉਹਨਾਂ ਨੂੰ ਸਿਰਫ ਤੇ ਸਿਰਫ ਕਾਗਜ਼ਾਂ ਤੱਕ ਸੀਮਤ ਰੱਖਣ ਤੱਕ ਲਾ ਲਓ। ਲੋਕਾਂ ਨੂੰ ਜਿਹੜੀਆਂ ਸਿਰਫ ਖਿਆਲੀ ਪਲਾਓ ਜਿਹੜੇ ਜਾਂ ਆਪਣੇ ਆਪ 'ਚ ਮੰਤਰੀਆਂ ਦੇ ਪਕਾਉਣ ਦੀ ਗੱਲ ਸੀ ਉਹ ਲਾ ਲਓ। ਇਹ ਸਿਰਫ ਇੱਥੇ ਤੱਕ ਹੀ ਸੀਮਤ ਹੋਇਆ। ਲੋਕਾਂ ਦੇ ਵਿਕਾਸ ਲਈ, ਲੋਕਾਂ ਦੀ ਜਿਹੜੀ ਆ ਫਾਈਨੈਂਸ਼ੀਅਲ ਹਾਲਤ ਜਿਹੜੀ ਸੁਧਾਰਨ ਲਈ, ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਲਈ, ਘਰ ਘਰ ਨੌਕਰੀ ਦੇਣ ਲਈ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਲਈ, ਧਾਰਮਿਕ ਤੌਰ ਤੇ ਪੰਜਾਬ 'ਚ ਕੋਈ ਵਿਅਕਤੀਆਂ ਦਾ ਇਨਸਾਫ ਦਿਵਾਉਣ ਲਈ, ਬਿਜਲੀ ਸਸਤੀ ਕਰਨ ਵਾਸਤੇ, ਥਰਮਲ ਪਲਾਂਟ ਚਲਾਉਣ ਵਾਸਤੇ, ਸਿਹਤ ਸਹੂਲਤਾਂ ਜਿਹੜੀਆਂ ਉਹ ਵਧੀਆ ਕਰਨ ਵਾਸਤੇ ਇੱਕ ਕਦਮ ਪਿੱਛੇ ਤਾਂ ਗਏ ਹੋਣਗੇ ਰਮਾਣਾ ਸਾਹਿਬ ਜੀ, ਅੱਗੇ ਕੋਈ ਨਹੀਂ ਘਟਿਆ ਗਿਆ। ਬਹੁਤ ਖੂਬਸੂਰਤ। ਸੋ ਇਸ ਵੇਲੇ ਇਹੀ ਕਾਰਨ ਹੈ ਕਿ ਕਿਸੇ ਨੀਤੀ ਤੇ ਨੀਅਤ ਦਾ ਨਾ ਹੋਣਾ ਜੀ। ਇਹ ਜੇ ਨੀਤੀ ਹੁੰਦੀ ਤਾਂ ਕਿਤੇ ਨਾ ਕਿਤੇ ਕੁਝ ਪਰਸੈਂਟ ਕਿਤੇ ਸ਼ੁਰੂ ਕੀਤਾ ਹੁੰਦਾ, ਭਾਵੇਂ 10% ਹੀ ਰਮਾਣਾ ਸਾਹਿਬ ਕੋਲ ਕੰਮ ਕੀਤਾ ਹੁੰਦਾ, ਕੀਤਾ ਤਾਂ ਹੁੰਦਾ, ਪਰ ਕਿਤੋਂ ਸ਼ੁਰੂ ਹੀ ਨਹੀਂ ਹਾਲੇ ਤੱਕ ਹੋ ਸਕਿਆ। ਜੇਕਰ ਸ਼ੁਰੂ ਨਹੀਂ ਹੋ ਸਕਿਆ ਤਾਂ ਫਿਰ ਹੋਏਗਾ ਕਦੋਂ? ਅੱਗੇ ਬਹੁਤ ਮੁਸ਼ਕਿਲ ਦੀ ਘੜੀ ਆ ਔਰ ਆਪਸੀ ਪਾਟੋ ਧਾੜ ਨੇ ਹੋਰ ਵੀ ਜ਼ਿਆਦਾ ਜਿਹੜੀ ਆ ਪਰੇਸ਼ਾਨੀ ਖੜੀ ਕਰ ਦਿੱਤੀ ਆ। ਇਹੀ ਕਾਰਨ ਹੈ ਕਿ ਆਸ ਨਹੀਂ ਲੱਗਦੀ, ਆਪਸੀ ਉਲਝਣਾਂ ਦੇ ਵਿੱਚ ਫਸੇ ਰਹਿਣ ਕਰਕੇ ਹੀ ਮੁਸ਼ਕਿਲ ਲੱਗਦਾ ਕਿ ਇਹ ਲੋਕਾਂ ਦੇ ਵਾਅਦੇ ਜਿਹੜੇ ਆ ਕੀਤੇ ਹੋਏ ਲੋਕਾਂ ਦੇ ਨਾਲ ਸਮਾਰਟਫੋਨ ਦਾ ਜਾਂ ਹੋਰ ਦੂਸਰੇ ਤੀਸਰੇ ਜਿੰਨੇ ਵੀ ਉਹ ਕਾਗਜ਼ਾਂ ਤੱਕ ਮੈਨੀਫੈਸਟੋ ਤੱਕ ਸੀਮਤ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਹੁਣਾਂ ਤੋਂ ਆਸ ਜਿਹੜੀ ਪੰਜਾਬ ਦੇ ਲੋਕਾਂ ਨੂੰ ਲਾਉਣੀ ਜਿਹੜੀ ਉਹ ਮੈਨੂੰ ਲੱਗਦੀ ਆ। ਦੂਸਰੇ ਪਾਸੇ ਜਿਹੜੀ ਘੇਰਿਆ ਜਿਹੜੀ
ਪੁਰਾਣੀ ਰਾਜਕਰਤਾ ਜਿਹਦੇ ਕੋਲ ਬੜੀਆਂ ਵੱਡੀਆਂ ਆਪਣੀ ਕੁਰਸੀ ਨੂੰ ਬਚਾਉਣ ਦੀਆਂ, ਕਿਤੇ ਕੋਈ ਆਮ ਲੋਕਾਂ ਦੀ ਕੋਈ ਜਿਹੜੀ ਵਿਕਾਸ ਦੀ ਗੱਲ, ਨੌਜਵਾਨਾਂ ਨੂੰ ਰੁਜ਼ਗਾਰ ਦੀ ਗੱਲ, ਕਿਸਾਨਾਂ ਦੀ ਵਿੱਤੀ ਹਾਲਤ ਸੁਧਾਰਨ ਦੀ ਗੱਲ, ਗਲਾਂ ਚੋਂ ਫਾਹੇ ਕੱਢਣ ਦੀ ਗੱਲ, ਜਿਹੜੇ ਐਜੂਕੇਸ਼ਨ ਪੱਧਰ ਆ ਉਹ ਇੰਨਾ ਡਿੱਗਿਆ ਹੋਇਆ ਉਹਨੂੰ ਸੁਧਾਰਨ ਦੀ ਗੱਲ ਤਾਂ ਕੋਈ ਲੱਗਦਾ ਨਹੀਂ ਕਿ ਉਹ ਵੀ ਆਉਣ ਵਾਲੇ ਸਮੇਂ 'ਚ ਵਾਅਦੇ ਜ਼ਰੂਰ ਇਸੇ ਤਰ੍ਹਾਂ ਦੇ ਅਸੀਂ ਦੇਖ ਸਕਾਂਗੇ। ਪੰਜਾਬ ਦੇ ਲੋਕ ਹੈ ਤਾਂ ਬੜੇ ਸੁਚੇਤ ਆ, ਬੜੇ ਸੁਹਿਰਦ ਆ। ਵਿਦੇਸ਼ਾਂ 'ਚ ਬੈਠੇ ਮਾਡਲ ਜਿਹੜੇ ਉਹਨਾਂ ਦੀਆਂ ਸਰਕਾਰਾਂ ਦੇ ਸਾਡੇ ਸਾਥੀਆਂ ਨੇ ਦੇਖੇ ਆ, ਕਿਸ ਤਰ੍ਹਾਂ ਲੋਕਾਂ ਦੇ ਵਿਕਾਸ ਲਈ, ਲੋਕਾਂ ਦੇ ਜਿਹੜੇ ਐਜੂਕੇਸ਼ਨ ਦੇ ਵਾਸਤੇ, ਲੋਕਾਂ ਵਾਸਤੇ ਲੜਦੇ ਜਿਹੜੇ ਉੱਥੇ ਦੇ ਜਿਹੜੇ ਲੋਕਲ MPs ਹੈਗੇ ਆ, MLAs ਹੈਗੇ ਆ, ਉਹ ਮਾਡਲ ਪੰਜਾਬ 'ਚ ਕਦੋਂ ਆਏਗਾ ਉਹਦੀ ਆਸ ਬੜੀ ਘੱਟ ਲੱਗਦੀ ਆ, ਮੁਸ਼ਕਲ ਲੱਗਦਾ। ਇੱਥੇ ਇਹੀ ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਨਾਂ ਤੋਂ ਆਸ ਬਹੁਤ ਨਾ ਮਾਤਰ ਲੱਗਦੀ, ਉਹਨਾਂ ਕੋਲ ਨੀਅਤ ਤੇ ਨੀਤੀ ਕੋਈ ਠੋਸ ਨਹੀਂ ਹੈ। ਬਿਲਕੁਲ ਬਿਲਕੁਲ ਜੀ, ਕਿਤੇ ਨਾ ਕਿਤੇ ਜਿਹੜੀ ਹੈ ਨੀਅਤ ਤੇ ਨੀਤ ਦੇ ਵਿੱਚ ਖੋਟ ਹੈ। ਭੁੱਲਰ ਸਾਹਿਬ, ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਕੋਲੇ ਜਾ ਕੇ ਹੁਣ ਆਪਦੇ ਗੁਣਗਾਨ ਕਰਨਗੇ ਸਰ, ਔਰ ਤੁਹਾਨੂੰ ਲੱਗਦਾ ਹੈਗਾ ਕਿ ਅੰਦਰ ਪਾਰਟੀ ਦੇ ਬੜਾ ਵੱਡਾ ਬਵਾਲ ਉੱਠਿਆ ਵਾ ਹੈਗਾ ਸਰ। ਪ੍ਰਤਾਪ ਸਿੰਘ ਬਾਜਵਾ ਜਿਹੜੇ ਹਾਈ ਕਮਾਂਡ ਦੇ ਵੀ ਨਜ਼ਦੀਕ ਨੇ, ਉਹ ਮੀਡੀਆ ਦੇ ਵਿੱਚ ਵੀ ਖੁੱਲ੍ਹੇਆਮ ਬੋਲਦੇ ਨੇ, ਔਰ ਉਹਨਾਂ ਨੇ ਖੁੱਲ੍ਹੇਆਮ ਚਿੱਠੀ ਵੀ ਲਿਖੀ, SSB ਬੋਰਡ ਬਾਰੇ ਵੀ ਉਹਨਾਂ ਨੇ ਚਿੱਠੀ ਲਿਖੀ। ਉਸ ਤੋਂ ਪਹਿਲਾਂ ਆਬਕਾਰੀ ਦਾ ਚੱਕਰ ਸੀਗਾ, ਉਹਦੇ ਉੱਤੇ ਵੀ ਉਹਨਾਂ ਨੇ ਖੂਬ ਆਪਦੇ ਵਿਚਾਰ ਜਿਹੜੇ ਪ੍ਰਗਟ ਕੀਤੇ। ਹੁਣ ਉਹਨਾਂ ਨੇ ਸਾਬਕਾ ਸੀਨੀਅਰ ਮਿਨਿਸਟਰ ਰਹਿ ਚੁੱਕੇ ਲਾਲ ਸਿੰਘ ਜੀ, ਉਹਨਾਂ ਨੇ ਵੀ ਵੱਡੇ ਵੱਡੇ ਸਵਾਲ ਜਿਹੜੇ ਉਹ ਚੱਕੇ ਹੋਏ ਨੇ ਜੀ ਸਰ ਕਰਕੇ। ਆਪਦੇ ਹੀ ਇਹਨਾਂ ਦੇ ਵਿਧਾਇਕ ਸਾਰੇ ਇਹਨਾਂ ਨਾਲ ਜਿਹੜੇ ਆ ਜੀ ਕਹਿ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ। ਪਰ ਅਸੈਂਬਲੀ ਦੇ ਵਿੱਚ ਵੱਡੇ ਵੱਡੇ ਨੇਤਾ ਝੋਲੀਆਂ ਅੱਡ ਅੱਡ ਕੇ ਇਨਸਾਫ ਮੰਗਦੇ ਰਹੇ। ਇਹਨਾਂ ਤੋਂ ਮਤਲਬ ਵੀ ਸਾਡੇ ਤੇ ਬਹੁਤ ਜ਼ੁਲਮ ਜਿਹੜੇ ਜੀ ਪਿਛਲੀ ਅਕਾਲੀ ਸਰਕਾਰ ਵੇਲੇ ਹੋਇਆ, ਸਾਨੂੰ ਉਹਨਾਂ ਦੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੇ ਉੱਤੇ ਸਜ਼ਾ ਦੇ ਦਿਓ, ਉਹਨਾਂ ਨੂੰ ਇਨਸਾਫ ਦੇ ਦਿਓ, ਮੇਰੀ ਝੋਲੀ 'ਚ ਪਾ ਦਿਓ। ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਨਾ ਤਾਂ ਆਪਦੇ ਮੰਤਰੀਆਂ ਨੂੰ ਸੁਣਿਆ, ਨਾ ਆਪਦੇ ਵਿਧਾਇਕਾਂ ਨੂੰ ਸੁਣਿਆਗਾ, ਨਾ ਹੀ ਲੋਕਾਂ ਦੀ ਕੋਈ ਮੰਗ ਪੂਰੀ ਕਰਨ ਦੇ ਵਿੱਚ ਉਹ ਕਾਮਯਾਬ ਰਹੇ ਨੇ। ਜਿਵੇਂ ਸੰਧੂ ਸਾਹਿਬ ਵੀ ਕਹਿੰਦੇ ਨੇ, ਆਮ ਲੋਕਾਂ ਦੀ ਵੀ ਆਵਾਜ਼ ਹੈਗੀ ਉਹਦੇ ਵਿੱਚ ਆ ਚੁੱਕੇ ਨੇ। ਔਰ ਜਦੋਂ ਇਹ ਹਾਈ ਕਮਾਂਡ ਕੋਲ ਜਾਣਗੇ, ਤੁਹਾਨੂੰ ਲੱਗਦਾ ਕਿ ਹਾਈ ਕਮਾਂਡ ਨੂੰ ਇਸ ਗੱਲ ਦਾ ਪਤਾ ਨਹੀਂ ਹੋਊਗਾ? ਜੇ ਹਾਈ ਕਮਾਂਡ ਹੁਣ ਵੀ ਉਹਨਾਂ ਦੀ ਗੱਲ ਮੰਨ ਲੈਂਦੀ ਹੈ ਤੇ ਕੋਈ ਅੱਗੇ ਜਿਹੜੀ ਤਬਦੀਲੀ ਨਹੀਂ ਕਰਦੀ, ਖਾਸ ਤਬਦੀਲੀ ਵੱਡੇ ਲੈਵਲ ਦੇ ਉੱਤੇ, ਜਿਹੜੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਸਰਵਾਈਵਲ ਦੇ ਵਿੱਚ, ਭਾਵੇਂ ਕਿ ਮੁਸ਼ਕਲ ਸਮਾਂ ਹੈਗਾ, ਜੇ ਕੋਈ ਵੀ ਬੰਦਾ ਨਵਾਂ ਆ ਵੀ ਜਾਂਦਾ ਹੈਗਾ, ਉਸ ਨੂੰ ਕਾਂਗਰਸ ਦੇ ਪੰਜਾਬ 'ਚ ਪੈਰ ਲਾਉਣੇ ਕੋਈ ਸੌਖੀ ਨਹੀਂ ਹੋਊਗਾ। ਪਰ ਬਾਵਜੂਦ ਇਸ ਦੇ ਕੋਈ ਸੱਚਮੁੱਚ ਜੇ ਅਪਰਾਈਟ, ਇਮਾਨਦਾਰ, ਚੰਗਾ ਬੰਦਾ ਮੂਹਰੇ ਆਉਂਦਾ ਹੈਗਾ ਤੇ ਉਹ ਚੰਗੇ ਕੰਮ ਜੇ ਸਾਲ ਡੇਢ ਸਾਲ ਕਰ ਦੇਵੇ, ਤਾਂ ਕਾਂਗਰਸ ਪਾਰਟੀ ਘੱਟੋ ਘੱਟ ਪੰਜਾਬ ਦੇ ਵਿੱਚ ਆਪਦੀ ਸਰਵਾਈਵਲ ਨੂੰ ਉਮੀਦ ਕਰ ਸਕਦੀ ਹੈਗੀ। ਮਤਲਬ ਸਰਵਾਈਵਲ ਮੀਨਜ਼ ਜਿਹੜੀ ਹੈ ਵੀ ਜਿਵੇਂ ਹੁਣ ਲੋਕ ਆਮ ਕਹਿੰਦੇ ਨੇ ਵੀ 2022 ਦੇ ਵਿੱਚ 22 ਨਹੀਂ ਆਉਂਦੀਆਂ, ਤਾਂ ਇਹਦਾ ਮਤਲਬ ਹੈ ਅਕਾਲੀ ਦਲ ਦਾ ਹਾਲ ਦੇਖ ਲਓ, ਕਿੱਥੋਂ ਕਿੱਥੇ ਤੇ ਲੈ ਕੇ ਤੀਸਰੇ ਨੰਬਰ ਦੀ ਧਿਰ ਬਣਾ ਦਿੱਤਾ ਪੰਜਾਬ ਦੇ ਵਿੱਚ ਪੰਜਾਬੀਆਂ ਨੇ, ਵੋਟਰਾਂ ਨੇ। ਤੁਹਾਨੂੰ ਲੱਗਦਾ ਹੈਗਾ ਵੀ ਇਹ ਜਿਹੜਾ ਹਾਈ ਕਮਾਂਡ ਦਾ ਫੈਸਲਾ ਹੈਗਾ, ਇਹ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਦੀ ਨਾਰਾਜ਼ਗੀ ਨੂੰ ਹੋਰ ਵਧਾਵੇਗਾ ਜੇ ਉਹ ਨਹੀਂ ਕੁਝ ਲੈਂਦੀ? ਔਰ ਤੇ ਜੇ ਉਹ ਹੁਣ ਵੀ ਕੁਝ ਨਹੀਂ ਕਰਦੀ, ਤਾਂ ਇਹਦਾ ਮਤਲਬ ਆਪਾਂ ਇਹ ਵੀ ਕਹਿ ਸਕਦੇ ਕਿ ਹਾਈ ਕਮਾਂਡ ਵੀ ਪੰਜਾਬ ਬਾਰੇ ਕੋਈ ਬਹੁਤੀ ਗੰਭੀਰਤਾ ਦੇ ਨਾਲ ਪੰਜਾਬ ਨੂੰ ਨਹੀਂ ਲੈਂਦੀ, ਉਹ ਵੀ ਡੰਗ ਟਪਾਊ ਨੀਤੀ ਹੈ, ਔਰ ਪੰਜਾਬ ਦੇ ਲੋਕਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਰਵਾਣਾ ਸਾਹਿਬ, ਪਹਿਲੀ ਵਾਰ ਕੋਈ ਕੈਪਟਨ ਸਾਹਿਬ ਨੇ ਹਾਈ ਕਮਾਂਡ ਕੋਲ ਨਹੀਂ ਜਾਣਾ ਜੀ। ਉਹ ਕਈ ਵਾਰ ਅੱਗੇ ਜਾ ਚੁੱਕੇ ਨੇ। ਹਾਈ ਕਮਾਂਡ ਜਿਹੜੀ ਹੈ ਉਹ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਭਾਵ ਚੁੱਕੀ ਹੈ, ਜਾਣ ਚੁੱਕੀ। ਉਹਨਾਂ ਨੇ 3 ਸਾਲ ਜਿਹੜੇ ਕੱਢੇ ਨੇ, ਉਹਦਾ ਦਾ ਕਾਰਨ ਇਹ ਸੀ ਕਿ ਉਹਨਾਂ ਕੋਲ ਕੋਈ ਬਦਲ ਨਹੀਂ ਦੇਦਾ, ਤੇ ਜੇ ਲੰਮਾ ਬਦਲ ਲੈ ਕੇ ਚੱਲਦੇ ਤੇ ਸ਼ਾਇਦ ਉਹ ਐਂਡ ਦੇ ਵਿੱਚ ਆਣ ਕੇ ਉਹ ਫਲਾਪ ਸ਼ੋ ਹੋ ਜਾਂਦਾ। ਹੁਣ ਐਸ ਸਿਰੇ ਤੇ ਲਿਆਣ ਕੇ ਜਦੋਂ ਤਾਜ਼ੀ ਬਾਜੀ ਆਪਾਂ ਤਾਜ ਖੇਡਦੇ ਆ ਨਾ, ਤੇ ਅਖੀਰ ਤੇ ਆਣ ਕੇ ਕਿਸੇ ਕੋਲੇ ਕੋਈ ਇਸ ਤਰ੍ਹਾਂ ਦਾ ਕਾਟ ਵਾਲਾ ਜਿਵੇਂ ਦੁਖੀ ਵੀ ਹੋਵੇ ਨਾ, ਤੇ ਉਹ ਇਹੋ ਜਿਹੀ ਕੰਮ ਕਰਦੀ ਕਿ ਸਾਰੀ ਜਿਹੜੀ ਬਾਜੀ ਪਲਟ ਜਾਂਦੀ। ਬਿਲਕੁਲ ਬਿਲਕੁਲ ਜੀ, ਕਾਟ ਦੀ ਦੁਖੀ, ਬਿਲਕੁਲ ਠੀਕ ਹੈ। ਹਾਂਜੀ, ਤਾਂ ਉਸੇ ਤਹਿਤ ਹੀ ਇਹ ਜਿਹੜਾ ਹੈ ਹੁਣ ਹਾਈ ਕਮਾਂਡ ਜਿਹੜਾ ਹੈ ਮਰਦਾ ਕੀ ਨਹੀਂ ਕਰਦਾ। ਹੁਣ ਉਹਦੀ ਸਥਿਤੀ ਆ ਗਈ ਹੈ ਕਿ ਅਸੀਂ ਅਗਰ ਆਪਦਾ ਸਰਵਾਈਵਲ ਤੇ ਚਾਹੁੰਦੇ ਆ ਪੰਜਾਬ ਵਿੱਚ, ਤੇ ਸਾਨੂੰ ਇਹਦੇ ਵਿੱਚ ਕੋਈ ਨਾ ਕੋਈ ਰੱਦੋ ਬਦਲ ਕਰਨਾ ਪਏਗਾ ਜੀ। ਉਹ ਰੱਦੋ ਬਦਲ ਵੀ ਉਹ ਕਰਨਾ ਚਾਹੁੰਦੇ ਨੇ ਕਿ ਜਿਹਦੇ ਨਾਲ ਪੰਜਾਬ ਦੀ ਸਿਆਸਤ ਪ੍ਰਭਾਵਿਤ ਹੋ ਸਕੇ, ਔਰ ਪੰਜਾਬ ਦੇ ਲੋਕ ਜਿਸ ਗੱਲ ਨੂੰ ਐਕਸੈਪਟ ਕਰਨ, ਔਰ ਉਹ ਵੀ ਪ੍ਰਭਾਵਿਤ ਹੋ ਕੇ ਤੇ ਇਹਨਾਂ ਦੇ ਨਾਲ ਜੁੜਨ ਜੀ।
ਉਹਨਾਂ ਕੋਲ ਜਿਹੜਾ ਉਹ ਟੂਲ ਹੈ ਉਹ ਉਸ ਨੂੰ ਵਰਤਣ ਵਾਸਤੇ ਉਹ ਕਰ ਰਹੀ ਹੈ। ਹੁਣ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਉਹ ਟੂਲ ਇਹ ਜ਼ਰੂਰ ਵਰਤਣਗੇ, ਔਰ ਨਾਲ ਦੀ ਨਾਲ ਇਹ ਹੈ ਜੇ ਇਸ ਟੂਲ ਨੂੰ ਨਾ ਵਰਤਿਆ ਤੇ ਜਿਹੜਾ ਤੁਸੀਂ ਬਾਈਆਂ ਦੀ ਗੱਲ ਕਰਦੇ ਜੇ ਨਾ, ਬਾਈਆਂ ਤੋਂ ਦੋ ਤੇ ਸਥਿਤੀ ਵੀ ਆ ਸਕਦੀ ਹੈ, ਸਥਿਤੀ ਬਣ ਸਕਦੀ ਹੈ। ਕਾਰਨ ਕੀ ਹੈ ਕਿ ਕੁੱਲ ਮਿਲਾ ਕੇ ਜਿੰਨੇ ਮੁੱਦੇ ਲੈ ਕੇ ਇਹ ਲੋਕਾਂ ਦੇ ਕੋਲ ਮੈਨੀਫੈਸਟੋ ਦੇ ਵਿੱਚ ਗਏ ਸੀ ਜਾਂ ਜ਼ਬਾਨੀ ਕਿਹਾ ਸੀ, ਉਹਨਾਂ ਦੇ ਵਿੱਚੋਂ ਕੋਈ ਵਾਅਦਾ ਖਾਸ ਕਰਕੇ ਜਿਹੜੇ ਨੇ ਧਾਰਮਿਕ ਮੁੱਦੇ ਨੇ ਰਮਾਣਾ ਸਾਹਿਬ, ਉਹ ਸਾਡੀ ਸਿਆਸਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ। ਬਾਈਬਲ ਕਾਂਡ ਜਾਂ ਹੋਰ ਇਸ ਤਰ੍ਹਾਂ ਦੇ 3-4 ਮੁੱਦੇ ਸੀ ਜਿਹੜੇ ਮੁੱਦਿਆਂ ਨੇ ਤਕਰੀਬਨ ਇਹਨਾਂ ਨੂੰ ਅੱਗੇ ਲਿਆਂਦਾ, ਜਿਹਦੇ ਨਸ਼ੇ ਛਡਾਉਣ ਦੀ ਗੱਲ ਆ ਗਈ ਸੀ, ਨਸ਼ਾ ਖਤਮ ਕਰਨ ਦੀ ਗੱਲ ਆਈ ਸੀ, ਮਹਿਮ ਦੀ ਗੱਲ ਆਈ ਸੀ, ਜਾਂ ਸ਼ਰਾਬ ਮਾਫੀ ਦੀ ਗੱਲ ਆਈ ਸੀ, ਨੌਕਰੀਆਂ ਦੀ ਗੱਲ ਕੀਤੀ ਗਈ ਸੀ। ਇਹਨਾਂ ਵਿੱਚੋਂ ਕੋਈ ਵੀ ਇੱਕ ਵੀ ਮੁੱਦਾ ਜਿਹੜਾ ਹੈ ਉਹ ਨਹੀਂ ਪੂਰਾ ਕੀਤਾ ਨਹੀਂ ਗਿਆ, ਔਰ ਭਾਵਨਕ ਮੁੱਦਾ ਜਿਹੜਾ ਹੈ ਉਹ ਵੀ ਇਹਨਾਂ ਹੱਲ ਨਹੀਂ ਕੀਤਾ। ਇਹਦਾ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਉਹਦੇ ਵਿੱਚ ਇੱਕ ਲੋਕਾਂ ਨੂੰ ਇਹ ਗੱਲ ਮਿਲਦੀ ਹੈ ਪਈ ਕਿ ਇਹ ਕਿਤੇ ਨਾ ਕਿਤੇ ਜਿਹੜੀ ਪਾਰਟੀ ਦੀ ਸੂਤਰਕਾਰੋ ਮੈਚ ਵਾਲੀ ਉਹਦੇ ਨਾਲ ਕਿਤੇ ਇਹਨੇ ਡੋਰੀਆਂ ਮਿਲੀਆਂ ਨੇ, ਜਿਹਦੇ ਕਾਰਨ ਕਰਕੇ ਨਾ ਕੰਮ ਨਹੀਂ ਕੀਤਾ, ਦੂਸ਼ਣਬਾਜ਼ੀ ਲੱਗਦੀ। ਜੀ 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 ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਇਹ ਸਥਿਤੀ ਇਹ ਆ ਕਿ ਹਾਈ ਕਮਾਨ ਨੂੰ ਕੁਛ ਨਾ ਕੁਛ ਰੱਦੋਬਦਲ ਕਰਨਾ ਪਏਗਾ, ਤੇ ਕਰਨਾ ਉਹ ਹੀ ਪਏਗਾ ਜਿਹਦੇ ਨਾਲ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਦੇ ਵਰਚਸਵ ਨੂੰ ਕਾਇਮ ਕੀਤਾ ਜਾ ਸਕੇ, ਬਰਕਰਾਰ ਰੱਖਿਆ ਜਾ ਸਕੇ, ਇੱਜ਼ਤ ਨੂੰ ਬਚਾਇਆ ਜਾ ਸਕੇ। ਆਪਾਂ ਇਹ ਗੱਲ ਵੀ ਇੱਜ਼ਤ ਬਚਾਈ ਜਾ ਸਕੇ। ਜੀ ਰਵਾਨਾ ਸਾਹਿਬ ਬਿਲਕੁਲ। ਹਰਬੇਲ ਧਾਲੀਵਾਲ ਸਾਹਿਬ ਨੇ ਇੱਕ ਪੋਇਮ ਲਿਖੀ। ਮੈਂ ਸੰਧੂ ਸਾਹਿਬ ਤੋਂ ਲਾਸਟ ਸਵਾਲ ਪੁੱਛਾਂ ਕਿਉਂਕਿ ਉਹਨਾਂ ਨੇ ਜਾਣਾ ਜੀ, ਉਹਨਾਂ ਦਾ ਸਮੇਂ ਦੀ ਥੋੜੀ ਜਿਹੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਕੰਮ ਦੇ ਉੱਤੇ ਨੇ। ਉਹਨਾਂ ਦੇ ਪਿੱਛੇ ਅੱਜ ਕੋਇਲ ਬੋਲੇ ਜਾਂਦੇ ਸੀ ਭੁੱਲਰ ਸਾਹਿਬ, ਜਦੋਂ ਹੁਣ ਸੰਧੂ ਸਾਹਿਬ ਬੋਲ ਰਹੇ ਸੀ ਨਾ ਖੇਤ 'ਚ ਖੜੇ ਹੋਣਗੇ, ਮੇਰਾ ਜਿੱਥੋਂ ਤੱਕ ਖਿਆਲ ਹੈ ਪਿੱਛੇ ਕੋਇਲ ਬੋਲਦੇ ਸੀ। ਔਰ ਮੈਂ ਜਦੋਂ ਕੋਇਲ ਦੀ ਆਵਾਜ਼ ਸੁਣੀ ਮੈਨੂੰ ਲੱਗਾ ਵੀ ਮੈਂ ਕਿਹਾ ਕਾਹਨੂੰ ਡਿਸਟਰਬ ਕਰਨਾ। ਮੈਨੂੰ ਬੜੀ ਮਨ ਨੂੰ ਖੁਸ਼ੀ ਹੋਈ ਕਿ ਦੇਖੋ ਯਾਰ ਬੰਦਾ ਕਿੱਥੇ ਪੰਛੀ ਇੱਥੇ ਆਪਣੇ ਹੁਣ ਪੰਜਾਬ ਦੇ ਵਿੱਚ ਦੇਖੋ ਕਿੰਨੇ ਕੁ ਪੰਛੀ ਰਹਿ ਗਏ ਨੇ, ਕਿੰਨੇ ਕੁ ਦਰਖਤ ਰਹਿ ਗਏ ਨੇ, ਔਰ ਦੇਖੋ ਕੋਇਲ ਬੋਲਦੀ ਹੈ। ਉੱਥੇ ਦਰਖਤਾਂ ਦੀ ਬਹੁਤਾਤ ਦੇ ਕਰਕੇ ਕੋਇਲ ਦਾ ਬੋਲਣਾ ਮਤਲਬ ਕਿੰਨੀ ਸੁੰਦਰ ਆਵਾਜ਼ 'ਚ ਕੋਇਲ ਜਿਹੜੀ ਬੋਲ ਰਹੀ ਸੀ। ਮੈਨੂੰ ਰੇਡੀਓ ਤੇ ਸੁਣ ਕੇ ਸਵਾਦ ਆ ਗਿਆ ਜਦੋਂ ਮੇਰੇ ਕੰਨਾਂ 'ਚ ਉਹਦੀ ਆਵਾਜ਼ ਆਈ। ਪਰ ਹਰਮੇਲ ਧਾਲੀਵਾਲ ਜੀ ਕਹਿੰਦੇ ਵਾਅਦਿਆਂ ਤੋਂ ਮੁੱਕਰੀ, ਇਰਾਦਿਆਂ ਤੋਂ ਮੁੱਕਰੀ ਪੰਜਾਬ ਦੀ ਸਰਕਾਰ, ਬੇਰੁਜ਼ਗਾਰੀ ਦੀ ਤਾਂ ਲੋਕ ਝੱਲੀ ਜਾਂਦੇ ਮਾਰ, ਵਾਅਦਿਆਂ ਤੋਂ ਮੁੱਕਰੀ ਮੱਛੀ ਪਈ ਹੈ ਤਾਂ ਹੁਣ ਚਾਰੇ ਪਾਸੇ ਹਾਹਾਕਾਰ, ਵਾਅਦਿਆਂ ਤੋਂ ਮੁੱਕਰੀ ਹੈ ਹੁਣ ਕੈਪਟਨ ਸਰਕਾਰ, ਵਾਅਦਿਆਂ ਤੋਂ ਮੁੱਕਰੀ ਹੈ ਸੱਚ ਗੱਲ ਕਹਿੰਦਾ ਧਾਲੀਵਾਲ। ਨੌਕਰੀਆਂ ਤੋਂ ਨੌਜਵਾਨ ਫਿਰਦੇ ਨੇ ਵਾਂਝੇ, ਪਰ ਮਹਿੰਗਾਈ ਨੇ ਤਾਂ ਲੋਕ ਪਏ ਨੇ ਪੂਰੀ ਤਰ੍ਹਾਂ ਮਾਂਝੇ। ਨੌਕਰੀਆਂ ਤੋਂ ਨੌਜਵਾਨ ਫਿਰਦੇ ਨੇ ਵਾਂਝੇ, ਪਰ ਮਹਿੰਗਾਈ ਨੇ ਤਾਂ ਲੋਕ ਪਏ ਨੇ ਪੂਰੀ ਤਰ੍ਹਾਂ ਮਾਂਝੇ। ਪੈ ਗਈ ਚਾਰੇ ਪਾਸਿਓਂ ਹੀ ਮਾਰ, ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ, ਕੋਈ ਸੁਣੇ ਨਾ ਸਾਡੀ ਪੁਕਾਰ। ਇਹ ਲਿਖ ਕੇ ਜੀ ਉਹਨਾਂ ਨੇ ਸੰਧੂ ਸਾਹਿਬ ਭੇਜਿਆਗਾ। ਔਰ ਮੈਨੂੰ ਲੱਗਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਉਹ ਸਾਰੀ ਗੱਲ ਦੀ ਜਿਹੜੀ ਪੁਸ਼ਟ ਪਨਾਹੀ ਹੈ ਉਹ ਕਰ ਦਿੱਤੀ ਹੈਗੀ ਧਾਲੀਵਾਲ ਸਾਹਿਬ ਨੇ ਵੀ। ਸਰ ਵੈਸੇ ਸੰਧੂ ਸਾਹਿਬ ਤੁਹਾਡੇ ਮਤਲਬ ਤੁਸੀਂ ਕਿਉਂਕਿ ਕੰਮ ਤੋਂ ਬਿਜ਼ੀ ਹੋ ਜਾਂਦੇ ਜਾਂਦੇ ਇਸ ਸਵਾਲ ਦਾ ਇੱਕ ਜ਼ਰੂਰ ਮੈਂ ਕਹੂੰਗਾ, ਜਿਸ ਤਰੀਕੇ ਦਾ ਕਾਂਗਰਸ ਪਾਰਟੀ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਪੰਜਾਬ ਦੇ ਵਿੱਚ ਨਾਰਾਜ਼ਗੀ ਝੱਲਣੀ ਪੈ ਰਹੀ ਹੈ, ਪੰਜਾਬ ਦੇ ਵੋਟਰਾਂ ਦੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਨਾਰਾਜ਼ਗੀ ਝੱਲਣੀ ਪੈ ਰਹੀ ਹੈਗੀ। ਉਹ ਕਹਿ ਰਹੇ ਨੇ ਮੈਂ 92% ਕੰਮ ਕਰ ਦਿੱਤਾ। ਅੱਜ ਮੈਨੂੰ ਇੱਕ ਵੋਟਰ ਨੇ ਪੁੱਛਿਆ, ਕਹਿੰਦਾ ਜੀ ਐਂ ਪੁੱਛ ਲਓ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਪਿਛਲੇ 3 ਸਾਲ ਦੇ ਵਿੱਚ ਤੁਸੀਂ 92 ਦਿਨ ਆਪਦੇ ਚੀਫ ਮਿਨਿਸਟਰ ਦੇ ਆਫਿਸ 'ਚ ਗਏ। ਜੇ ਚੀਫ ਮਿਨਿਸਟਰ ਦੇ ਆਫਿਸ 'ਚ ਗਏ ਹੋਏ ਤਾਂ ਤੁਸੀਂ ਸੋਚ ਲਿਓ ਕਿ ਇਹਨਾਂ ਨੇ ਮਤਲਬ 92% ਕੰਮ ਕਰ ਦਿੱਤੇ ਨੇ। ਸੋ ਸਾਫ਼ ਤੌਰ ਦੇ ਉੱਤੇ ਇਹ ਆਮ ਲੋਕਾਂ ਦੀ ਕਹਿਣੀ ਕਰਨੀ ਹੈਗੀ। ਔਰ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਅੰਦਰ ਇਹਨਾਂ ਦੇ ਉੱਤੇ ਹੱਲਾ ਗੁੱਲਾ ਹੋ ਰਿਹਾ ਹੈਗਾ, ਔਰ ਹਾਈ ਕਮਾਂਡ ਕੋਲੇ ਵੀ ਇਹ ਹੱਲਾ ਗੁੱਲਾ ਪੂਰੇ ਜ਼ੋਰ ਸ਼ੋਰ ਨਾਲ ਚਲਾ ਗਿਆ ਹੈਗਾ। ਕੈਪਟਨ ਅਮਰਿੰਦਰ ਸਿੰਘ ਦੇ ਰਾਜਕਾਲ ਦੇ ਵਿੱਚ ਜਿਹੜੇ ਕਰੀਮ ਵਾਲੀਆਂ ਪੋਸਟਾਂ ਨੇ, ਅਹੁਦੇ ਨੇ ਸਰ, ਜਿਹੜੇ ਮਿਨਿਸਟਰੀਆਂ ਨੇ, ਉਹ ਸਾਰੀਆਂ ਕੈਪਟਨ ਅਮਰਿੰਦਰ ਸਿੰਘ ਕੋਲੇ ਹੀ ਨੇ ਸਰ। ਆਬਕਾਰੀ ਉਹਨਾਂ ਕੋਲੇ ਪਈ ਹੈਗੀ, ਬਾਕੀ ਜਿਹੜਾ ਹੋਮ ਮਿਨਿਸਟਰੀ ਉਹਨਾਂ ਕੋਲੇ ਹੈਗੀ, ਐਗਰੀਕਲਚਰ ਉਹਨਾਂ ਦੇ ਕੋਲੇ ਹੈਗੀ। ਸੋ ਸਾਰੇ ਮਹਿਕਮੇ ਤਕਰੀਬਨ ਲਗਭਗ ਉਹਨਾਂ ਨੇ ਆਪਦੇ ਕੋਲੇ ਰੱਖੇ ਨੇ, ਜਿਹੜੇ ਮੇਨ ਮੁੱਖ ਨੇ ਸਰ। 3 ਸਾਲ ਤੋਂ ਵੱਧ ਦਾ ਸਮਾਂ ਉਹ ਲੰਘਾ ਚੁੱਕੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਹਾਈ ਕਮਾਂਡ ਦੇ ਕੋਲੇ ਜਾ ਕੇ ਦੂਸਰੇ ਲੋਕ ਰੋਂਦੇ ਨੇ, ਜਿਹੜੇ ਮਿਨਿਸਟਰ ਬਣਨ ਨੂੰ ਫਿਰਦੇ ਨੇ, ਔਰ ਲੋਕ ਪੰਜਾਬ ਦੇ ਜਿਹੜੇ ਹੈ ਜੀ ਉਹ ਜਿਹੜੇ ਜੀ ਨਵਜੋਤ ਸਿੰਘ ਸਿੱਧੂ ਦੇ ਨਾਲ ਕਰਤਾਰਪੁਰ ਲਾਂਘੇ ਤੋਂ ਬਾਅਦ ਨਿੱਜੀ ਤੌਰ ਦੇ ਉੱਤੇ ਜੁੜੇ ਨੇ। ਉਹਨਾਂ ਨੇ ਆਪਦੇ ਪ੍ਰਾਈਵੇਟ ਜਿਹੜਾ ਵੈਬ ਪੇਜ ਬਣਾਇਆ, ਉਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਿੱਧੇ ਨਹੀਂ ਅਸਿੱਧੇ ਰੂਪ ਦੇ ਵਿੱਚ ਜਿਹੜੀ ਨੁਕਤਾਚੀਨੀ ਵੀ ਪੂਰੇ ਜ਼ੋਰ ਸ਼ੋਰ ਨਾਲ ਜਿਹੜੀ ਉਹ ਕੀਤੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਹੁਣ ਹਾਈ ਕਮਾਂਡ
इस फिक्सड स्थिति के विच भी है। जे हुण भी काम नहीं करती तो जिहड़े कैप्टन अमरिंदर साहब के मंत्री ने, जिहड़े विधायक ने, जिहड़े पंजाब दे विचों विरोध करते हैं, चाहे वो हायर लैवल के उत्ते ने, चाहे वो लोअर लैवल के उत्ते ने, सब का मनोबल टुटेगा और कांग्रेस पार्टी नूं आउण वालियां चोणां दे विच इहदा वड्डा खमियाजा भुगतना पवेगा। संधू साहब। ਰਮਾਣਾ ਸਾਹਿਬ, ਜਿਸ ਤਰ੍ਹਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਡੇ ਵੱਡੇ ਮੰਤਰੀ ਪਦ ਜਿਹੜੇ ਜਾਂ ਉਹਨਾਂ ਦੇ ਮਹਿਕਮਿਆਂ ਦੀ ਖਾਸ ਕਰਕੇ ਗੱਲ ਕੀਤੀ ਹੈ, ਜੀ ਜੀ, ਉਹ ਆਪਣੇ ਕੋਲ ਰੱਖੇ ਹੋਏ। ਰਮਾਣਾ ਸਾਹਿਬ, ਜਿਹੜੇ ਪੁਰਾਣੇ ਸਮੇਂ 'ਚ ਤੁਸੀਂ ਦੇਖਿਆ ਹੋਣਾ ਜੀ ਕਿ ਘਰਾਂ ਦੇ ਵਿੱਚ ਬਜ਼ੁਰਗ ਔਰਤਾਂ, ਮਾਤਾਵਾਂ ਘਰ ਦੇ ਸੰਦੂਕ ਦੀ, ਘਰ ਦੀ ਪੇਟੀ ਦੀ ਚਾਬੀ, ਅਲਮਾਰੀ ਦੀ ਚਾਬੀ ਸਮੇਂ ਨਾਲ ਬਦਲਦੇ ਹੋਏ ਸਾਧਨਾ ਮੁਤਾਬਕ ਆਪਾਂ। ਹੈਲੋ 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 कॉल मेरे कॉल तो कॉन्फ्रेंस के विच भी है। संधू साहब आ रही है जी आवाज? भुल्लर साहब मैंने लगता उन्होंने आवाज कट गई है जी। हेलो, कटेगी आवाज? हाँ, मैं एक बार लगाना जी, कनैक्ट करदा फिर उन्होंने शायद जो जी वो नंबर है जो जी उन्होंने कट गया है इस करके। सो ये सारा कुछ जो जी मेरा ਤੁਹਾਡੇ ਵੱਲੋਂ ਡਾਇਲ ਕੀਤਾ ਗਿਆ ਨੰਬਰ ਹਲੇ ਨੈਟਵਰਕ ਕਵਰੇਜ ਖੇਤਰ ਤੋਂ। ਸੋ ਭੁੱਲਰ ਸਾਹਿਬ ਉਹ ਤਾਂ ਨੈਟਵਰਕ ਖੇਤਰ ਤੋਂ ਬਾਹਰ ਦੱਸ ਰਿਹਾ ਜੀ। ਚਲੋ ਭੁੱਲਰ ਸਾਹਿਬ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਜੇ ਜਦੋਂ ਹੀ ਉਹਨਾਂ ਦਾ ਨੰਬਰ ਆ ਜਾਂਦਾ ਜੀ ਗੱਲਬਾਤ ਹੋ ਜਾਏਗੀ ਜੀ ਸੰਧੂ ਸਾਹਿਬ ਦੀ। ਹਾਂਜੀ ਭੁੱਲਰ ਸਾਹਿਬ। ਰਮਾਣਾ ਸਾਹਿਬ, ਗੱਲ ਇਹ ਹੈ ਕਿ ਜਿਹੜੀ ਇਹ ਸਥਿਤੀ ਵਾਅਦਿਆਂ ਦੀ ਸਥਿਤੀ ਤੁਸੀਂ ਗੱਲ ਕਰਦੇ ਜੇ, ਜਾਂ ਜਿਹੜੇ ਵੀ ਕਾਰੋਬਾਰ ਚੱਲ ਰਹੇ ਨੇ, ਜਿਸ ਤਰ੍ਹਾਂ ਦੇ ਵੀ ਇਹਨਾਂ ਨੇ ਆਪਦੇ ਕੋਲ ਵੱਡੇ ਅਹੁਦੇ ਜਾਂ ਵੱਡੇ ਡਿਪਾਰਟਮੈਂਟ ਰੱਖੇ ਨੇ, ਉਹਨਾਂ ਡਿਪਾਰਟਮੈਂਟਾਂ ਨੂੰ ਵੀ ਇਹਨਾਂ ਨੇ ਪ੍ਰੋਪਰ ਜਿਹੜਾ ਉਹਨੂੰ ਮੈਨੇਜ ਨਹੀਂ ਕੀਤਾ ਜੀ। ਜੇ ਉਹਨਾਂ ਨੂੰ ਪ੍ਰੋਪਰ ਮੈਨੇਜ ਕਰਦੇ ਨਾ, ਦੂਜੀ ਮਿਨਿਸਟਰੀ ਕੁਛ ਵੀ ਕੀਤੀ ਜਾਂਦੀ ਹੈ। ਫਰਜ਼ ਕੀਤਾ ਇਹਨਾਂ ਕੋਲ ਐਗਰੀਕਲਚਰ ਸੈਕਟਰ ਸੀ ਤੇ ਕਿਸਾਨੀ ਨਾਲ ਰਿਲੇਟਡ ਜੀ, ਕਿ ਸਰਕਾਰ ਕਿਸਾਨਾਂ ਨੂੰ ਕੁਝ ਨਾ ਕੁਝ ਖਾਸ ਸਹੂਲਤਾਂ ਦਿੰਦੀ, ਕਿਸੇ ਪ੍ਰਕਾਰ ਦੀ ਗੱਲਬਾਤ ਕਰਦੀ, ਉਹ ਵੀ ਇਹਨਾਂ ਕੁਛ ਨਹੀਂ ਕੀਤਾ ਜੀ। ਜੇ ਇਹਨਾਂ ਕੋਲ ਦੂਜੇ ਮਹਿਕਮੇ ਨੇ ਤੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਜਿਹੜੇ 3-4 ਮਹਿਕਮੇ ਇਹਨਾਂ ਦੇ ਕੋਲ ਰੱਖੇ ਨੇ, ਹੋਮ ਮਿਨਿਸਟਰੀ ਦੇ ਰੱਖਿਆ ਤੇ ਉਹਦੇ ਵਿੱਚ ਹੀ ਵੇਖਿਆ ਜਾਵੇ ਤੇ ਕਿਸੇ ਪ੍ਰਕਾਰ ਦੀ ਇਹਦੀ ਡਿਵੈਲਪਮੈਂਟ ਨਹੀਂ ਜਿਹੜੇ ਘਰੇਲੂ ਲੈਵਲ ਤੇ ਹੋਈ। ਕਿ ਜੇ ਅਸੀਂ ਕਹੀਏ ਕਿ ਇਹਨਾਂ ਨੇ ਉਹਦੇ ਵਿੱਚ ਬੜੇ ਮਾਰਕੇ ਮਾਰੇ ਨੇ ਤੇ ਜਿਹਦੇ ਕਾਰਨ ਕਰਕੇ ਲੋਕ ਇਹਨਾਂ ਨਾਲ ਜੁੜਨ। ਕੁੱਲ ਮਿਲਾ ਕੇ ਰਮਾਣਾ ਸਾਹਿਬ, ਮੈਂ ਇੱਕ ਕਿਸਾਨੀ ਨਾਲ ਜੁੜਿਆ ਮੁੱਦਾ ਤੁਹਾਡੇ ਕੋਲ ਅੱਜ ਰੱਖਦਾ ਕਿ ਸੈਂਟਰ ਦੇ ਵਿੱਚ ਦਿਨ ਰਾਤ ਪੈਟਰੋਲ ਦਾ, ਡੀਜ਼ਲ ਦਾ ਰੇਟ ਵਧ ਰਿਹਾ ਜੀ। ਕਿਸਾਨੀ ਦੇ ਨਾਲ ਡੀਜ਼ਲ ਸੰਬੰਧਿਤ ਹੈ, ਬਹੁਤ ਜ਼ਿਆਦਾ ਕਿਸਾਨੀ ਨਾਲ ਰਿਲੇਟਡ ਹੈ। ਜਦੋਂ ਕਿ ਸਾਡੇ ਕੋਲ ਬਿਜਲੀ ਨਾ ਆਵੇਗੀ ਤੇ ਡੀਜ਼ਲ ਨਹੀਂ ਚਲਾਉਣਾ, ਅਸੀਂ ਕੱਦੂ ਮਾਰਨਾ, ਜ਼ਮੀਨ ਵਾਹੁਣੀ ਹੈ, ਉਹ ਡੀਜ਼ਲ ਜਿੰਨਾ ਸਾਰਾ ਕਾਰੋਬਾਰ, ਹਰ ਇੱਕ ਕਾਰੋਬਾਰ ਚੱਲਣਾ। ਜੇ ਟਰਾਂਸਪੋਰਟ ਵੈਜੀਟੇਬਲ ਲੈ ਕੇ ਜਾਣਾ, ਅਨਾਜ ਲੈ ਕੇ ਜਾਣਾ ਮੰਡੀ ਤਿੱਕਰ, ਤੇ ਉਹ ਡੀਜ਼ਲ ਨਾਲ ਸਾਡਾ ਚੱਲਣਾ। ਇੱਕ ਵਾਰੀ ਸ਼ਬਦ ਬੋਲਿਆ ਇਹਨਾਂ ਨੇ ਕਿਤੇ ਵੀ ਸਰਕਾਰ ਵਧਾ ਰਹੀ ਨਾ, ਗੱਲ ਤਾਂ ਇਹ ਚੀਜ਼ ਦੀ ਹੈ। ਫਿਰ ਇਹਦੇ ਵਿੱਚ ਅਸੀਂ ਕੀ, ਜਿਹੜੇ ਲੋਕ ਨੇ ਉਹ ਕੀ ਸੋਚਣਗੇ ਕਿ ਇਹ ਸਰਕਾਰ ਬੀਜੇਪੀ ਦੀ ਹੈ ਜਾਂ ਇਹਨਾਂ ਦੇ ਲਈ ਤਾਂ ਆਪ ਵਰਦਾਨ ਬਣਿਆ ਪਿਆ ਜੀ। ਇਹਨਾਂ ਨੇ ਤਾਂ ਆਪ ਟੈਕਸ ਲਾਇਆ ਵਾ। ਜਿਹੜੀ ਬੀਜੇਪੀ ਦੀ 15 ਦਿਨ ਤੋਂ ਲਗਾਤਾਰ ਸਰਕਾਰ ਪੈਸੇ ਵਧਾ ਰਹੀ ਸੀ ਤਾਂ ਬੋਲਣ। ਜੇ ਮਤਲਬ ਭੁੱਲਰ ਸਾਹਿਬ, ਸੰਧੂ ਸਾਹਿਬ ਦਾ ਫੋਨ ਕੱਟ ਗਿਆ ਜੀ ਮੇਰਾ ਖਿਆਲ। ਸੋ ਸੱਚਮੁੱਚ ਹੀ ਕਿਤੇ ਟਰੈਵਲ ਤੇ ਹੋਣਗੇ ਖੇਤ ਦੇ ਵਿੱਚ, ਜਿੱਥੇ ਕਿਤੇ ਨਾ ਕਿਤੇ ਉਹਨੇ ਬੈਟਰੀ ਡਾਊਨ ਹੋ ਗਈ ਜੀ ਰਮਾਣਾ ਸਾਹਿਬ। ਅੱਛਾ, ਹਾਂ ਇਹ ਹੋ ਸਕਦਾ। ਜਦੋਂ ਕਾਲ ਕੱਟੀ ਇਹਨੇ ਟਰਨ ਕੀਤਾ ਇੱਕ ਵਾਰੀ, ਉਹਦੀ ਬੈਟਰੀ ਡਾਊਨ ਹੋ ਸਕਦਾ ਸਰ। ਬਿਲਕੁਲ ਸਰ, ਇਹ ਕਿਉਂਕਿ ਸੋਸ਼ਲ ਐਕਟਿਵਿਸਟ ਵੀ ਨੇ, ਸਾਰਾ ਦਿਨ ਕੰਮ ਚੱਲਦਾ ਇਹਨਾਂ ਦਾ, ਹੋ ਸਕਦਾ ਪੋਸੀਬਿਲਿਟੀ ਹੈਗੀ। ਪਰ ਭੁੱਲਰ ਸਾਹਿਬ, ਜੇ ਦੇਖਿਆ ਜਾਵੇ ਸਾਰਾ ਕੁਝ ਇਸ ਦੇ ਵਿੱਚ ਹੀ ਜਿਹੜਾ ਜੀ ਹੈਗਾ, ਤੇ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਫਿਰ ਖਤਰਨਾਕ ਹਾਲਾਤਾਂ ਵੱਲ ਨੂੰ ਵੱਧਦੇ ਜਾ ਰਹੇ ਨੇ ਸਾਰੇ ਲੋਕ ਜੀ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬੋਲ ਨਹੀਂ ਰਹੇ, ਉਹ ਵੀ ਇਹਦੇ ਵਿੱਚੋਂ ਲਾਹਾ ਲੈ ਰਹੇ ਨੇ। ਔਰ ਜਿਹੜੇ ਆਮ ਵੋਟਰ ਨੇ ਉਹ ਕਰਨਗੇ ਕੀ ਸਰ? ਮਤਲਬ ਬੀਜੇਪੀ ਦੀ ਉਹ ਸਰਕਾਰ ਜਿਹੜੀ 10 ਪੈਸੇ ਵਧਣ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਦੇ ਉੱਤੇ ਚੂੜੀਆਂ ਭੇਜਦੀ ਸੀ, ਇੰਨਾ ਕੁਝ ਡਰਾਮਾ ਗਾ, ਮਹਿੰਗਾਈ
प्रधानमंत्री जी देश पूछ रहा है और हुण जो लगातार 15 दिन तो रेट वध रहे हैं और उस समय ते जो पेट्रोल सारी दुनिया दे विच जमीन दे उत्ते डिग चुक्या सर डीजल पेट्रोल है जिहड़ा क्रूड ऑयल है एडे लोएस्ट लैवल दे उत्ते हैगा ते रेट जिहड़े मैनूं लगदा फिर इस करके कांग्रेस पार्टी भी इंतजार कर रही होगी कि हौली हौली जिहड़ा जी 20-25 दिन होर रुक जाइए जो 100 रुपए लीटर पेट्रोल ते डीजल हो जाऊगा उदों गल करांगे क्योंकि हुण भी 50 रुपए जिहड़े है टैक्स दिता जा रहा जी हर उत्ते 50 तो उत्ते रुपए टैक्स है जी 55 रुपए के करीब टैक्स पैंदा होगा 18-19 रुपए जिहड़ा उहदे उत्ते पैंदा जी बाकी मतलब 19 रुपए च पेट्रोल पैंदा बाकी सारे टैक्स च है सो सोनू नहीं लगता कि सर वोटरां दे नाल सियासी लीडर चाहे वो सेंटर की सरकार है चाहे वो पंजाब की सरकार है सीधे रूप दे विच वोटरां दा जिहड़ा जी वो खून चूस रही है पेट्रोल ते डीजल के मामले के उत्ते राणा साहब ਇਹਦੇ ਵਿੱਚ ਇਹ ਹੈ ਕਿ ਜਿਹੜੀ ਸਿਆਸਤਦਾਨ ਨੇ ਨਾ ਇਹ ਤਿੱਕਰ ਦੇ ਨੇ ਕਿ ਇਹ ਸਿਰੇ ਤੇ ਲੈ ਜਾਣਾ ਚਾਹੁੰਦੇ ਜੀ ਕਿਸੇ ਵੀ ਕੰਮ ਨੂੰ ਸਿਰੇ ਤੇ ਲਿਜਾ ਕੇ ਤੇ ਜਦੋਂ ਤੁਸੀਂ ਥੱਲੇ ਸੁੱਟਦੇ ਨੇ ਚਾਹੇ ਉਹ ਤੁਸੀਂ ਤੇਲ ਦੇ ਰੇਟ ਕਰ ਰਹੇ ਹੋ ਗੱਲ ਕਰ ਰਹੇ ਜੇ ਜਾਂ ਹੋਰ ਕਈ ਸਹੂਲਤਾਂ ਦੀ ਗੱਲ ਕਰ ਰਹੇ ਜੇ ਤਾਂ ਉਦੋਂ ਇਹ ਆ ਕਿ ਉਹਦਾ ਪ੍ਰਭਾਵ ਜਿਹੜਾ ਆਮ ਪਬਲਿਕ ਤੇ ਬਹੁਤ ਜ਼ਿਆਦਾ ਪਈ ਜਿਹੜੇ ਅੱਜ ਤੁਸੀਂ ਰੇਟ ਦੇਖ ਰਹੇ ਇਹਨਾਂ ਵੀ ਸੈਂਟਰ ਦੇ ਵਿੱਚ ਲਗਾਤਾਰ ਇਨਕਰੀਜ਼ ਹੋ ਰਹੇ ਨੇ ਕੁਛ ਦਿਨ ਜਾਂਦੇ ਨੇ ਜਿੱਦਣ ਇਲੈਕਸ਼ਨ ਬਿਹਾਰ ਦੇ ਵਿੱਚ ਹੋਇਆ ਜਿੱਦਣ ਇਲੈਕਸ਼ਨ ਬੰਗਾਲ ਦੇ ਵਿੱਚ ਹੋਇਆ ਇਹਦੇ ਵਿੱਚ ਇਹਨਾਂ ਨੇ ਕੁਝ ਨਾ ਕੁਛ ਦੇ ਵਿੱਚ ਰੇਟ ਤੋੜਦੇ ਨੇ ਲੋਕਾਂ ਨੂੰ ਆਖਣਾ ਆ ਵੇਖਿਆ ਰਾਹ ਦਿੱਤੀ ਜੀ ਲੋਕਾਂ ਦੇ ਭਾਵਨਾਵਾਂ ਦਾ ਇਹ ਆਘਾਤ ਕਰਦੇ ਨੇ ਤੇ ਉਹਨਾਂ ਨੂੰ ਮਤਲਬ ਆਪਦੇ ਉਹਦੇ ਖਿੱਚਣ ਵਾਸਤੇ ਇਹੋ ਜਿਹੇ ਟੋਲ ਇਹ ਵਰਤ ਲੈਂਦੇ ਨੇ ਭਾਵੇਂ ਉਹ ਕਾਂਗਰਸ ਪਾਰਟੀ ਤੇ ਭਾਵੇਂ ਉਹ ਬੀਜੇਪੀ ਪਾਰਟੀ ਕੋਈ ਵੀ ਹੈ ਦੂਜੇ ਪਾਸੇ ਕਰਮਾਣਾ ਸਾਹਿਬ ਮੈਂ ਕਹੂੰ ਤੁਹਾਨੂੰ ਥੋੜਾ ਜਿਹਾ ਚਲੋ ਸਾਂਝੀ ਕਰਦੇ ਹਾਂ ਜੋ ਮੇਰੇ ਵਿਚਾਰ ਦੇ ਵਿੱਚ ਜੀ ਜੀ ਕਿ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ ਕਿ ਲਗਾਤਾਰ 14 ਦਿਨ ਤੋਂ 15 ਦਿਨ ਤੋਂ ਡੀਜ਼ਲ ਪੈਟਰੋਲ ਦੇ ਰੇਟ ਵਧ ਰਹੇ ਨੇ ਔਰ 60 ਸਾਲ ਦਾ ਰਿਕਾਰਡ ਡਾਊਨ ਰੇਟ ਤੇ ਚੱਲ ਰਿਹਾ ਇਸ ਵੇਲੇ ਕਰੂਡ ਆਇਲ ਜੀ ਸੰਸਾਰ ਭਰ ਦੇ ਵਿੱਚ ਸਾਰਿਆਂ ਨਾਲੋਂ ਡਾਊਨ ਰੇਟ ਇਸ ਤਰ੍ਹਾਂ ਚੱਲ ਰਿਹਾ ਜੀ ਜੀ ਔਰ ਸਾਡੇ ਕੋਲੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੇਟ ਹੋਇਆ ਪਿਆ ਉਹਦੇ ਵਿੱਚ ਇੱਕ ਚੀਜ਼ ਇਹ ਆ ਕਿ ਕਿਉਂ ਨਹੀਂ ਬੋਲਦੀ ਆਪੋਜੀਸ਼ਨ ਪਾਰਟੀ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇੰਨਾ ਕੁ ਡਰਾ ਦਿੱਤਾ ਗਿਆ ਹੈ ਕਿ ਇੱਕ ਸ਼ਖਸ ਦੇ ਉੱਤੇ ਫਰਜ਼ ਕੀਤਾ ਉਹ ਸਰਕਾਰ ਦੇ ਉਲਟ ਬੋਲਦਾ ਕਿ ਤੁਸੀਂ ਆਹ ਗਲਤ ਕਰ ਰਹੇ ਜੇ ਤੇ ਉਹਦੇ ਤੇ ਜਦੋਂ ਇਹ ਦੇਸ਼ ਧਰੋਹ ਦਾ ਕੇਸ ਦਰਜ ਹੁੰਦਾ ਹੈ ਨਾ ਉਹਦੇ ਤੋਂ ਜਾਂਚ ਛਡਾਉਣੀ ਮੁਸ਼ਕਿਲ ਹੁੰਦੀ ਜੀ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿੰਨੀਆਂ ਵੀ ਪਾਰਟੀਆਂ ਨੇ ਕੋਈ ਵੀ ਪਾਰਟੀ ਇਸ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਸਾਹਮਣੇ ਆਵੇ ਸ਼ਰੇਆਮ ਕਹਿੰਦੀ ਹੋਵੇ ਤੁਸੀਂ ਰੇਟ ਵਧਾਇਆ ਕਿਉਂ ਵਧਾਇਆ ਸਾਨੂੰ ਇਹ ਲੌਜਿਕ ਦੱਸੋ ਕਾਰਨ ਦੱਸੋ ਰੇਟ ਵਧਾਓ ਕੋਈ ਗੱਲ ਨਹੀਂ ਮਾਣਾ ਰੇਟ ਵਧਾਓ ਕੋਈ ਗੱਲ ਨਹੀਂ ਮੁਸ਼ਕਲ ਕੋਈ ਗੱਲ ਨਹੀਂ ਦੇਸ਼ ਨੂੰ ਮੁਸ਼ਕਲ ਬਣੀ ਉਹਦਾ ਹੱਲ ਬਦਲ ਵਾਸਤੇ ਤੁਸੀਂ ਕਰ ਰਹੇ ਪਰ ਉਹਦੀ ਹੱਲ ਨਹੀਂ ਬਦਲਣ ਲਈ ਕੀਤਾ ਜਿਹੜਾ 9 ਪੈਨਸ਼ਨਾਂ ਲੈ ਰਹੇ ਨੇ ਜਿਹੜੇ ਜੀ ਐਮਪੀ ਵਿਧਾਇਕ ਪੁਰਾਣੇ ਉਹਨਾਂ ਨੂੰ ਵੀ ਦੇਖ ਕਿਤੇ ਕਰ ਦਿੱਤਾ ਜਾਵੇ ਉਹ ਵੀ ਤਾਂ ਫਿਰ ਸੋਚਿਆ ਜਾਵੇ ਨਾ ਉਹਦੇ ਬਾਰੇ ਮਾਣਾ ਸਾਹਿਬ ਗੱਲ ਉਹਦੀ ਗੱਲ ਇਹ ਆ ਕਿ ਉਹਦੀ ਪਾਰਦਰਸ਼ਤਾ ਹੋਏ ਤੇ ਇਹਨਾਂ ਕਾਰਨਾਂ ਕਰਕੇ ਵਧਾ ਰਿਹਾ ਫਿਰ ਅਗਲਾ ਕੁਐਸਚਨ ਪੁੱਛੇਗਾ ਨਾ ਫਿਰ ਕਹੇਗਾ ਵੀ ਜਦੋਂ ਤੁਸੀਂ ਪੈਟਰੋਲ ਦਾ ਰੇਟ ਇਹਨਾਂ ਕਰਕੇ ਵਧਾਇਆ ਡੀਜ਼ਲ ਦਾ ਇਹਦੇ ਕਰਕੇ ਵਧਾਇਆ ਤੇ ਆਪਦੀਆਂ ਦੇ ਪੈਨਸ਼ਨਾਂ 5 ਲੈ ਰਹੇ ਉਹਦੇ ਵਿੱਚ ਕੱਢਦੇ ਹੋਣਾ ਇੱਕ ਐਮਰਜੈਂਸੀ ਦੇ ਵਿੱਚ ਤੁਸੀਂ 66000 ਰੁਪਏ NPA ਮਾਫ ਕਰ ਦਿੱਤਾਗਾ ਸਾਡਾ ਗਲਾ ਘੁੱਟ ਰਿਹਾ ਤੁਸੀਂ 66000 ਕਿਉਂ ਮਾਫ ਕੀਤਾ ਤਾਂ ਉਹ ਗੱਲ ਇਹ ਉਹ ਸੈਂਟਰ ਦੇ ਵਿੱਚ ਵੀ ਉਹ ਚੱਲ ਰਹੀ ਤੇ ਸਟੇਟ ਦੇ ਵਿੱਚ ਉਹ ਚੱਲ ਰਹੀ ਇਹ ਸਾਰੇ ਲੋਕ ਜਿਹੜੇ ਨੇ ਸਿਆਸਤਦਾਨ ਜਿਹੜੇ ਨੇ ਕੁੱਲ ਮਿਲਾ ਕੇ ਅੱਜ ਬਠਿੰਡੇ ਦੇ ਵਿੱਚ ਇੱਕ ਆਮ ਨਾਗਰਿਕ ਨੇ ਜੀ ਆਪਦੇ ਕੱਪੜੇ ਪਾੜ ਕੇ ਮਤਲਬ ਸਾਬਕਾ MCA ਮਿਊਨਿਸਪਲ ਕਾਉਂਸਲਰ ਹੈ ਜੀ ਪਰਸਰਾਮ ਨਗਰ ਦੇ ਵਿੱਚ ਵਿਜੇ ਉਸ ਨੇ ਆਪਦੇ ਕੱਪੜੇ ਪਾੜ ਕੇ ਸਕੂਟਰ ਤੋਂ ਡਿੱਗਿਆ ਜੀ ਡਿੱਗ ਕੇ ਉਹਨੇ ਫਿਰ ਸੜਕ ਦੇ ਉੱਤੇ ਡਿੱਗ ਕੇ ਕੱਪ ਕਮੀਜ਼ ਪਜਾਮਾ ਪਾੜਿਆ ਵਾ ਔਰ ਸੜਕ ਦੇ ਉੱਤੇ ਡਿੱਗ ਕੇ ਘਾਹ ਤੇ ਪੱਤੇ ਖਾਦੇ ਆ ਜੀ ਕਹਿੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਦਾ ਇਹੀ ਕੁਝ ਹੋਊਗਾ ਨਾ ਤਾਂ ਪੰਜਾਬ ਦੀ ਸਰਕਾਰ ਨੇ ਵਾਅਦੇ ਪੂਰੇ ਕੀਤੇ ਨੇ ਨਾ ਕੇਂਦਰ ਦੀ ਸਰਕਾਰ ਨੇ ਕੀਤੇ ਨੇ ਤੇ ਲੋਕ ਘਾਹ ਫੂਸ ਖਾਣ ਨੂੰ ਹੀ ਮਜਬੂਰ ਹੋ ਜਾਣਗੇ ਇਹ ਬਠਿੰਡੇ 'ਚ ਅੱਜ ਦੁਪਹਿਰ ਦੇ ਵਿੱਚ ਪ੍ਰੋਟੈਸਟ ਹੋਇਆ ਜੀ ਦੇਖੋ ਜੀ ਇਹ ਬਹੁਤ ਮਤਲਬ ਸ਼ਰਮਨਾਕ ਚੀਜ਼ ਜਿਹੜੇ ਸਿਆਸਤਦਾਨ ਜਾਂ ਰਾਜਕਰਤਾ ਜਿਹੜੀ ਪਾਰਟੀਆਂ ਉਹਨਾਂ ਵਾਸਤੇ ਆ ਕਿ ਇੱਕ ਉਹ ਸ਼ਖਸ ਉਹ ਇੱਕ ਐਗਜ਼ਾਮਪਲ ਦਿੰਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੀ ਸਾਡੇ ਸਟੇਟ ਦੀ ਆਹ ਹਾਲਾਤ ਹੋਣ ਜਾ ਰਹੇ ਨੇ ਜੇ ਤੁਹਾਨੂੰ ਕੋਈ ਗੱਲ ਦੇ ਜਿਵੇਂ ਦਿਮਾਗ ਤੇ ਬੋਝ ਨਹੀਂਗਾ ਤੁਸੀਂ ਇਸ ਬਾਰੇ ਸੋਚਦੇ ਨਹੀਂ ਵਿਚਾਰਦੇ ਨਹੀਂ ਹਰ ਪੱਖ ਤੋਂ ਰਮਾਣਾ ਸਾਹਿਬ ਉਹਦੇ ਵਿਚਾਰੇ ਦੇ ਵਿਚਾਰ ਸਹੀ ਨੇ ਕਿਸੇ ਪੱਖੋਂ ਤੋਂ ਕੋਈ ਦੱਸੋ ਕਿ ਇਸ ਗੱਲੋਂ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਤੇ ਉਹ ਪਾਸਾ ਵਿਖਾਇਆ ਜਾ ਸਕਦੀ ਆ ਪ੍ਰੋਗਰੈਸ ਹੋ ਰਹੀ ਹੈ ਹਰ ਪਾਸੇ ਡਾਊਨਫਾਲ ਹੋ ਰਿਹਾ ਚਲੋ ਠੀਕ ਕਰੋਨਾ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ
ਪਰ ਕਰੋਨਾ ਦੇ ਪ੍ਰਭਾਵ ਦੇ ਨਾਲ ਜਿਹੜੇ ਪਹਿਲੇ ਸਾਡੇ ਕੋਲ ਇਹਨਾਂ ਜ਼ਿੰਦਗੀ ਦੇ ਵਿੱਚ ਇੰਨੇ ਸਾਲ ਬਸਰ ਕੀਤੇ ਜਾਂ 6 ਸਾਲ ਦੀ ਯੂਨੀਵਰਸਿਟੀ ਕੀਤੀ 5 ਸਾਲ ਕੀਤੀ ਹੈ, ਉਹਦੇ ਵਿੱਚ ਅਸੀਂ ਕੀ ਪ੍ਰਾਪਤੀ ਕੀਤੀ ਹੈ, ਜਿਹੜੀ ਪ੍ਰਾਪਤੀ ਅੱਜ ਸਾਨੂੰ ਜਿਵੇਂ ਨੇ ਜੋੜ ਕੇ ਰੱਖਿਆ ਹੋਵੇ ਤੇ ਕੰਮ ਆਉਂਦਾ ਖਾਣ ਵਾਸਤੇ ਜੀ। ਅਸੀਂ ਮਤਲਬ 2.5-3 ਮਹੀਨਿਆਂ ਦੇ ਵਿੱਚ ਹੀ ਸਾਡਾ ਸਾਰਾ ਕੁਝ ਖਤਮ ਹੋ ਗਿਆ ਰਮਾਨ ਸਾਹਿਬ। ਸਾਡੇ ਕੋਲ ਇਹਨੇ ਮਤਲਬ 6-5 ਸਾਲਾਂ ਦੀ ਜਿਹੜੀ ਕਮਾਈ ਕੀਤੀ ਸੀ ਉਹ ਸਾਡੀ ਜਿਹੜੀ ਹੈ ਤਕਰੀਬਨ 3 ਮਹੀਨਿਆਂ ਦੇ ਵਿੱਚ ਜਿਹੜਾ ਪਿਛਲੇ ਸਰਕਾਰਾਂ ਨੇ ਰੱਖਿਆ ਵਾ ਸੀ ਐਮਰਜੈਂਸੀ ਵਾਸਤੇ, ਉਹ ਤਾਂ ਇਸੇ ਹੀ ਪ੍ਰਧਾਨ ਮੰਤਰੀ ਨੇ ਪਹਿਲਾਂ ਲੈ ਕੇ ਲੋਨ ਕਢਾ ਲਿਆ ਸੀ ਜੇ ਜ਼ਬਰਦਸਤੀ RBI ਤੋਂ ਜੀ। ਉਹੀ ਤਾਂ ਗੱਲ ਕਰ ਰਿਹਾ ਦਾ ਕਾਰਨ ਕੀ ਹੈ ਫਿਰ ਇਹ ਗੱਲ ਤੇ ਇੱਥੇ ਨਿਬੜਦੀ ਵੀ 5 ਸਾਲਾਂ ਦੇ ਵਿੱਚ ਅਸੀਂ ਕੋਈ ਕਮਾਈ ਨਹੀਂ ਨਾ ਕੀਤੀ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਕਿ ਕਮਾਈ ਕਰਾਂਗੇ, ਟੈਕਸ ਕਵਤਰ ਕੀਤਾ ਜਾਵੇਗਾ, ਮਾਈਂਡ ਤੋਂ ਇੰਨਾ ਆਵੇਗਾ, ਦੂਜੇ ਤੋਂ ਇੰਨਾ ਆਵੇਗਾ, ਸਾਰੇ ਦੱਸਦੇ ਆ ਵੀ ਆਹ ਬਾਹਰੋਂ ਪੈਸਾ ਆ ਜਾਏਗਾ ਜਿਹੜਾ 2 ਨੰਬਰ 'ਚ ਗਿਆ ਹੋਇਆ ਕਾਲਾ ਤਲ ਇਕੱਠਾ ਕਰ ਲਾਂਗੇ। ਅਸੀਂ ਉਹ ਤਾਂ ਇਕੱਠਾ ਹੀ ਕਰਨਾ ਸੀ, ਸਾਡੇ ਕੋਲੋਂ ਲੈ ਕੇ ਚਲੇ ਗਏ, ਸਾਡਾ ਖਜ਼ਾਨੇ ਚਲੇ ਗਏ ਜੀ। ਤਾਂ ਰਮਾਣਾ ਸਾਹਿਬ ਕੁੱਲ ਮਿਲਾ ਕੇ ਵੇਖਿਆ ਜਾਵੇ ਤੇ ਇਹ ਸਰਕਾਰਾਂ ਜਿਹੜੀਆਂ ਨੇ ਸਾਡੇ ਮਤਲਬ ਆਮ ਪਬਲਿਕ ਵਾਸਤੇ ਸੁਹਿਰਦ ਨਹੀਂ ਗਈਆਂ, ਇਹ ਚੰਦ ਲੋਕਾਂ ਦੇ ਮਫਾਦ ਨੂੰ ਪੂਰਾ ਕਰਨ ਵਾਸਤੇ ਇਹ ਜੁਗਤਾਂ ਬਣਾਈਆਂ ਜਾ ਰਹੀਆਂ ਨੇ। ਵੱਡੀਆਂ ਕੰਪਨੀਆਂ, ਅੱਜ ਇੱਕ ਕੰਪਨੀ ਦਾ ਆਪਾਂ ਗੱਲ ਕਰ ਰਹੇ, ਖਬਰ ਕਰ ਰਹੇ ਸਾਂ, ਉਹ ਤਾਂ ਵੱਡੀ ਹੁੰਦੀ ਜਾਂਦੀ ਹੈ ਤੇ ਗਰੀਬ ਹੋਰ ਗਰੀਬ ਹੁੰਦਾ ਜਾਂਦਾ। ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸੰਕੇਤ ਜਾ ਰਿਹਾ ਰਮਾਣਾ ਸਾਹਿਬ, ਸਾਡਾ ਜਿਹੜਾ ਕਿਸਾਨ ਹੈ ਉਹ ਤਕਰੀਬਨ ਬੇਰੁਜ਼ਗਾਰੀ ਦੇ ਨਾਲ ਆਪਦੀ ਜ਼ਮੀਨ ਤੋਂ ਹੀ ਵਾਂਝਾ ਹੋਣ ਜਾ ਰਿਹਾ। ਬਿਲਕੁਲ ਇਹ ਵੱਡੇ ਇਦਾਰੇ ਜਿਹੜੇ ਨੇ ਉਹ ਇਹਦੇ ਮਾਲਕ ਬਣ ਜਾਣਗੇ ਜਦੋਂ ਕਰਜ਼ਾ ਸਾਡੇ ਤੋਂ ਜਿਹੜਾ ਕੁਝ ਬਹੁਜਨ ਸਮਾਜ ਪਾਰਟੀ ਦੇ MP ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ, ਲਗਭਗ ਉਧਰ ਨੂੰ ਹੀ ਵੱਧਦੀ ਹੋਈ ਗੱਲ ਨਜ਼ਰ ਆ ਰਹੀ ਹੈ ਜੀ ਰਮਾਣਾ ਸਾਹਿਬ। ਕੁੱਲ ਮਿਲਾ ਕੇ ਉਹ ਜਿਹੜੇ ਉਹਨਾਂ ਦਿੱਤਾ ਨਾ ਵਿਚਾਰ ਉੱਥੇ ਪਾਰਲੀਮੈਂਟ ਦੇ ਵਿੱਚ, ਉਹ ਵਿਚਾਰਾਂ ਦੇ ਉੱਤੇ ਜਿਹੜਾ ਉਹ ਪੂਰਾ ਖਰਾ ਉਤਰਦਾ ਦਿਸਦਾ ਹੈ ਕਿ ਆਉਣ ਵਾਲੇ ਹਾਲਾਤ ਇਸ ਤਰ੍ਹਾਂ ਦੇ ਹੋ ਰਹੇ ਨੇ ਕਿ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਸਾਨੂੰ ਐਜ਼ ਏ ਲੇਬਰ ਯੂਜ਼ ਕਰਨਗੀਆਂ ਔਰ ਮਲਕੀਅਤ ਜਿਹੜੀ ਜ਼ਮੀਨ ਜਾਇਦਾਦ ਹੈ ਉਹਨਾਂ ਦੀ ਹੋਵੇਗੀ, ਕਿਉਂਕਿ ਸਾਡੇ ਕੋਲੋਂ ਕਰਜ਼ੇ ਦਿੱਤੇ ਨਹੀਂ ਜਾਣੇ ਔਰ ਕਰਜ਼ੇ ਨਾ ਦਿੱਤੇ ਜਾਣ ਕੇ ਸਾਡੀ ਤਰੱਕੀਆਂ, ਸਾਡੀ ਡਿਗਰੀਆਂ ਆਉਣਗੀਆਂ। ਇਹ ਆਮ ਲੋਕ ਭੁੱਲ ਜਾਣਗੇ NP ਉਹਨਾਂ ਦਾ ਮਾਫ ਹੋ ਜਾਊਗਾ। ਹਾਂ, ਉਹਨਾਂ ਦੇ ਵਿੱਚ ਉਹ ਜਿਹੜੀ ਜ਼ਮੀਨਾਂ ਨੇ ਉਹ ਵੱਡੇ ਜਿਹੜੇ ਅਦਾਰੇ ਨੇ ਉਹ ਖਰੀਦ ਲੈਣਗੇ ਤੇ ਅਸੀਂ ਜਿਹੜੇ ਬੇਰੁਜ਼ਗਾਰ ਤੇ ਸਿਰਫ ਕੰਮ ਰਹਿ ਕੇ ਕੰਮ ਕਰਾਂਗੇ, ਉਧਰ ਨੂੰ ਸੰਕੇਤ ਹੁੰਦੇ ਜਾ ਰਹੇ ਨੇ। ਇਹ ਅੱਜ ਸਾਡੇ ਜਿਹੜੇ ਦੇਸ਼ ਦੇ ਸਾਡੇ ਸਟੇਟ ਦੇ ਜਿਹੜੇ ਨਾਗਰਿਕ ਨੇ, ਕਿਸਾਨ ਹੈ, ਆਮ ਕੰਮ ਆਮ ਕਿੱਤੀ ਹੈ, ਉਹ ਨਹੀਂ ਜਾਗਦਾ ਤੇ ਆਉਣ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੋਵੇ। ਬਿਲਕੁਲ ਜੀ। ਨਾਲ ਹੀ ਤਰਲੋਚਨ ਸਿੰਘ ਜੀ ਨੇ ਲਿਖ ਕੇ ਭੇਜਿਆ ਲੰਡਨ ਤੋਂ ਜੀ, ਲਿਖ ਕੇ ਘਰ ਦੇ ਵਿੱਚ ਆਪਣੇ ਪੁਰਾਣੇ ਘਰਾਂ ਦੇ ਵਿੱਚ ਇੱਕ ਚੌਧਰੀ ਬਣਾਇਆ ਹੁੰਦਾ ਸੀ ਜਿਹਦੇ ਕੋਲੇ ਸਾਰਾ ਕਾਗਜ਼ ਪੱਤਰ ਤੇ ਤਿਜੋਰੀ ਦੀ ਚਾਬੀ ਉਸ ਕੋਲ ਹੁੰਦੀ ਸੀ, ਪਰ ਉਹ ਸਾਰਾ ਦਿਨ ਕੰਮ ਡੱਕਾ ਨਹੀਂ ਤੋੜਦਾ ਤੇ ਸਾਰਿਆਂ ਨੂੰ ਕੰਮ ਜਿਹੜਾ ਜੀ ਉਹ ਲਾਈ ਰੱਖਦਾ ਸੀਗਾ ਸਰ। ਉਹੀ ਹਾਲ ਹੁਣ ਜਿਹੜਾ ਜੀ ਸਾਡੇ ਪੰਜਾਬ ਦਾ ਹੋਇਆ ਵਾ ਲੱਗਦਾ ਹੈਗਾ। ਇਹ ਲਿਖ ਕੇ ਉਹਨਾਂ ਨੇ ਜਿਹੜਾ ਜੀ ਉਹ ਭੇਜਿਆ ਹੋਇਆ ਹੈਗਾ ਤੇ ਨਾਲ ਹੀ ਜਸਵੀਰ ਸਿੰਘ ਮਤਲਬ ਵੱਡੇ ਵੀਰ ਨੇ ਲਿਖ ਕੇ ਭੇਜਿਆ, ਸੰਧੂ ਸਾਹਿਬ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸੋ ਵੀਰ ਜੀ ਜਸਵੀਰ ਸਤਿ ਸ਼੍ਰੀ ਅਕਾਲ ਜੀ। ਸੋ ਹੋਰ ਕੁਝ ਵੀਰ ਜੀ ਤੁਸੀਂ ਇਸ ਸਬਜੈਕਟ ਦੇ ਉੱਤੇ ਕਹਿਣਾ ਚਾਹੁੰਦੇ ਹੋਗੇ ਸਰ ਭੁੱਲਰ ਸਾਹਿਬ, ਤਾਂ ਕਿ ਆਪਾਂ ਇਹਨੂੰ ਕਨਕਲੂਡ ਕਰੀਏ। ਮਾਨ ਸਾਹਿਬ ਗੱਲ ਹੈ ਕਿ ਮੈਂ ਜੇ ਤੁਹਾਡੀ ਜਿਹੜੀ ਤੁਸੀਂ ਮੁੱਦਾ ਲੈ ਕੇ ਆਏ, ਮੈਂ ਉਹਦੇ ਮੁੱਦੇ ਤੇ ਗੱਲ ਕਰਾਂ ਤੇ ਜਿੰਨੇ ਕਿ ਇਹ ਕਹਿੰਦੇ ਨੇ ਕਿ ਅਸੀਂ ਛੋਟੀ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਉਹਦੇ ਵਿੱਚ ਲੋਕਾਂ ਨੂੰ ਜੌਬ ਦੇਵਾਂਗੇ। ਮੈਨੂੰ ਇੱਕ ਦੱਸੋ ਕਿ ਜਿਹੜੀ ਜੌਬਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਰਮਾਣਾ ਸਾਹਿਬ, ਇਹ ਜੌਬ ਕਿੰਨਿਆਂ ਲੋਕਾਂ ਨੂੰ ਦੇ ਰਹੇ ਨੇ? ਇਹਨਾਂ ਨੇ ਕਿਹਾ ਹੈ ਕਿ ਅਸੀਂ 45 ਦਿਨਾਂ ਦੇ ਵਿੱਚ ਜਿਹੜੇ ਨੇ ਲੋਕ ਉਹਨਾਂ ਨੂੰ 6,000 ਦੱਸਿਆ ਨੇ ਨਾ, 6,000 ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਤੇ ਜੇ ਤੁਸੀਂ ਇਹਦੀ ਰਹਿੰਦੀ ਮਿਨਿਸਟਰੀ ਗਿਣੋ ਨੇ 2 ਸਾਲ ਦੀ ਮਿਨਿਸਟਰੀ ਰਹਿੰਦੀ ਹੈ ਤੇ ਇਹ 8 ਮਹੀਨੇ ਬਣਦੇ ਨੇ, 8 ਟਰਮਾਂ ਹੋਣਗੀਆਂ, 8-6 48 ਜੀ। ਇੱਕ ਸਾਲ ਦੇ ਵਿੱਚ ਤੁਸੀਂ 48,000 ਨੂੰ ਜੇ ਤਾਂ ਦਿੰਦੇ ਜੇ ਇਹਨਾਂ ਦੇ 48,000 ਨੂੰ ਦਿਓਗੇ ਤੇ ਤੁਹਾਡੇ ਕੋਲ 2 ਤਾਂ ਸਾਰੇ ਸਾਲ ਰਹਿ ਗਏ ਨੇ। 48 ਦੇ ਨਾਲ 96,000 ਨੂੰ 1 ਲੱਖ ਵੀ ਨਹੀਂ ਹੁੰਦਾ ਤੇ ਤੁਹਾਡੇ ਕੋਲ ਸਮਾਲ ਸਕੇਲ ਇੰਡਸਟਰੀ ਇੱਥੇ ਹੈ ਕੋਈ ਨਹੀਂ ਜਿਹਦੇ ਵਿੱਚ ਤੁਸੀਂ 150 ਆਦਮੀ ਨੂੰ ਇੱਕ ਦਿਨ ਤੁਸੀਂ ਟ੍ਰੇਨ ਥੋੜੀ ਦੇ ਦਿਓਗੇ, ਉਹਨੂੰ ਤਕਨੀਕੀ ਮਾਰ ਬਣਾ ਦਿਓਗੇ ਵੀ ਉਹ ਤਾਂ ਸਿੱਖ ਜਾਏਗਾ। ਕਹਿ ਦੇਣੀ ਗੱਲ ਵੱਖਰੀ ਹੁੰਦੀ ਰਮਾਣਾ ਸਾਹਿਬ। ਜਦੋਂ ਦੀ ਕੈਲਕੂਲੇਸ਼ਨ ਕਰੀਏ ਕਿੰਨੇ ਦਿਨਾਂ ਦੇ ਵਿੱਚ ਬਣਦਾ, 45 ਦਿਨਾਂ ਵਿੱਚ 6,000 ਨੂੰ ਦਿੰਦੇ ਰੁਜ਼ਗਾਰ ਦਿੰਦੇ ਪੈ ਜੇ ਤੇ ਕਦੋਂ ਤੱਕ ਰੁਜ਼ਗਾਰ ਤੁਹਾਡਾ ਪੂਰਾ ਹੋਵੇਗਾ? ਕੀ ਆਉਣ ਵਾਲੇ ਪਲਾਨ ਦੀ ਵੀ ਗੱਲ ਕਰਦੇ ਤੁਸੀਂ 5 ਲੱਖ ਜਾਂ 4 ਲੱਖ ਤੇ 10 ਲੱਖ ਦੀ ਗੱਲ ਕਰਦੇ ਜੀ? ਜੀ 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 ਜੀ
ਸੋਚਣਾ ਦੇ ਵਿਚਾਰ ਨਾਲ ਸਾਡੇ ਜਿਹੜੇ ਆਪਣੇ ਸਰੋਤੇ ਨੇ ਜਾਂ ਫਿਰ ਨਾਗਰਿਕ ਨੇ ਉਹਨਾਂ ਨੇ ਆ ਵੀ ਜਿਹੜੀ ਇਹ ਗੱਲ ਕਹਿ ਰਹੇ ਨੇ, ਮੈਂ ਆਪਦੇ ਕੋਲ ਨਹੀਂ ਕਹਿ ਰਿਹਾ, ਜਿਹੜੇ ਉਹਨਾਂ ਦੇ ਬਿਆਨ ਨੇ ਮੈਂ ਉਹਨਾਂ ਦੇ ਬਿਆਨਾਂ ਦੀ ਗੱਲ ਕਰ ਰਿਹਾ ਵੀ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਇੰਨੇ ਲੋਕਾਂ ਨੂੰ ਰੁਜ਼ਗਾਰ ਦੇ ਦਿਆਂਗੇ, ਜਿਹੜੇ 45 ਦਿਨਾਂ ਦੇ ਵਿੱਚ 6000 ਬੇਰੁਜ਼ਗਾਰ ਨੂੰ ਮਦਦ ਦਿੱਤੀ ਜਾਵੇਗੀ ਜਾਂ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਏਗਾ ਤੇ 150 ਲੋਕਾਂ ਨੂੰ ਸਿਲਾਈ ਕਿਤੇ ਦੇਵਾਂਗੇ। ਇਹਦੀ ਕੈਲਕੂਲੇਸ਼ਨ ਤਾਂ ਕਰੋ ਜਿੰਨੇ ਵੀ ਉਹ ਦੇ ਰਹੇ ਨੇ ਜੀ ਜੀ। ਇਹ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਸਿਰਫ ਹਵਾਈ ਕਿਲੇ ਨੇ ਰਮਾਣਾ ਸਾਹਿਬ, ਹਵਾਈ ਕਿਲੇ ਕਦੀ ਸਕਸੈਸਫੁਲ ਨਹੀਂ ਹੁੰਦੇ, ਉਹਦਾ ਬੇਸਿਕ ਸਟਰਕਚਰ ਬਣਾਉਣਾ ਪੈਂਦਾ ਹੁੰਦਾ ਹੈ। ਇਹ ਕਾਗਜ਼ੀ ਪਹਿਲਵਾਨ ਕਦੀ ਜਿਵੇਂ ਨੇ ਨਾ ਜੰਗ ਨਹੀਂ ਜਿੱਤਦੇ, ਉਹ ਮੈਦਾਨ ਦੇ ਵਿੱਚ ਘੋਲ ਨਹੀਂ ਕਰਦੇ ਹੁੰਦੇ, ਉਹ ਜਿਹਨਾਂ ਖੁਰਾਕਾਂ ਖਾਧੀਆਂ ਨੇ, ਜਿਨ੍ਹਾਂ ਕੋਲੇ ਸਾਰਾ ਸਿਸਟਮ ਹੈਗਾ ਉਹ ਹੀ ਕਰ ਸਕਦੇ ਨੇ। ਇਹ ਮੈਕਰੋ ਯੁੱਗ ਤੇ ਦੂਜੇ ਯੁੱਗਾਂ ਦੀ ਗੱਲ ਕਰਦੇ ਨੇ। ਇਹਨਾਂ ਵਿੱਚ ਹੁਣ ਵੇਖੋ ਲੁਧਿਆਣਾ ਸਾਰਾ ਖਾਲੀ ਹੋਇਆ ਪਿਆ, ਲੁਧਿਆਣੇ ਵਿੱਚ ਕਿਹੜੀ ਫੈਕਟਰੀ ਰਹਿ ਗਈ? ਜਿਹੜੇ ਇਥੋਂ ਲੋਕ ਚਲੇ ਗਏ ਨੇ, ਬਾਹਰ ਚਲੇ ਗਏ ਨੇ, ਉਹ ਉਹਨਾਂ ਨੂੰ ਸੱਦਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਉਹ ਤਕਨੀਕੀ ਸੀ, ਇੰਟੈਲੀਜੈਂਸ ਸੀ, ਸਮਝਦਾਰ ਸੀ, ਉਹ ਕੰਮ ਬਾਰੇ ਉਹਨਾਂ ਨੂੰ ਜਾਣਕਾਰੀ ਸੀ ਜੀ। ਇੱਕੇ ਦਿਨ ਦੇ ਵਿੱਚ ਤੁਸੀਂ ਕਿੰਨੀ ਕੁ ਟ੍ਰੇਨਿੰਗ ਦੇ ਕੇ ਕਿੰਨਿਆਂ ਨੂੰ ਉੱਥੇ ਉਸ ਫੈਕਟਰੀ ਦੇ ਵਿੱਚ ਸੈੱਟ ਕਰ ਦਿਓ ਰਮਾਣਾ ਸਾਹਿਬ ਜੀ। ਇਹ ਤਾਂ ਅਸੀਂ ਪਹਿਲੋਂ ਵਿਉਂਤ ਬਣਾਉਣੀ ਸੀ ਕਿ ਆਹ ਜਿਹੜੀ ਮੁਸ਼ਕਲ ਸਾਨੂੰ ਆਉਣ ਵਾਲੀ ਉਹਦਾ ਕਿਵੇਂ ਹੱਲ ਕਰਾਂਗੇ। ਇਹਨਾਂ ਨੇ 3 ਸਾਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਮੈਕਰੋ ਉਦਯੋਗ ਨੂੰ ਡਿਵੈਲਪ ਕੀਤਾ। ਜਿਹੜੇ ਉਦਯੋਗ ਜਿਹੜੇ ਨੇ ਆਏ ਨੇ ਸਾਡੇ ਕੋਲ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਾਨੂੰ ਜੋਬ ਦਿਵਾਉਣੀ ਬੱਚਿਆਂ ਨੂੰ, ਇੱਥੋਂ ਤੱਕ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਦੀਆਂ ਪੋਸਟਾਂ ਨੇ ਜਾਂ ਟੀਚਰ ਦੀਆਂ ਪੋਸਟਾਂ ਸਕੂਲਾਂ ਦੇ ਵਿੱਚ ਖਾਲੀ ਪਈਆਂ ਨੇ, ਉਹ ਬੇਰੁਜ਼ਗਾਰ ਸੜਕਾਂ ਤੇ ਘੁੰਮਦੇ ਫਿਰਦੇ ਨੇ। ਐਜੂਕੇਸ਼ਨ ਦਾ ਸਤਰ ਡਾਊਨ ਹੁੰਦਾ ਪਿਆ, ਇਹ ਗੱਲ ਦੂਜੇ ਪਾਸੇ ਕਰਦੇ ਰਹੇ ਪਏ। ਐਜੂਕੇਟਡ ਜਿਹੜੇ ਨੇ ਉਹਨਾਂ ਨੂੰ ਤਾਂ ਰੁਜ਼ਗਾਰ ਦਿੱਤਾ ਨਹੀਂ ਜਾ ਰਿਹਾ, ਤੇ ਤੁਸੀਂ ਜਿਹੜੇ ਵਿਚਾਰੇ ਕੰਮ ਸੀ ਕਿਰਤੀ ਰੋਜ਼ ਦਿਹਾੜੀ ਕਰਨ ਵਾਲੇ ਉਹਨਾਂ ਨੂੰ ਕੰਮ ਦੇਣ ਦੀ ਗੱਲ ਕਰਦੇ, ਉਹ ਵੀ ਤਕਨੀਕ ਦੇ ਵਿੱਚ ਜੀ। ਗੱਲ ਬਿਲਕੁਲ ਸਹੀ ਹੈ, ਗੱਲ ਬਿਲਕੁਲ ਤੁਹਾਡੀ ਸਹੀ ਹੈ। ਤੇ ਸੋਚਣ ਵਿਚਾਰਾਂ ਦੀ ਗੱਲ ਇਹ ਰਮਾਣਾ ਸਾਹਿਬ, ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਤਾਂ ਹੀ ਹਾਲ ਹੋ ਸਕਦੀਆਂ ਨੇ ਜੇਕਰ ਸਾਡੇ ਸਾਰੇ ਨਾਗਰਿਕ ਸਿਰਦ ਹੋਣਗੇ, ਉਹ ਜਾਗਣਗੇ, ਇਹਨਾਂ ਸਿਆਸਤਦਾਨਾਂ ਬਾਰੇ ਵਿਚਾਰ ਕਰਨਗੇ ਵੀ ਇਹਨਾਂ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ। ਬਿਲਕੁਲ ਬਿਲਕੁਲ ਬਿਲਕੁਲ, ਇਸ ਵਿੱਚ ਕੋਈ ਦੋ ਰਾਏ ਨਹੀਂ ਵੀ ਇਹਨਾਂ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈਗੀ, ਫੇਰ ਹੀ ਗੱਲ ਕਿਤੇ ਨਾ ਕਿਤੇ ਬਣੂਗੀ ਸਰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਸਰ, ਸੱਚ ਗੱਲ। ਸੋ ਭੁੱਲਰ ਸਾਹਿਬ ਦਿਓ ਇਜਾਜ਼ਤ ਜੀ, 8:39 ਹੋ ਗਏ ਨੇ ਜੀ। ਸੋ